ਓੰਕਾਰ। ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸੈਭੰ। ਗੁਰ ਪ੍ਰਸਾਦ ਜਪ, ਆਦਿ ਸਚ ਜੁਗਾਦ ਸਚ, ਹੈ ਵੀ ਸਚ ਨਾਨਕ ਹੋਸੀ ਵੀ ਸਚ। ਬਹੁ ਗੁਣ ਮੇਰੇ ਸਾਹਿਬੈ ਭਾਈ, ਹਉ ਤਿਸ ਕੈ ਬਲ ਜਾਉ। ਉਹ ਨਿਰਗੁਣਿਆਰੇ ਪਾਲਦਾ ਪਾਈ, ਦੇ ਨਿਥਾਵੇ ਥਾਉ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਟਾਕ ਲਿਆ ਮੋਹੇ ਪਾਪੀ ਪੜਦਾ। ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ, ਏਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ। ਹਕਰਾ ਗੰਜੂਰ ਗੁਰ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ। ਗੁਰ ਗੋਬਿੰਦ ਸਿੰਘ, ਗੁਰ ਗੋਬਿੰਦ ਸਿੰਘ ਜੀ। ਸ੍ਰੀ ਵਾਹਿਗੁਰੂ ਜੀ। ਭੁਜੰਗ ਪ੍ਰਿਆਤ ਛੰਦ, ਨਮਸਤੰ ਅਕਰਮੰ ਨਮਸਤੰ ਅਧਰਮੰ, ਨਮਸਤੰ ਅਨਾਮੰ ਨਮਸਤੰ ਅਧਾਮੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ ਸਾਹਿਬੇ ਜਮਾਲ, ਪੀਰਾਨ ਪੀਰ ਮੀਰਾਨ ਮੀਰ, ਸਰਵਰੇ ਕਾਇਨਾਤ, ਕੁਲ ਆਲਮ ਦੇ ਸੁਲਤਾਨ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ ਦੇ ਸਮਰਥ ਸਾਹਿਬ, ਪਾਰ ਬ੍ਰਹਮ ਗੁਰੂ ਪਰਮੇਸ਼ਵਰ, ਆਪ ਨਾਰਾਇਣ ਕਲਾ ਧਾਰ, ਜਗ ਮਹੇ ਪਰਵਰਿਓ, ਨਿਰੰਕਾਰ ਆਕਾਰ ਜੋਤ, ਜਗ ਮੰਡਲ ਕਰਿਓ। ਵਾਹਿਗੁਰੂ ਸਰੂਪ, ਨਿਰੰਕਾਰ ਸਰੂਪ, ਅਕਾਲ ਸਰੂਪ,
ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਹਾਜ਼ਰ ਹੋ ਕੇ ਆਪ ਜੀ ਨੇ ਸਤਿਗੁਰੂ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਕੀਰਤਨ, ਗੁਣਵਾਨ ਕੀਰਤਨੀਆਂ, ਵਿਦਵਾਨ ਕੀਰਤਨੀਆਂ, ਮਹਾਨ ਕੀਰਤਨੀਆਂ, ਸੁਗੜ ਸੁਜਾਨ ਕੀਰਤਨੀਆਂ ਪਾਸੋਂ ਸਰਵਨ ਕਰਕੇ ਆਤਮਿਕ ਆਨੰਦ ਮਾਣਿਆ ਹੈ। ਅੱਜ ਦੇ ਵਿਚਾਰ ਦਾ ਆਗਾਜ਼ ਕਰਦਿਆਂ ਹੋਇਆਂ ਅੰਮ੍ਰਿਤ ਦਾਤਾ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਰਮਾਉਂਦੇ ਹਨ, ਨਮਸਤੰ ਅਕਰਮੰ। ਕਰਮ ਬੜਾ ਵਿਚਿੱਤਰ ਸ਼ਬਦ ਹੈ। ਕਰਮ ਬੜਾ ਅਜੀਬ ਸ਼ਬਦ ਹੈ। ਇੱਕ ਉਹ ਕਰਮ ਹੈ ਜਿਸ ਕਰਮ ਦੇ ਕੀਤਿਆਂ ਮਨੁੱਖ ਤਖਤਾਂ ਤੇ ਬਹਿ ਜਾਂਦਾ ਹੈ, ਸੰਸਾਰ ਤੇ ਹੁਕਮ ਚਲਾਉਂਦਾ ਹੈ, ਤੇ ਇੱਕ ਉਹ ਕਰਮ ਹੈ ਜਿਸ ਤੇ ਕੀਤਿਆਂ ਹੱਥਾਂ ਵਿੱਚ ਹੱਥ ਕੜੀਆਂ, ਪੈਰਾਂ ਵਿੱਚ ਬੇੜੀਆਂ ਤੇ ਕੈਦਖਾਨਿਆਂ ਵਿੱਚ ਪਸ਼ੂਆਂ ਵਾਂਗ ਮਨੁੱਖ ਬੰਦ ਹੋ ਜਾਂਦਾ ਹੈ। ਜੇ ਮਨੁੱਖ ਸ਼ੁਭ ਕਰਮ ਕਰੇ ਤੇ ਫਿਰ ਇਹ ਮਨੁੱਖ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਹੋ ਜਾਂਦਾ ਹੈ। ਅਸ਼ੁਭ ਕਰਮ ਕਰੇ ਤੇ ਆਪਣੇ ਹੀ ਕੀਤੇ ਹੋਏ ਕਰਮਾਂ ਦੁਆਰਾ ਇਹ ਮਨੁੱਖ 84 ਲੱਖ ਜੂਨਾਂ ਵਿੱਚ ਭਰਮਦਾ ਹੈ, ਭਟਕਦਾ ਹੈ। ਫਿਰ ਕਦੋਂ ਵਕਤ ਆਵੇਗਾ, ਸਮਾਂ ਆਵੇਗਾ ਜਦੋਂ ਪਾਰ ਬ੍ਰਹਮ ਪਰਮੇਸ਼ਵਰ ਦੀ ਕਿਤੇ ਬਖਸ਼ਿਸ਼ ਹੋ ਜਾਵੇ, ਕਿਤੇ ਮਿਹਰਾਮਤ ਹੋ ਜਾਵੇ। ਤਾਹੀਓਂ ਸਤਿਗੁਰੂ ਜੀ ਨੇ ਫਰਮਾਇਆ ਸੀ, ਚੰਗੇ ਕਰਮਾਂ ਤੋਂ ਵੀ ਕੁਝ ਹੋਰ ਚੰਗੇ ਕਰਮ ਹਨ। ਅਸੀਂ ਦੁਨੀਆ ਵਿੱਚ ਦੇਖਦੇ ਹਾਂ, ਕੁਝ ਲੋਕਾਂ ਨੂੰ ਅਸੀਂ ਬੜੇ ਚੰਗੇ ਬੰਦੇ ਆਖਦੇ ਹਾਂ, ਪਰ ਕੁਝ ਉਹਨਾਂ ਚੰਗੇ ਇਨਸਾਨਾਂ ਨਾਲੋਂ ਹੋਰ ਚੰਗੇ ਇਨਸਾਨ ਵੀ ਮਿਲਦੇ ਨੇ, ਪਰ ਕਦੇ ਕਦੇ ਉਹਨਾਂ ਦਾ ਮਿਲਾਪ ਹੁੰਦਾ ਹੈ। ਤੀਸਰੇ ਦਰਜੇ ਦੇ ਜਿਹੜੇ ਲੋਕ ਨੇ ਉਹ ਜ਼ਰੂਰ ਮਨੁੱਖ ਹਨ, ਸਰੀਰ ਉਹਨਾਂ ਦਾ ਮਨੁੱਖਾਂ ਵਾਲਾ ਹੀ ਵਿਖਾਈ ਦਿੰਦਾ ਹੈ, ਪਰ ਕਰਮ ਉਹਨਾਂ ਦੇ ਪਸ਼ੂਆਂ ਨਾਲੋਂ ਕੋਈ ਉੱਚੇ ਨਹੀਂ ਹਨ। ਇਸੇ ਲਈ ਬਾਣੀ ਦੇ ਬੋਹੇ ਜੀ ਨੇ ਫਰਮਾਇਆ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਗੌੜੀ ਸੁਖਮਨੀ ਮਹੱਲਾ ਪੰਜਵਾ। ਹਾਂ, ਮਨੁੱਖ ਕਿਤਨੇ ਚੰਗੇ ਕਰਮ ਕਰ ਲਵੇ, ਹਜ਼ੂਰ ਫਰਮਾਉਂਦੇ ਹਨ, ਇਹਨਾਂ ਕਰਮਾਂ ਦੁਆਰਾ ਤੈਨੂੰ ਸਰੀਰ ਦਾ ਕੱਪੜਾ ਪ੍ਰਾਪਤ ਹੋ ਜਾਵੇਗਾ, ਸਰੀਰ ਦੇ ਵਸਤਰ ਪ੍ਰਾਪਤ ਹੋਣਗੇ। ਤੇ ਅਸੀਂ ਇੱਕ ਜਨਮ ਵਿੱਚ ਕੀ ਜਾਣੀਏ ਕਿਤਨੇ ਕੱਪੜੇ ਪਹਿਨ ਲੈਂਦੇ ਹਾਂ। ਇਹਨਾਂ ਮੁਲਕਾਂ ਵਿੱਚ ਕਈ ਵਾਰੀ ਬੱਚੀਆਂ ਇੱਕ ਸੂਟ ਇੱਕ ਵਾਰੀ ਇੱਕ ਦਿਨ ਵਿੱਚ ਪਾਣਾ ਹੈ ਤੇ ਮੁੜ ਨਹੀਂ ਪਾਣਾ। ਤੇ ਇਸੇ ਹੀ ਤਰ੍ਹਾਂ ਅਸੀਂ ਆਪਣੇ ਜੀਵਨ ਵਿੱਚ ਜਿਸ ਤਰ੍ਹਾਂ ਅਣਗਿਣਤ ਪ੍ਰਕਾਰ ਦੇ ਵਸਤਰ ਪਹਿਨਦੇ ਹਾਂ, ਸਰੀਰਾਂ ਦਾ ਕੱਪੜਾ ਵੀ ਸਾਡੀ ਆਤਮਾ ਕੀ ਜਾਣੀਏ ਕਿਤਨੀ ਵਾਰੀ ਪਹਿਨਦੀ ਹੈ। ਕਿਤਨੀ ਵਾਰੀ ਇਹ ਸਾਨੂੰ ਸਰੀਰ ਪ੍ਰਾਪਤ ਹੁੰਦੇ ਹਨ, ਇਹ ਸਰੀਰ ਵਿੱਚੋਂ ਆਉਂਦੇ ਹਾਂ, ਪਰ ਹੈ ਇਹ ਕਰਮਾਂ ਦੀ ਖੇਡ, ਕਰਮਾਂ ਦੀ ਪਹੁੰਚ ਸਿਰਫ ਸਰੀਰ ਤੱਕ ਹੈ। ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਕਰਮ ਹੁੰਦੀ ਏ, ਉਦੋਂ ਮੁਕਤੀ ਦਾ ਦੁਆਰਾ ਗਿਆਨ, ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ। ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਵੀ ਸਮਝਾਇਆ ਸੀ ਕਿ ਨੇਕ ਕਰਮ ਕਰਦਿਆਂ, ਚੰਗੇ ਕਰਮ ਕਰਦਿਆਂ
ਜੇ ਕਿਸੇ ਪ੍ਰਾਣੀ ਦੇ ਸਰੀਰ ਦਾ ਅੰਤ ਹੋ ਜਾਵੇ, ਬਹੁਤੇ ਚੰਗੇ ਕਰਮ ਹੋਣ, ਜਪ ਵੀ ਹੋਵੇ, ਤਪ ਵੀ ਹੋਵੇ, ਕਰਮ ਵੀ ਹੋਵੇ, ਪਰ ਕੋਈ ਇੱਛਾ ਰਹਿ ਜਾਵੇ, ਤਾਂ ਫਿਰ ਅਰਜਨ ਮੈਂ ਉਹਨੂੰ ਅਮੀਰ ਘਰਾਣਿਆਂ ਵਿੱਚ ਪੈਦਾ ਕਰ ਦਿੰਦਾ। ਉਹਨਾਂ ਨੂੰ ਅਮੀਰਾਂ ਦੇ ਘਰੀਂ ਜਨਮ ਪ੍ਰਾਪਤ ਹੁੰਦਾ ਹੈ। ਤੇ ਜੇ ਤਾਂ ਉਹਨਾਂ ਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੋ ਜਾਵੇ, ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋ ਜਾਵੇ, ਗੁਰਸਿੱਖਾਂ ਦੀ ਸੰਗਤ ਪ੍ਰਾਪਤ ਹੋ ਜਾਵੇ, ਤੇ ਫਿਰ ਉਹ ਪ੍ਰਭੂ ਦੇ ਧਿਆਨ ਨੂੰ ਪ੍ਰਾਪਤ ਕਰਕੇ, ਪ੍ਰਭੂ ਦੇ ਗਿਆਨ ਨੂੰ ਪ੍ਰਾਪਤ ਕਰਕੇ, ਭਗਤੀ ਕਰਕੇ ਮੁਕਤ ਹੋ ਜਾਂਦੇ ਨੇ। ਤੇ ਜੇ ਅਮੀਰ ਘਰਾਣਿਆਂ ਵਿੱਚ ਜਨਮ ਪ੍ਰਾਪਤ ਕਰਕੇ, ਧਨ ਪ੍ਰਾਪਤ ਕਰਕੇ, ਸਰਮਾਇਆ ਪ੍ਰਾਪਤ ਕਰਕੇ, ਦੌਲਤ ਪ੍ਰਾਪਤ ਕਰਕੇ ਭ੍ਰਿਸ਼ਟ ਰਸਤਿਆਂ ਦੀ ਤਰਫ ਚੱਲ ਪੈਣ, ਗਲਤ ਪਾਸੇ ਤੁਰ ਪੈਣ, ਜਿਵੇਂ ਦਸ਼ਮੇਸ਼ ਪਿਤਾ ਜੀ ਨੇ ਫਰਮਾਇਆ ਹੈ, ਇੱਕ ਤਾਂ ਆਦਮੀ ਸ਼ਰਾਬ ਪੀਣ ਲੱਗ ਪਵੇ, ਤੇ ਦੂਸਰਾ ਉਸ ਮਨੁੱਖ ਦੀ ਜਵਾਨੀ ਦੀ ਉਮਰ ਹੋਵੇ, ਕਿਉਂਕਿ ਇਹ ਵਕਤ ਧਨ ਦੌਲਤ ਜਦੋਂ ਆਂਦਾ ਹੈ ਤਾਂ ਫਿਰ ਮਨੁੱਖ ਚੁੱਕ ਜਾਵੇ। ਜਿਨ੍ਹਾਂ ਦਾ ਇਹ ਸਾਲਾਨਾ ਯਾਦ ਸਮਾਗਮ ਇਹ ਵੀ ਕਿ ਸਪਤਾਹ ਮਨਾਇਆ ਜਾ ਰਿਹਾ ਹੈ, ਵਿਦਿਆਰਥੀਆਂ ਨੂੰ ਆਪ ਸਮਝਾਇਆ ਕਰਦੇ ਸਨ ਕਿ ਜਦੋਂ ਤੇਜ਼ ਅੰਧੇਰੀ ਆਵੇ ਉਦੋਂ ਧਰਤੀ ਤੇ ਲੇਟ ਜਾਈਏ ਤੇ ਬਚਾਓ ਹੋ ਜਾਂਦਾ ਹੈ। ਮਿਸਾਲ ਦੇ ਕੇ ਸਮਝਾਣਾ, ਜਦੋਂ ਦੁਨੀਆ ਦੀ ਪ੍ਰਭਤਾ ਦੁਆਰਾ, ਦੁਨੀਆ ਦੀਆਂ ਵਾਸ਼ਨਾਵਾਂ ਦੁਆਰਾ ਹਉਮੈ ਅਹੰਕਾਰ ਤੇ ਬੁਰਾਈਆਂ ਦੀਆਂ ਹਨੇਰੀਆਂ ਸ਼ੁਰੂ ਹੋ ਜਾਂਦੀਆਂ ਨੇ, ਉਦੋਂ ਨੀਵੇਂ ਹੋ ਜਾਓ, ਉਦੋਂ ਨਮਰਤਾ ਨਾਲ ਗੁਰੂ ਅੱਗੇ ਕਰੋ ਅਰਦਾਸ ਕਿ ਸੱਚੇ ਪਾਤਸ਼ਾਹ ਕਿਰਪਾ ਕਰਨਾ, ਬਖਸ਼ਿਸ਼ ਕਰਨਾ, ਮਿਹਰਾਮਤ ਕਰਨੀ, ਇਹ ਜੋ ਕੁਝ ਬਖਸ਼ਿਆ ਹੈ ਆਪ ਨੇ, ਇਹਦੇ ਵਿੱਚ ਤੇਰੇ ਚਰਨ ਕਮਲਾਂ ਦੀ ਪ੍ਰੀਤ ਨਾ ਟੁੱਟੇ, ਤੇਰੇ ਚਰਨ ਕਮਲਾਂ ਦੇ ਨਾਲ ਜੁੜੇ ਰਹੀਏ। ਆਪ ਜੀ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਕਈ ਵਾਰੀ ਸਾਨੂੰ ਇੱਕ ਸਾਖੀ ਪੜ੍ਹਾਇਆ ਕਰਦੇ ਸਨ ਕਿ ਇੱਕ ਵਾਰੀ ਭਗਤ ਨਾਮਦੇਵ ਜੀ ਨੇ ਪ੍ਰਭੂ ਦੇ ਨਾਲ ਵਿਚਾਰਾਂ ਕਰਦਿਆਂ ਹੋਇਆਂ, ਕਿਉਂਕਿ ਜਿੱਥੇ ਇਸ਼ਕ ਦੀ ਇੰਤਹਾ ਹੁੰਦੀ ਏ, ਜਿੱਥੇ ਮਾਨਸਿਕ ਪ੍ਰੀਤ ਹੁੰਦੀ ਏ, ਉਥੇ ਫਿਰ ਵਿਤਕਰੇ ਨਹੀਂ ਰਹਿੰਦੇ, ਉਥੇ ਫਰਕ ਨਹੀਂ ਰਹਿੰਦੇ, क्योंकि इश्क करता है तो इश्क की तौहीन ना कर, या तो बेहोश ना हो तो ना फिर होश में आ। ਅਸੀਂ ਜਦੋਂ ਸਮਾਜਿਕ ਤੌਰ ਤੇ ਰਿਸ਼ਤੇਦਾਰੀ ਵਿੱਚ, ਦੋਸਤੀ ਤੇ ਮਿੱਤਰਤਾ ਵਿੱਚ, ਇਥੋਂ ਤੱਕ ਕਿ ਮਹਾਂਪੁਰਸ਼ਾਂ ਨਾਲ ਵੀ ਫਰਕ ਰੱਖ ਕੇ ਮਿਲਦੇ ਹਾਂ, ਦੂਰੀ ਅਸੀਂ ਪਹਿਲਾਂ ਬਣਾ ਲੈਂਦੇ ਹਾਂ, ਮਾਨਸਿਕ ਦੂਰੀ ਸਾਡੀ ਪਹਿਲਾਂ ਬਣੀ ਰਹਿੰਦੀ ਹੈ। ਔਰ ਹੋਰ ਫਿਰ ਜੇ ਮਹਾਂਪੁਰਸ਼ਾਂ ਦੇ ਨਾਲ, ਗੁਰਮੁਖਾਂ ਨਾਲ, ਗੁਰਸਿੱਖਾਂ ਨਾਲ, ਸਾਧੂਆਂ ਨਾਲ ਅਸੀਂ ਮਾਨਸਿਕ ਤੌਰ ਤੇ ਮਿਲਦੇ ਨਹੀਂ, ਕਿਉਂਕਿ ਕਈ ਵਾਰੀ ਦੇਖੀਦਾ ਹੈ ਮਹਾਂਪੁਰਸ਼ਾਂ ਦੀ ਲੋਕ ਸੇਵਾ ਵੀ ਕਰਦੇ ਹਨ, ਜਥਾ ਸ਼ਕਤ ਭੇਟਾਵਾਂ ਵੀ ਅਰਪਣ ਕਰਦੇ ਨੇ, ਸੰਗਤ ਵੀ ਕਰਦੇ ਨੇ, ਪਰ ਜਦੋਂ ਮਹਾਂਪੁਰਸ਼ ਸਾਧੂ ਜਨ, ਗੁਰਮੁਖ ਗੁਰਸਿੱਖ ਉਹਨਾਂ ਨੂੰ ਇਹ ਕਹਿ ਦੇਣ ਵੀ ਇਹ ਕੰਮ ਤੂੰ ਨਹੀਂ ਕਰਨਾ, ਤੇ ਫਿਰ ਸਿਰ ਨੀਵਾਂ ਕਰ ਲੈਣਗੇ। ਇਹ ਕਰਮ ਤੂੰ ਨਹੀਂ ਕਰਨਾ, ਇਸ ਬਚਨ ਦੀ ਤੂੰ ਪਾਲਣਾ ਕਰਨੀ ਹੈ, ਫਿਰ ਪਿੱਛੇ ਹੋ ਜਾਂਦੇ ਹਾਂ। ਇਹਦਾ ਮਤਲਬ ਇਹੋ ਹੀ ਹੈ ਕਿ ਅਸੀਂ ਮਾਨਸਿਕ ਤੌਰ ਤੇ ਨਹੀਂ ਕਿਸੇ ਨੂੰ ਮਿਲਦੇ। ਜਦੋਂ ਕੋਈ ਮਾਨਸਿਕ ਤੌਰ ਤੇ ਮਿਲ ਜਾਵੇਗਾ, ਉਥੇ ਇਨਕਾਰ ਦਾ ਤਾਂ ਸਵਾਲ ਹੀ ਨਹੀਂ, ਉਥੇ ਤੇ ਹੁਕਮ ਦੀ ਉਡੀਕ ਕੀਤੀ ਜਾਂਦੀ ਏ। ਸਤਿਗੁਰੂ ਨੂੰ ਵੀ ਜਦੋਂ ਅਸੀਂ ਮਿਲਦੇ ਹਾਂ ਤਾਂ ਫਰਕ ਰੱਖ ਕੇ ਮਿਲਦੇ ਹਾਂ। ਪਹਿਲਾਂ ਆਪਣੇ ਮਨ ਦੇ ਅੰਦਰ ਇੱਕ ਦੀਵਾਰ ਉਸਾਰ ਲੈਂਦੇ ਹਾਂ। ਤਾਹੀਓਂ ਤਾਂ ਜਦੋਂ ਹਜ਼ੂਰ ਨੇ ਡੱਲੇ ਸਰਦਾਰ ਨੂੰ ਫਰਮਾਇਆ ਸੀ ਕਿ ਜੇ ਤੇਰਾ ਕੋਈ ਸਿਪਾਹੀ ਨਹੀਂ ਆਉਂਦਾ ਤੇ ਤੂੰ ਇਸ ਬੰਦੂਕ ਦੇ ਸਾਹਮਣੇ ਖਲੋ ਜਾ, ਉਹਨੇ ਸਿਰ ਨੀਵਾਂ ਪਾ ਕੇ ਆਖਿਆ, ਹਜ਼ੂਰ ਇੰਜ ਤਾਂ ਨਹੀਂ ਨਾ ਭਲਾ ਮਰਿਆ ਜਾਂਦਾ, ਇੰਜ ਤੇ ਜਾਨ ਨਹੀਂ ਦਿੱਤੀ ਜਾ ਸਕਦੀ। ਤਾਂ ਜਦੋਂ ਫਰਕ ਰੱਖਾਂਗੇ ਤੇ ਫਿਰ ਪਾਰਸ ਦੀ ਸ਼ੋਅ ਪ੍ਰਾਪਤ ਨਹੀਂ ਹੋ ਸਕੇਗੀ। ਅਸੀਂ ਫਰਕ ਰੱਖਦੇ ਹਾਂ,
ਭੇਦ ਰੱਖਦੇ ਹਾਂ। ਤਾਈਏ ਸਤਿਗੁਰੂ ਸਾਨੂੰ ਆਪਣੀ ਗਲਵੱਕੜੀ ਵਿੱਚ ਨਹੀਂ ਲੈਂਦੇ, ਸਾਨੂੰ ਆਪਣੀ ਗਲਵੱਕੜੀ ਵਿੱਚ ਨਹੀਂ ਲੈਂਦੇ। ਇਹ ਵਿਚਾਰਾਂ ਉਹਨਾਂ ਦੇ ਜੀਵਨ ਦੀਆਂ ਹਨ ਤਾਂ ਨਾ ਕਹਿਣ ਵਾਲੀਆਂ, ਨਾ ਬਿਆਨ ਕਰਨ ਵਾਲੀਆਂ, ਕਿਉਂਕਿ ਅਕਸਰ ਆਪ ਇਹਨਾਂ ਚੀਜ਼ਾਂ ਤੇ ਕਾਬੂ ਪਾਉਂਦੇ ਸਨ। ਇੱਕ ਵਾਰੀ ਸ੍ਰੀ ਚਮਕੌਰ ਸਾਹਿਬ ਦੇ ਨਿਵਾਸ ਸਮੇਂ ਆਰਾਮ ਆਪ ਕਰ ਰਹੇ ਸਨ। ਅੱਜ ਕੱਲ੍ਹ ਅਮਰੀਕਾ ਰਹਿੰਦੇ ਨੇ ਤੇ ਘਰਦਿਆਂ ਦਾ ਨਾਮ ਤਾਂ ਹੈ ਗਿਆਨੀ ਦਰਸ਼ਨ ਸਿੰਘ ਜੀ। ਉਧਰ ਸਭ ਅਮਰੀਕਾ ਵਿੱਚ ਉਹਨਾਂ ਨੂੰ ਗਿਆਨੀ ਦਰਸ਼ਨ ਸਿੰਘ ਜੀ ਕਹਿੰਦੇ ਨੇ। ਬੈਂਸ ਕਾਸਟ ਹੈ ਉਹਨਾਂ ਦੀ। ਸਤਿਗੁਰੂ ਨੇ ਤੇ ਮਹਾਂਪੁਰਸ਼ਾਂ ਨੇ ਸਾਨੂੰ ਇਸ ਪਾਸੇ ਦੌੜਨ ਤੋਂ ਬਚਾਇਆ ਸੀ। ਪਰ ਜਦੋਂ ਮੈਂ ਉੱਥੇ ਉਹਨਾਂ ਦੇ ਅੱਗੇ ਬੈਂਸ ਵੀ ਸੁਣਿਆ, ਨਾਮ ਵੀ ਤਬਦੀਲ ਸੁਣਿਆ, ਮੈਨੂੰ ਬੜੀ ਹੈਰਾਨੀ ਜੀ ਹੋਈ। ਤੋ ਕਥਾ ਕਰ ਰਿਹਾ ਸਾਂ ਤਾਂ ਉਹ ਬੈਠੇ ਸਨ ਸਾਹਮਣੇ। ਕਥਾ ਦੇ ਸੰਪੂਰਨ ਹੋਣ ਤੋਂ ਬਾਅਦ ਮੈਂ ਉਹਨਾਂ ਪਾਸ ਜਾ ਕੇ ਅਰਜ਼ ਕੀਤੀ, ਜੀ ਜੇ ਮੈਂ ਭੁੱਲਦਾ ਨਾ ਹੋਵਾਂ ਤੇ ਤੁਸੀਂ ਬਾਬਾ ਬਲਵੰਤ ਸਿੰਘ ਜੀ ਲੱਖੋ ਤਾਂ ਨਹੀਂ ਹੋ? ਬੜਾ ਲੰਬਾ ਸਮਾਂ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਲਿਖਾਰੀ ਰਹੇ। ਲਿਖਤ ਪੜ੍ਹਤ ਦਾ ਸਭ ਕਾਰਜ ਉਹ ਕਰਿਆ ਕਰਦੇ ਸਨ ਤੇ ਲਿਖਾਰੀ ਦੇ ਜ਼ਿੰਮੇ ਤਕਰੀਬਨ ਸ੍ਰੀ ਅਖੰਡ ਪਾਠਾਂ ਦਾ ਪ੍ਰਬੰਧ, ਹੋਰ ਸਾਰੇ ਬਹੁਤ ਜ਼ਿਆਦਾ ਸੇਵਾਵਾਂ ਹੁੰਦੀਆਂ ਸਨ। ਮੈਂ ਕਿਹਾ ਜੀ ਮੈਂ ਨਾ ਭੁੱਲਦਾ ਹੋਵਾਂ, ਕਿਉਂਕਿ ਜਿਸ ਵੇਲੇ ਮੈਂ ਪੜ੍ਹਨ ਵਾਸਤੇ ਗਿਆ ਸਾਂ ਤੇ ਮੈਂ ਬਹੁਤ ਛੋਟਾ ਸਾਂ ਤੇ ਤੁਸੀਂ ਚਲੇ ਗਏ ਸੀ। ਕਹਿਣ ਲੱਗੇ ਨਹੀਂ ਤੂੰ ਭੁੱਲਦਾ ਨਹੀਂ, ਠੀਕ ਹੈ। ਬੇਨਤੀ ਕਰ ਰਿਹਾ ਸੀ ਤੇ ਆਪ ਬੜੇ ਚੰਗੇ ਸਿੰਘ ਸਨ, ਨਿਤਨੇਮੀ, ਪ੍ਰੇਮੀ, ਹਠੀ ਤੇ ਤਪੀ। ਵਿਦਵਤਾ ਇੱਕ ਪਾਸੇ ਔਰ ਸਾਧਨਾ ਇੱਕ ਪਾਸੇ। ਵਿਦਵਤਾ ਵੀ ਸੀ, ਸਾਧਨਾ ਵੀ ਸੀ, ਘਾਲਣਾ ਵੀ ਸੀ, ਪ੍ਰਵਾਨ ਵੀ ਸਨ। ਤੇ ਆਪ ਮਹਾਂਪੁਰਸ਼ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਅਚਾਨਕ ਜਾ ਕੇ ਜਦੋਂ ਉਹ ਟਿਕੇ ਹੋਏ ਸਨ ਤੇ ਆਰਾਮ ਕਰ ਰਹੇ ਸਨ, ਕਿਉਂਕਿ ਕਈ ਵਾਰੀ ਅਸੀਂ ਸਾਧਾਰਨ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਮਹਾਂਪੁਰਸ਼ਾਂ ਦਾ ਜਾ ਦਰਵਾਜ਼ਾ ਖਟਖਟਾਉਂਦੇ ਹਾਂ ਜਾਂ ਬੇਨਤੀ ਕਰਦੇ ਹਾਂ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਜਦੋਂ ਵੀ ਦਿੱਲੀ ਆਇਆ ਕਰਦੇ, ਵੱਡਿਆਂ ਮਹਾਂਪੁਰਸ਼ਾਂ ਦੇ ਸਰੀਰ ਤਿਆਗਣ ਤੋਂ ਬਾਅਦ, ਜਦੋਂ ਸਰਦਾਰ ਮੋਹਨ ਸਿੰਘ ਜੀ ਦੀ ਕੋਠੀ ਕੋਕਾ ਕੋਲਾ ਵਾਲਿਆਂ ਦੀ ਜਾਣਾ, ਘੰਟਾ ਘੰਟਾ 2-2 ਘੰਟੇ ਉਹਨਾਂ ਨੇ ਆਪਣੇ ਕਮਰੇ ਵਿੱਚ ਬਿਠਾ ਲੈਣਾ ਔਰ ਵਿਚਾਰਾਂ ਦਰਸਾਉਂਦੇ ਰਹਿਣਾ, ਮਤ ਬੁੱਧ ਸਮਤ ਬਖਸ਼ਿਸ਼ ਕਰਦੇ ਰਹਿਣਾ। ਤੇ ਜਿਸ ਵੇਲੇ ਮੈਂ ਅਰਜ਼ ਕਰਨਾ ਜੀ ਕਿ ਬਾਹਰ ਸੰਗਤ ਮਹਿਸੂਸ ਕਰੇਗੀ, ਸੇਵਾਦਾਰ ਮਹਿਸੂਸ ਕਰਨਗੇ, ਤਾਂ ਆਪਨੇ ਬੜੇ ਪਿਆਰ ਨਾਲ ਕਹਿਣਾ, ਪੂਰਨ ਸਿੰਘ ਦੁਨੀਆ ਦੇ ਲੋਕਾਂ ਨੂੰ ਭਾਵੇਂ 24 ਘੰਟੇ ਵੀ ਵਕਤ ਦੇਈਏ, ਉਹਨਾਂ ਨੇ ਦੁਨੀਆ ਦੀ ਗੱਲ ਕਰਨੀ ਹੈ। ਇਹ ਪਾਬੰਦੀਆਂ ਇਸ ਲਈ ਲਗਾਈਆਂ ਨੇ ਕਿ ਕੋਈ ਐਵੇਂ ਫਜ਼ੂਲ ਤੰਗ ਨਾ ਕਰੇ, ਵਰਨਾ ਇਹਨਾਂ ਪਾਬੰਦੀਆਂ ਦੀ ਤਾਂ ਲੋੜ ਹੀ ਕੋਈ ਨਹੀਂ ਸੀ, ਜ਼ਰੂਰਤ ਹੀ ਕੋਈ ਨਹੀਂ ਸੀ। ਤੋ ਮਹਾਂਪੁਰਸ਼ ਆਪਣੀ ਮੌਤ ਵਿੱਚ ਜਿਸ ਵੇਲੇ ਟਿਕੇ ਹੋਏ ਹੋਣ, ਯਤਨ ਕਰਨਾ ਚਾਹੀਦਾ ਹੈ ਸਤਕਾਰ ਦੇ ਨਾਲ, ਬਸ ਦੂਰੋਂ ਪਿੱਛੇ ਹੋ ਜਾਈਏ। ਤਾਂ ਮਹਾਂਪੁਰਸ਼ ਆਰਾਮ ਕਰ ਰਹੇ ਸਨ, ਆਪਣੇ ਕਿਸੇ ਆਤਮਕ ਆਨੰਦ ਵਿੱਚ ਟਿਕੇ ਹੋਏ ਸਨ। ਤੇ ਬਾਬਾ ਬਲਵੰਤ ਸਿੰਘ ਜੀ ਲੱਖੋ, ਮਾਲਪੁਰ ਦੇ ਨਾਲ ਹੀ ਗਣੇਸ਼ਪੁਰਾ ਪਿੰਡ ਹੈ, ਇੱਥੋਂ ਦੇ ਉਹ ਸਨ। ਬੇਨਤੀ ਕਰ ਰਿਹਾ ਸਾਂ, ਅਚਾਨਕ ਜਾ ਕੇ ਮਨ ਵਿੱਚ ਬੜਾ ਸਤਿਕਾਰ, ਮਨ ਵਿੱਚ ਬੜਾ ਪਿਆਰ, ਕਿਉਂਕਿ ਇਹ ਵਿਦਿਆ, ਇਹ ਗੁਣ ਉਦੋਂ ਤੱਕ ਨਹੀਂ ਫਲਦੇ ਫੁੱਲਦੇ ਜਦੋਂ ਤੱਕ ਇਹ ਦਾਤ ਦੇਣ ਵਾਲਿਆਂ ਗੁਰਮੁਖਾਂ ਗੁਰਸਿੱਖਾਂ ਮਹਾਂਪੁਰਸ਼ਾਂ ਦੀ ਸੇਵਾ ਨਾ ਕਰੀਏ। ਅੱਜ ਦੀ ਵਿਦਿਆ ਇਸੇ ਲਈ ਕੁਰਾਹੇ ਪਾ ਰਹੀ ਹੈ। ਅੱਜ ਦੀ ਐਜੂਕੇਸ਼ਨ ਤਾਈਂ ਮਨੁੱਖ ਨੂੰ ਇਨਸਾਨ ਬਣਨਾ ਸੀ, ਵਿਦਿਆ ਦੁਆਰਾ ਹੈਵਾਨ ਬਣਾ ਰਹੀ ਹੈ। ਚਾਕੂ ਚਲਾਉਣੇ, ਲੋਕਾਂ ਦੇ ਪਰਸ ਖੋਹਣੇ, ਜੇਬਾਂ ਕੱਟਣੀਆਂ, ਇਹ ਕੋਈ ਪੜ੍ਹਿਆ ਲਿਖਿਆਂ ਦਾ ਤਾਂ ਕੰਮ ਨਹੀਂ। ਇੱਥੋਂ ਦਾ ਤੇ ਮੈਂ ਕੁਝ ਨਹੀਂ ਕਹਿ ਸਕਦਾ। ਦਿੱਲੀ ਤੇ ਬੰਬਈ ਵਿੱਚ 70% BA ਲੜਕੇ ਲੜਕੀਆਂ ਪੜ੍ਹੇ ਹੋਏ ਕਾਲਜੀਏਟ ਯੂਨੀਵਰਸਿਟੀ ਦੇ ਜੇਬਾਂ ਕੱਟਦੇ ਨੇ। ਇਹ ਗੌਰਮੈਂਟ ਦਾ ਹਿਸਾਬ ਕਿਤਾਬ ਹੈ, ਕਿਉਂਕਿ ਵਿਦਿਆ ਤਾਂ ਸੀ ਪ੍ਰਭੂ ਨੂੰ ਪ੍ਰਾਪਤ ਕਰਨਾ, ਅਕਾਲ ਪੁਰਖ ਵਾਹਿਗੁਰੂ ਦੇ ਮਾਰਗ ਚੱਲਣਾ, ਸ਼ੁਭ ਕਰਮ ਕਰਨੇ, ਚੰਗੇ ਕਰਮ ਕਰਨੇ। ਪਰ ਅੱਜ ਮਨੁੱਖ ਨੇ ਇਹ ਵਿਦਿਆ ਜੇਬ ਕੱਟਣ ਦਾ ਦੀ ਕੈਂਚੀ ਬਣਾ ਲਈ ਹੈ, ਇਹਨੂੰ ਸਾਧਨ ਬਣਾ ਲੀਤਾ ਹੈ। ਡਾਕਟਰ ਰਾਧਾ ਕ੍ਰਿਸ਼ਨਨ ਜੀ ਭਾਰਤ ਦੇ
ਪਹਿਲੇ ਹੋ ਗੁਜ਼ਰੇ ਸਫਲ ਰਾਸ਼ਟਰਪਤੀ ਮਹਾਨ ਵਿਦਵਾਨ ਨੇ ਵੀ ਇਹ ਗੱਲ ਕਹੀ ਸੀ। ਅੱਜ ਦੀ ਅਖੇ ਵਿਦਿਆ ਦੇਣ ਦਾ ਤਰੀਕਾ ਨਹੀਂ ਸਿਖਾ ਰਹੀ। ਅੱਜ ਦੀ ਵਿਦਿਆ ਤਾਂ ਮੁੱਖ ਮਨੁੱਖ ਨੂੰ ਇਹ ਸਿਖਾ ਰਹੀ ਹੈ ਕਿ ਜੇਬਾਂ ਕਿਵੇਂ ਫੋਲੀਆਂ ਜਾਣ, ਜੇਬਾਂ ਕਿਵੇਂ ਤਲਾਸ਼ੀਆਂ ਜਾਣ, ਜੇਬਾਂ ਕਿਵੇਂ ਕੱਟੀਆਂ ਜਾਣ। ਪਰ ਆਪ ਨੇ ਲਿਖਿਆ ਹੈ ਵਿਦਿਆ ਦੇ ਸੰਬੰਧ ਵਿੱਚ ਕਿ ਵਿਦਿਆ ਤਾਂ ਮਨੁੱਖ ਨੂੰ ਆਪਣਾ ਆਪ ਦੇਣ ਦੀ ਹੀ ਪ੍ਰੇਰਨਾ ਦਿੰਦੀ ਹੈ ਕਿ ਜ਼ਰੂਰਤ ਪਵੇ ਤੇ ਆਪਣਾ ਆਪ ਵੀ ਕੁਰਬਾਨ ਕਰ ਦੇ, ਲੋੜ ਪਵੇ ਤੇ ਆਪਣੇ ਆਪ ਨੂੰ ਵੀ ਕੁਰਬਾਨ ਕਰ, ਅਰਪਣ ਕਰ। ਉਹਦਾ ਇੱਕੋ ਕਾਰਨ ਹੈ ਕਿ ਅੱਜ ਦੇ ਬੱਚੇ, ਅੱਜ ਦੀਆਂ ਬੱਚੀਆਂ ਆਪਣੇ ਉਸਤਾਦਾਂ, ਟੀਚਰਾਂ, ਪ੍ਰੋਫੈਸਰਾਂ ਦਾ ਸਤਿਕਾਰ ਨਹੀਂ ਕਰਦੇ। ਸੇਵਾ ਕਰਨੀ ਤਾਂ ਇੱਕ ਪਾਸੇ ਰਹੇ, ਹਾਕੀ ਨਾਲ ਭਾਵੇਂ ਸੇਵਾ ਕਰਦੇ ਨੇ। ਬੇਨਤੀ ਕਰ ਰਿਹਾ ਸਾਂ, ਸਾਡੇ ਦਿੱਲੀ ਦੇ ਨਜ਼ਦੀਕ ਫਰੀਦਾਬਾਦ ਇੱਕ ਕਾਲਜ ਦੇ ਪ੍ਰਿੰਸੀਪਲ ਨੂੰ ਉਹਦੇ ਸਟੂਡੈਂਟਸ ਨੇ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਅਸੀਂ ਬੇਨਤੀ ਕਰ ਰਹੇ ਸਾਂ ਵਿਦਿਆ ਦੇ ਸੰਬੰਧ ਵਿੱਚ। ਆਪ ਗਏ ਤੇ ਅਚਾਨਕ ਮਹਾਂਪੁਰਸ਼ ਆਪਣੀ ਮੌਜ ਵਿੱਚ ਆਰਾਮ ਕਰ ਰਹੇ ਸਨ ਔਰ ਕਿਤੇ ਜੁੜੇ ਤੇ ਟਿਕੇ ਹੋਏ ਸਨ, ਜਿੱਤੇ ਉਹ ਜਾ ਕੇ ਸੇਵਾ ਕਰਨ ਲੱਗ ਪਏ। ਜਦੋਂ ਚਰਨ ਦਬਾਇਆ ਤਾਂ ਉਹਨਾਂ ਨੇ ਜ਼ੋਰ ਦੇ ਨਾਲ ਆਪਣਾ ਸੱਜਾ ਚਰਨ ਪਿੱਛੇ ਮਾਰਿਆ ਔਰ ਨੀਚੇ ਗਿਰਾ ਦਿੱਤਾ। ਤੇ ਫਿਰ ਉੱਠਦਿਆਂ ਹੀ ਸੰਭਲ ਕੇ ਖਿਮਾ ਮੰਗਣ ਲੱਗੇ, ਮਹਾਰਾਜ ਮੇਰੇ ਤੋਂ ਗਲਤੀ ਹੋ ਗਈ ਏ, ਭੁੱਲ ਹੋ ਗਈ ਏ, ਖਿਮਾ ਕਰੋ। ਤਾਂ ਕਹਿਣ ਲੱਗੇ, ਜਿਸ ਸੰਬੰਧ ਵਿੱਚ ਇਹ ਘਟਨਾ ਅਰਜ਼ ਕਰਨ ਲੱਗਾ ਹਾਂ, ਕਹਿਣ ਲੱਗੇ ਇਹ ਹਜ਼ੂਰ ਦਸ਼ਮੇਸ਼ ਪਿਤਾ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ। ਇੱਥੇ ਉਹਨਾਂ ਨੇ ਉਹ ਕੁਝ ਕਰ ਵਿਖਾਇਆ ਜਿਸ ਨੂੰ ਪੜ੍ਹ ਕੇ ਤੇ ਸੁਣ ਕੇ ਅੱਜ ਵੀ ਦੁਨੀਆ ਦੇ ਫਿਲਾਸਫਰ ਮੂੰਹ ਵਿੱਚ ਉਂਗਲਾਂ ਪਾ ਲੈਂਦੇ ਨੇ। ਤੇ ਆਪ ਮੁਹਾਰੇ ਉਹਨਾਂ ਦਾ ਸਿਰ ਦਸ਼ਮੇਸ਼ ਪਿਤਾ ਜੀ ਦੇ ਕਦਮਾਂ ਤੇ ਝੁਕ ਜਾਂਦਾ ਹੈ ਤੇ ਉਹ ਕਹਿ ਉੱਠਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਪੜੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਗੱਜ ਕੇ ਪੜੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਕਹਿਣ ਲੱਗੇ, ਪਿਆਰਿਆ ਤੂੰ ਮੈਨੂੰ ਗੁਰੂ ਤੋਂ ਵਿਛੋੜ ਦਿੱਤਾ ਹੈ, ਤੇਰੀ ਇਹ ਸੇਵਾ ਪ੍ਰਵਾਨ ਹੋਣ ਵਾਲੀ ਨਹੀਂ। ਤੂੰ ਤਾਂ ਸੇਵਾ ਕਰਕੇ ਕੁਛ ਲਾਹਾ ਪ੍ਰਾਪਤ ਕਰਨ ਦੀ ਸੋਚ ਰਿਹਾ ਸੈਂ, ਪਰ ਮੈਨੂੰ ਜੋ ਨੁਕਸਾਨ ਹੋਇਆ ਉਹ ਕੌਣ ਪੂਰਾ ਕਰੇਗਾ? ਖਿਮਾ ਕਰੋ ਮਹਾਰਾਜ, ਭੁੱਲ ਮਾਫ ਕਰ ਦਿਓ। ਕਹਿਣ ਲੱਗੇ, ਉਹਨਾਂ ਦਾ ਇਹ ਪਾਵਨ ਪਵਿੱਤਰ ਸਥਾਨ ਹੈ। ਮੈਂ ਚਰਨ ਪਰਸਨ ਵਾਸਤੇ ਆਇਆ ਸਾਂ, 40 ਮੁਕਤਿਆਂ ਨਾਲ, 5 ਪਿਆਰਿਆਂ ਦੇ ਨਾਲ। ਦਸ਼ਮੇਸ਼ ਪਿਤਾ ਜੀ ਆ ਰਹੇ ਸਨ ਮੇਰੀ ਤਰਫ, ਆਪਣੀਆਂ ਬਾਹਾਂ ਫੈਲਾ ਕੇ ਕਹਿ ਰਹੇ ਸਨ, ਆ ਗੁਰਬਚਨ ਸਿੰਘ ਤੂੰ ਵੀ ਮੇਰੇ ਗਲੇ ਲੱਗ ਜਾ। ਪਿਆਲਾ ਖੋਸ, ਪਰ ਤੂੰ ਜੋ ਚਰਨ ਦਬਾ ਦਿੱਤੇ ਨੇ, ਉਹ ਜੋ ਵਾਤਾਵਰਨ, ਜੋ ਕੁਝ ਮੈਨੂੰ ਮਹਿਸੂਸ ਹੋਣਾ ਸੀ, ਜੋ ਕੁਝ ਮੈਨੂੰ ਹੋਰ ਕੁਝ ਪ੍ਰਾਪਤ ਹੋਣਾ ਸੀ, ਤੂੰ ਮੈਨੂੰ ਉਸ ਮਿਲਾਪ ਤੋਂ, ਉਸ ਵਸਲ ਤੋਂ ਵਾਂਝਿਆ ਕਰ ਦਿੱਤਾ ਹੈ ਪਿਆਰਿਆ। ਇਸ ਲਈ ਅੱਗੇ ਤੋਂ ਖਿਆਲ ਰੱਖਣਾ ਹੈ, ਜਦੋਂ ਕੋਈ ਮਹਾਂਪੁਰਸ਼ ਆਰਾਮ ਕਰ ਰਿਹਾ ਹੋਵੇ ਉਹਨੂੰ ਸ਼ਰਧਾ ਨਾਲ, ਸੇਵਾ ਦੇ ਭਾਵ ਨਾਲ ਵੀ ਹਿਲਾਉਣ ਦੀ ਕੋਸ਼ਿਸ਼ ਕਰਨੀ। ਪਿਆਰ ਲੱਖੋ। ਤੋ ਅਸੀਂ ਵਿਤਕਰੇ ਨਾਲ, ਅਸੀਂ ਭੇਦ ਨਾਲ, ਫਰਕ ਨਾਲ ਗੁਰੂ ਦੇ ਸਨਮੁਖ ਆਉਂਦੇ ਹਾਂ। ਗੁਰੂ ਨਾਲ ਦੇ ਵੀ ਜੇ ਹੁੰਦੇ ਹਾਂ ਤਾਂ ਮਨੋਂ ਨਹੀਂ ਹੁੰਦੇ, ਉੱਪਰੋਂ ਗੁਰੂ ਦੇ ਹੋਣ ਦੇ ਬਣਨ ਦੀ ਕੋਸ਼ਿਸ਼ ਕਰਨੇ ਆ। ਤੋ ਭਗਤ ਨਾਮਦੇਵ ਜੀ ਪ੍ਰਭੂ ਨਾਲ ਓਤ ਪੋਤ ਸਨ। ਤੇ ਇੱਕ ਦਿਨ ਉਹਨਾਂ ਨੇ ਪ੍ਰਭੂ ਨੂੰ ਅਰਜ਼ ਕੀਤੀ, ਹੇ ਪ੍ਰਭੂ ਇੱਕ ਗੱਲ ਦੱਸੋ ਕਿ ਨਾਮੇ ਨਾਲੋਂ ਹੋਰ ਵੀ ਕਿਸੇ ਨੂੰ ਜ਼ਿਆਦਾ ਪਿਆਰ ਕਰਦੇ ਹੋ? ਛੋਟੇ ਛੋਟੇ ਬੱਚੇ ਤੁਸੀਂ ਦੇਖਿਆ ਹੋਵੇਗਾ ਲੜਾਈ ਕਰਦੇ। ਇੱਕ ਬੱਚਾ ਮਾਂ ਦੀ ਗੋਦ ਵਿੱਚ ਬੈਠਾ ਹੋਵੇਗਾ, ਦੂਜਾ ਵੀ ਆਵੇਗਾ ਤੇ ਤੀਜਾ ਆ ਕੇ ਉਹਨਾਂ ਦੇ ਉੱਪਰ ਬੈਠਣ ਦੀ ਕੋਸ਼ਿਸ਼ ਕਰੇਗਾ ਤੇ ਕਹੇਗਾ ਮੇਰੀ ਵੀ ਤੇ ਮਾਂ ਹੈ। ਇੱਕ ਕਹੇਗਾ ਮੇਰੀ ਹੈ, ਦੂਸਰਾ ਕਹੇਗਾ ਮੇਰੀ ਹੈ, ਪਰ ਉਹ ਕਹੇਗਾ ਮੇਰੀ ਵੀ ਹੈ। ਤੋ ਤੁਸੀਂ ਨਾਮੇ ਨਾਲੋਂ ਹੋਰ ਵੀ ਕਿਸੇ ਨੂੰ ਵਧੇਕ ਪਿਆਰ ਕਰਦੇ ਹੋ? ਪ੍ਰਭੂ ਹੱਸ ਪਏ, ਕਹਿਣ ਲੱਗੇ, ਹਾਂ ਤੇਰੇ ਨਾਲੋਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ।
ਅਸੀਂ ਕਰਨਾਟਕ ਦੇ ਭਗਤਾਂ ਨੂੰ ਰੰਕਾ ਤੇ ਬੰਕਾ ਨੂੰ, ਕੋਈ ਦੱਸੋ ਥਾਂ ਟਿਕਾਣਾ, ਕਹਿਣ ਲੱਗੇ ਜਾ ਉਥੋਂ ਤੈਨੂੰ ਪਤਾ ਲੱਗ ਜਾਵੇਗਾ। ਥਾਂ ਟਿਕਾਣਾ ਪੁੱਛ ਕੇ ਉਸ ਇਲਾਕੇ ਵਿੱਚ ਚਲੇ ਗਏ, ਪਿੰਡ ਚਲੇ ਗਏ। ਲੋਕਾਂ ਤੋਂ ਪੁੱਛਿਆ ਤੇ ਉਹਨਾਂ ਨੇ ਰੰਕਾ ਬੰਕਾ ਭਗਤਾਂ ਦਾ ਘਰ ਦੱਸ ਦਿੱਤਾ। ਘਰ ਦਰਵਾਜ਼ਾ ਖਟਖਟਾਇਆ ਤਾਂ ਅੰਦਰੋਂ ਆਵਾਜ਼ ਸੀ ਇੱਕ ਨੌਜਵਾਨ ਬੱਚੀ ਦੀ। ਉਹਨਾਂ ਨੇ ਆਖਿਆ ਆਓ ਜੀ ਆਓ, ਜੀ ਆਇਆਂ ਨੂੰ, ਦਰਵਾਜ਼ਾ ਬੰਦ ਨਹੀਂ ਖੁੱਲ੍ਹਾ। ਅੰਦਰ ਚਲੇ ਗਏ ਤੇ ਬਹੁਤ ਸਾਰੀ ਹਲਦੀ ਸੁੱਕ ਰਹੀ ਸੀ। ਇਸ ਇਲਾਕੇ ਵਿੱਚ ਬਹੁਤ ਹਲਦੀ ਹੁੰਦੀ, ਕਿਉਂਕਿ ਵਿਜੇਵਾੜਾ, ਗੰਤੂਰ, ਇਸ ਇਲਾਕੇ ਵਿੱਚ ਹਲਦੀ, ਕਾਜੂ, ਬਹੁਤ ਕੁਝ, ਬਹੁਤ ਕੀਮਤੀ ਚੀਜ਼ਾਂ ਹੁੰਦੀਆਂ ਹਨ। ਇਹਨਾਂ ਚੀਜ਼ਾਂ ਦੇ ਬਾਵਜੂਦ ਇਸ ਇਲਾਕੇ ਵਿੱਚ ਫਿਰ ਵੀ ਗਰੀਬੀ ਹੈ। ਤਾਂ ਬਹੁਤ ਸਾਰੀ ਹਲਦੀ ਸੁੱਕ ਰਹੀ ਸੀ ਤੇ ਬਹੁਤ ਸਾਰੀ ਹਲਦੀ ਪੀਸੀ ਜਾ ਰਹੀ ਸੀ। ਤੇ ਭਗਤ ਨਾਮਦੇਵ ਜੀ ਨੇ ਆਖਿਆ ਬੀਬੀ ਇਹ ਘਰ ਭਗਤ ਰੰਕਾ ਬੰਕਾ ਦਾ ਹੀ ਹੈ। ਹਾਂਜੀ। ਤੇ ਤੁਸੀਂ ਇੱਥੇ? ਜੀ ਮੈਂ ਉਹਨਾਂ ਦੀ ਛੋਟੀ ਭੈਣ, ਉਹ ਮੇਰੇ ਵੱਡੇ ਵੀਰੇ ਨੇ, ਉਹ ਪ੍ਰਭੂ ਦੀ ਭਗਤੀ ਕਰਦੇ ਨੇ ਤੇ ਮੈਂ ਉਹਨਾਂ ਦਾ ਪ੍ਰਸ਼ਾਦ ਪਾਣੀ ਬਣਾ ਕੇ ਇਉਂ ਆਪਣਾ ਆਪ ਸਫਲ ਕਰ ਰਹੀ ਹਾਂ। ਪਰ ਇੱਕ ਗੱਲ ਦੱਸੋ, ਆ ਐਨੀ ਹਲਦੀ ਸੁੱਕ ਰਹੀ ਏ, ਐਨੀ ਹਲਦੀ ਪੀਠੀ ਜਾ ਰਹੀ ਏ, ਇੰਨੀ ਹਲਦੀ ਤੁਸਾਂ ਕੀ ਕਰਨੀ ਹੈ? ਬਾਬਾ ਮਹਾਰਾਜ ਸਿੰਘ ਜੀ ਦਾ ਸਮਾਗਮ ਵੀ ਮਹਾਂਪੁਰਸ਼ਾਂ ਨੇ, ਬਾਬਾ ਜੀ ਨੇ ਮਨਾਉਣ ਦਾ ਯਤਨ ਕੀਤਾ ਹੈ। ਤੇ ਜਿਸ ਮਹਾਂਪੁਰਸ਼ ਤੋਂ, ਜਿਨ੍ਹਾਂ ਨੂੰ ਸਤਿਕਾਰ ਨਾਲ ਇਤਿਹਾਸਕਾਰਾਂ ਨੇ ਔਰ ਸਿੱਖ ਵਿਦਵਾਨਾਂ ਨੇ ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀ ਕਹਿ ਕੇ ਸਨਮਾਨਿਆ, ਉਹਨਾਂ ਦੇ ਲੰਗਰ ਵਿੱਚ ਦਾਲ ਸਬਜ਼ੀ ਜਦੋਂ ਬਣਦੀ ਸੀ, ਕਹਿੰਦੇ ਨੇ 1.25 ਮਣ ਪੱਕਾ ਨਮਕ ਪਾਇਆ ਜਾਂਦਾ ਸੀ। ਕਿੰਨਾ ਲੰਗਰ ਬਣਦਾ ਹੋਵੇਗਾ, ਕਿਤਨਾ ਲੰਗਰ ਬਣਦਾ ਹੋਵੇਗਾ। ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀ ਆਪਣੇ ਸਮੇਂ ਦੀ ਬੜੀ ਵੱਡੀ ਸ਼ਖਸੀਅਤ। ਫਿਰ ਅਰਜ਼ ਕਰਾਂਗਾ, ਇੰਨੀ ਜ਼ਿਆਦਾ ਹਲਦੀ ਤੁਸੀਂ ਕਿਸ ਵਾਸਤੇ? ਕਹਿਣ ਲੱਗੇ ਕੁਛ ਨਾ ਪੁੱਛੋ। ਅਖੇ ਨਹੀਂ ਫਿਰ ਵੀ ਦੱਸੋ ਇੰਨੀ ਹਲਦੀ ਤੁਸਾਂ ਕੀ ਕਰਨੀ ਹੈ? ਇਸ ਵੇਲੇ ਮਹਾਨ ਸ਼ਖਸੀਅਤਾਂ ਕੋਈ ਅਸਥਾਨ ਬਣਾਉਣ ਤੇ ਨੁਕਤਾ ਚੀ ਹੈ ਗਮੇ ਦਿਲ ਉਸ ਕੋ ਸੁਨਾਏ ਨਾ ਬਨੇ, ਕਿਆ ਬਨੇ ਬਾਤ ਜਹਾਂ ਬਾਤ ਬਣਾਏ ਨਾ ਬਨੇ। ਤੇ ਕਈ ਜਿਹੜੇ ਹੌਲੀ ਹੌਲੀ ਜ਼ੁਬਾਨ ਹਿਲਾਉਣ ਵਾਲੇ ਲੋਕ ਹੁੰਦੇ ਨੇ, ਉਹ ਕਹਿੰਦੇ ਲਓ ਜੀ ਏਡਾ ਵੱਡਾ ਬਣਾਉਣ ਦੀ ਕੀ ਲੋੜ ਸੀ, ਏਡਾ ਵੱਡਾ ਕਿਉਂ ਬਣਾਇਆ ਹੈ? ਐਵੇਂ ਬਣਾਈ ਜਾਂਦੇ ਨੇ। ਪਰ ਉਹ ਇਸ ਗੱਲੋਂ ਭੁੱਲ ਜਾਂਦੇ ਨੇ। ਨਿਹੰਗ ਸਿੰਘ ਕਹਿੰਦੇ ਹੁੰਦੇ ਸਨ, ਸ਼ਾਮ ਦੇ ਵਕਤ ਲੰਗਰ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੇ ਬਾਟੇ ਮਾਂਜ ਕੇ ਸਾਫ਼ ਕਰਕੇ ਰੱਖਣੇ ਤੇ ਨਾਲੇ ਕਹਿਣਾ ਸਤਿਗੁਰੂ ਇਹ ਬਾਟੇ ਤੁਸਾਂ ਬਖਸ਼ੇ ਨੇ, ਰਾਤ ਰਾਤ ਭਰ ਦੇਣਾ। ਅੱਜ ਕੱਲ੍ਹ ਤਾਂ ਬਰਤਨ ਹੀ ਜੂਠੇ ਰਹਿੰਦੇ ਨੇ ਕਿਚਨ ਵਿੱਚ, ਧੋਂਦਾ ਵੀ ਧੋਣ ਦੀ ਗੱਲ ਵੀ ਗਈ ਆਈ। ਬੇਨਤੀ ਕਰ ਰਿਹਾ ਸਾਂ, ਇੱਥੇ ਤੇ ਬੱਚੀਆਂ ਸਭ ਕੁਝ ਆਪ ਕਰਦੀਆਂ ਨੇ, ਪਰ ਉੱਥੇ ਤੇ ਥੋੜ੍ਹਾ ਜਿਹਾ ਅੱਛਾ ਗੁਜ਼ਾਰਾ ਹੋਵੇ ਤੇ ਬਰਤਨ ਮਾਂਜਣ ਤੋਂ ਵੀ ਬੀਬੀਆਂ ਗਈਆਂ। ਰਾਤ 2 ਦਿਨ ਤੱਕ ਪਏ ਰਹਿਣਗੇ ਜੂਠੇ, ਕੋਈ ਨੌਕਰਾਣੀ ਆਵੇ ਤੇ ਬਰਤਨ ਮਾਂਜ ਜਾਵੇ। ਨਿਹੰਗ ਸਿੰਘ ਅਰਜ਼ ਕਰਦੇ ਸਨ, ਸਤਿਗੁਰੂ ਤੁਸਾਂ ਇਹ ਬਖਸ਼ੇ ਨੇ ਬਾਟੇ, ਇਹ ਬਾਟੇ ਭਰ ਦੇਣੇ। ਔਰ ਹਜ਼ੂਰ ਭਰਦੇ ਸਨ। ਲੋਕ ਭੁੱਲ ਜਾਂਦੇ ਨੇ ਜਿੱਡਾ ਵੱਡਾ ਸਤਿਗੁਰੂ ਕਿਸੇ ਮਹਾਂਪੁਰਸ਼ ਨੂੰ ਅਸਥਾਨ ਬਖਸ਼ਿਸ਼ ਕਰਦੇ ਨੇ, ਉਹਨਾਂ ਜ਼ਿਆਦਾ ਸੰਗਤਾਂ ਵੀ ਭੇਜ ਦਿੰਦੇ ਨੇ। ਪਿਆਲਾ ਖੋ। ਔਰ ਸੰਸਾਰ ਦੇ ਲੋਕ ਲੋਭ ਲਾਲਚ ਵਸ ਜੋ ਕੁਝ ਬਣਾਉਂਦੇ ਨੇ ਆਪਣੇ ਆਪਣੇ ਪਰਿਵਾਰ ਲਈ, ਪਰ ਸਤਿਗੁਰੂ ਦੇ ਪਿਆਰੇ ਪਰਉਪਕਾਰੀ ਜੋ ਕੁਝ ਬਣਾਉਂਦੇ ਨੇ ਉਹ ਸੰਗਤਾਂ ਦੀ ਸੇਵਾ ਵਾਸਤੇ। ਪਿਆਲਾ ਖੋ। ਬੇਨਤੀ ਕੀਤੀ ਜਾ ਰਹੀ ਸੀ ਜੀ ਕੁਛ ਨਾ ਪੁੱਛੋ। ਪਰ ਨਾਮਦੇਵ ਪੁੱਛਦੇ ਸਨ ਜੀ ਇੰਨੀ ਹਲਦੀ ਤੋਂ ਤੁਸਾਂ ਕੀ ਲੈਣਾ? ਵੇਚਦੇ ਹੋ ਕੋਈ ਦੁਕਾਨ ਨੇ? ਕਹਿਣ ਲੱਗੇ ਨਹੀਂ, ਪੁੱਛਦੇ ਹੋ ਤੇ ਦੱਸ ਦਿੰਦੀ ਹਾਂ। ਆਪਣੇ ਇੱਥੇ ਮਹਾਰਾਸ਼ਟਰ ਵਿੱਚ ਇੱਕ ਸ਼ੋਧਾ ਨਾਮਾ ਭਗਤ ਹੈ, ਸ਼ੋਧਾ ਨਾਮਾ ਭਗਤ ਹੈ, ਤੇ ਉਹ ਗੱਲ ਗੱਲ ਤੇ ਪ੍ਰਭੂ ਤੋਂ ਮਦਦ ਮੰਗਦਾ ਹੈ, ਪ੍ਰਭੂ ਤੋਂ ਸਹਾਇਤਾ ਮੰਗਦਾ ਹੈ। ਤੇ ਹੁਣ ਉਹਨੇ ਕਹਿੰਦੇ ਨੇ ਦੇਹਰਾ ਫੇਰਨ ਵਾਸਤੇ ਬੇਨਤੀ ਕੀਤੀ ਸੀ ਤੇ ਭਗਵਾਨ ਹੋਣਾ ਨੇ ਜਦੋਂ ਜ਼ੋਰ ਨਾਲ ਉਹ ਦੇਹਰਾ ਫੇਰਿਆ,
ਭਗਵਾਨ ਦੀਆਂ ਅਰਕਾਂ ਵੀ ਛਿੱਲੀਆਂ ਗਈਆਂ ਤੇ ਗੋਡੇ ਵੀ ਛਿੱਲੇ ਗਏ। ਇਸ ਲਈ ਇਹ ਭਗਵਾਨ ਦੇ ਗੋਡਿਆਂ ਤੇ ਅਰਕਾਂ ਦੇ ਉੱਪਰ ਲਗਾਉਣ ਵਾਸਤੇ ਮੈਂ ਇੰਨੀ ਸਾਰੀ ਹਲਦੀ ਪੀਸ ਰਹੀ ਹਾਂ। ਨਾਮਦੇਵ ਤਾਂ ਪਾਣੀ ਪਾਣੀ ਹੋ ਗਏ ਵੀ ਮੈਂ ਤੇ ਸੋਚਦਾ ਸਾਂ ਵੀ ਬੜੀ ਕਿਰਪਾ ਹੈ, ਪਰ ਉਹ ਕਿੱਡੇ ਵੱਡੇ ਭਗਤ ਹੋਣਗੇ ਜਿਨ੍ਹਾਂ ਦੇ ਘਰ ਆ ਕੇ ਪ੍ਰਭੂ ਰੋਜ਼ ਆਪਣੀ ਮਰਹਮ ਪੱਟੀ ਕਰਵਾਉਂਦਾ ਹੈ। ਕਦੋਂ ਆਉਣਗੇ ਜੀ ਕੋਈ ਪਤਾ ਨਹੀਂ। ਕਿਧਰ ਗਏ ਨੇ? ਜੰਗਲ ਵਿੱਚ ਤੁਰ ਪਿਆ ਨਾਮਦੇਵ। ਉਹ ਅੱਗੋਂ ਆ ਰਹੇ ਸਨ। ਵੱਡਾ ਭਰਾ ਰੰਕਾ ਕੁਝ ਅੱਗੇ ਆ ਰਿਹਾ ਸੀ ਤੇ ਬੰਕਾ ਕੁਝ ਪਿੱਛੇ ਆ ਰਿਹਾ ਸੀ ਤੇ ਇਹਨੇ ਚੁੱਕੀਆਂ ਹੋਈਆਂ ਸਨ ਸੁੱਕੀਆਂ ਲੱਕੜੀਆਂ। ਅੱਗੇ ਪਾਰ ਬ੍ਰਹਮ ਪਰਮੇਸ਼ਵਰ ਨੇ ਅਜਬ ਲੀਲਾ, ਕਿਉਂਕਿ ਮਾਇਆ ਦੂਤ ਦਾ ਕਰਮ ਦੂਸਰੇ ਪਾਸੇ ਲੈ ਜਾਣਾ ਹੈ। ਅੱਗੇ ਪ੍ਰਭੂ ਨੇ ਅਜਬ ਲੀਲਾ ਵਰਤਾ ਦਿੱਤੀ। ਸੋਨੇ ਦੀਆਂ ਮੋਹਰਾਂ ਦਾ ਇੱਕ ਤੋੜਾ, ਇੱਕ ਵੱਡੀ ਬੋਰੀ ਜਿਹੜੀ ਸੀ ਉਹ ਸੁੱਟ ਦਿੱਤੀ ਤੇ ਕੁਝ ਮੋਹਰਾਂ ਉਹਦੇ ਵਿੱਚੋਂ ਬਾਹਰ। ਜਿਸ ਵੇਲੇ ਉੱਥੇ ਪਹੁੰਚਿਆ, ਨਜ਼ਰ ਪਈ ਤਾਂ ਰੰਕਾ ਨੇ ਆਵਾਜ਼ ਦਿੱਤੀ, ਬੰਕਾ ਪਿੱਛੇ ਰੁਕ ਜਾਓ, ਪਿੱਛੇ ਰੁਕ ਜਾਓ। ਲਓ ਦੇਖੋ ਪ੍ਰਭੂ ਕੀ ਕਰਨ ਲੱਗੇ ਨੇ। ਸਾਨੂੰ ਮਰਵਾਉਣ ਲਈ, ਸਾਨੂੰ ਸੱਪ ਲੜਾਉਣ ਵਾਸਤੇ ਸਾਡੇ ਰਾਹ ਵਿੱਚ ਸਪਣੀ ਬੈਠਾ ਦਿੱਤੀ ਨੇ। ਪਰ ਜਿਸ ਵੇਲੇ ਛੋਟਾ ਭਰਾ ਨਜ਼ਦੀਕ ਪਹੁੰਚਿਆ ਤੇ ਪਾਸ ਆ ਕੇ ਕਹਿਣ ਲੱਗਾ, ਤੇਰੇ ਵਿੱਚ ਵੀ ਕਮਜ਼ੋਰੀ ਏ। ਤੈਨੂੰ ਇਹ ਨਜ਼ਰ ਹੀ ਕਿਉਂ ਆਇਆ ਕਿ ਮਾਇਆ ਦਾ ਤੋੜਾ ਪਿਆ ਹੋਇਆ ਹੈ? ਕੰਚਨ ਮਾਟੀ ਮਾਨੇ ਸੋਰਠ ਮਹੱਲਾ ਨਾਵਾਂ। ਇੱਥੇ ਕਿਉਂ ਨਹੀਂ ਟਿਕਦਾ? ਨਾਮਦੇਵ ਚਰਨਾਂ ਤੇ ਟਹਿ ਪਏ। ਉਹਨਾਂ ਦੇ ਮਨ ਵਿੱਚ ਜੋ ਖਿਆਲ ਸੀ ਕਿ ਪ੍ਰਭੂ ਮੇਰੇ ਵਧੇਕ ਨਜ਼ਦੀਕ ਨੇ, ਮੇਰੇ ਤੇ ਜ਼ਿਆਦਾ ਕਿਰਪਾ ਹੈ। ਉਹ ਕਹਿਣ ਲੱਗੇ, ਰੰਕਾ ਤੇ ਬੰਕਾ ਤੁਸੀਂ ਕਿਤਨੇ ਮਹਾਨ ਹੋ ਜੋ ਹਰ ਪ੍ਰਕਾਰ ਦੀ ਪ੍ਰਭੂ ਦੀ ਮਾਇਆ, ਪ੍ਰਭੂ ਦੇ ਭੁਲੇਖਿਆਂ ਨੂੰ ਉਹਦੇ ਅੱਗੇ ਬੇਨਤੀ ਕਰ ਕਰਕੇ ਮਿਟਾਉਣ ਦੀ ਕੋਸ਼ਿਸ਼ ਕਰਦੇ ਹੋ। ਦੋਨਾਂ ਭਰਾ ਉੱਥੇ ਬੈਠ ਗਏ ਔਰ ਉੱਚੀ ਉੱਚੀ ਵੈਰਾਗ ਵਿੱਚ ਬੇਨਤੀਆਂ ਕਰਨ ਲੱਗ ਪਏ, ਹੇ ਪ੍ਰਭੂ ਆਪਣੀ ਮਾਇਆ ਨੂੰ ਵਾਪਸ ਲਵੋ, ਆਪਣੀ ਮਾਇਆ ਨੂੰ ਰੋਕੋ, ਤਾਂ ਜੋ ਤੇਰੇ ਮਾਰਗ ਚੱਲਦਿਆਂ ਹੋਇਆਂ ਇਸ ਮਾਇਆ ਦੁਆਰਾ ਕਿਤੇ ਭਟਕ ਨਾ ਜਾਈਏ, ਕਿਤੇ ਭਰਮ ਨਾ ਜਾਈਏ। ਹਾਂ, ਇਹ ਆ ਜਾਵੇ ਤੇ ਫਿਰ ਮਨੁੱਖ ਗੁਰੂ ਦੇ ਮਾਰਗ ਚੱਲੇ, ਇਹਨੂੰ ਨੇਕ ਕਰਮਾਂ ਤੇ ਖਰਚ ਕਰੇ, ਫਿਰ ਇਹ ਨਜ਼ਦੀਕ ਹੋ ਜਾਂਦਾ ਹੈ। ਵਰਨਾ ਅਰਜਨ ਜੇ ਧਨ ਦੌਲਤ ਪ੍ਰਾਪਤ ਕਰਕੇ ਅਮੀਰ ਘਰਾਣਿਆਂ ਵਿੱਚ ਜਨਮ ਲੈ ਕੇ ਹੋਰ ਪਾਸੇ ਪ੍ਰਵਿਰਤ ਹੋ ਜਾਵੇ ਤੇ ਫਿਰ ਉਹ 84 ਲੱਖ ਜੂਨਾਂ ਵੱਲ ਪ੍ਰਵਿਰਤ ਹੁੰਦਾ ਹੈ। ਇਹ ਸਾਰਾ ਕਰਮਾਂ ਦਾ ਖੇਲ ਹੈ। ਅਸੀਂ ਜਿਤਨੇ ਆ ਰਹੇ ਹਾਂ ਕਰਮਾਂ ਦੁਆਰਾ, ਜਿਤਨੇ ਜਾ ਰਹੇ ਹਾਂ ਫਿਰ ਕਰਮਾਂ ਦੁਆਰਾ। ਪਰ ਭਾਈ ਦਇਆ ਸਿੰਘ ਜੀ ਨੇ ਦਸ਼ਮੇਸ਼ ਪਿਤਾ ਜੀ ਦੇ ਹੁਕਮ ਮੁਤਾਬਿਕ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਸਮਝਾਇਆ ਸੀ, ਸਭ ਜੀਵਾਂ ਦੇ ਗਲੇ ਵਿੱਚ ਕਰਮਾਂ ਦੇ ਸੰਗਲ ਪਏ ਹੋਏ ਨੇ, ਸਭ ਕਰਮਾਂ ਦੇ ਵਸ ਹਨ, ਕਰਮਾਂ ਦੇ ਅਧੀਨ ਨੇ। ਪਰ ਗੁਰੂ ਨੇ ਕਿਰਪਾ ਕੀਤੀ ਏ, ਆਪਣਿਆਂ ਸਿੱਖਾਂ ਨੂੰ ਆਪਣੇ ਕਰਮਾਂ ਤੋਂ ਕੱਢ ਲਿਆ। ਕਰਮ ਮਾਲ ਸਭ ਕੇ ਗਲ ਪਰੀ, ਸਤਿਗੁਰ ਕੇ ਸਿੱਖਨ ਪਰ ਹਰੀ। ਸ੍ਰੀ ਗੁਰ ਸੂਰਜ ਪ੍ਰਤਾਪ ਗ੍ਰੰਥ। ਬੇਨਤੀ ਕਰ ਰਿਹਾ ਸਾਂ, ਕਰਮ ਮਨੁੱਖ ਕਰਮ ਕਰਦਾ ਹੈ ਤੇ ਕਰਮ ਦਾ ਸਾਨੂੰ ਅਹੰਕਾਰ ਹੁੰਦਾ ਹੈ। ਹਾਂ, ਇੱਕ ਤਾਂ ਆਦਮੀ ਕਹਿੰਦੇ ਨੇ ਸ਼ਰਾਬੀ ਹੋਵੇ ਤੇ ਦੂਸਰਾ ਧਨਵਾਨ ਹੋਵੇ, ਤੇ ਕਹਿੰਦੇ ਨੇ ਫਿਰ ਤੀਸਰੀ ਜਵਾਨੀ ਦੀ ਅਵਸਥਾ ਹੋਵੇ। ਦਸ਼ਮੇਸ਼ ਪਿਤਾ ਫਰਮਾਉਂਦੇ ਨੇ ਫਿਰ ਮਨੁੱਖ ਪਾਪ ਕਰਮਾਂ ਤੋਂ ਕਿਵੇਂ ਬਚ ਸਕਦਾ ਹੈ? ਏਕ ਮਦੀ ਸ਼ਰਾਬੀ, ਦੂਜਾ ਤਰਨ ਜਵਾਨ, ਤੀਜਾ ਧਨ ਹੋਏ ਧਾਮ, ਘਰ ਵੇ ਧਨ ਹੋਵੇ। ਪਾਪ ਕਰਨ ਤੇ ਕਿਉਂ ਬਚੇ, ਬਚੈ ਬਚਾਵੇ ਰਾਮ। ਚਰਿਤ੍ਰ ਪੁਖਿਆਨ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ। ਇਸੇ ਲਈ ਗੁਰੂ ਅਰਜਨ ਦੇਵ ਜੀ ਨੇ 12 ਮਾਹਾਂ ਦੇ ਆਰੰਭ ਵਿੱਚ ਫਰਮਾਇਆ ਹੈ, ਸਾਨੂੰ ਸਮਝਾਇਆ ਹੈ ਤੇ ਨਾਲ ਫਿਰ ਬੇਨਤੀ ਕਰ ਰਹੇ ਨੇ। ਤੇ ਸਾਨੂੰ ਬੇਨਤੀ ਕਰਨ ਦਾ ਤਰੀਕਾ ਦਰਸਾਉਂਦੇ ਹਨ। ਹੱਥ ਜੋੜ ਕੇ, ਚੌਂਕੜਾ ਲਗਾ ਕੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਫ ਸਿਰ ਝੁਕਾ ਕੇ ਪੜੋ। ਸਾਰੇ ਸਭ ਮਾਈ ਭਾਈ ਨੇ ਬੋਲਣੀ ਇਹ ਪੰਕਤੀ, ਨਾਲੇ ਬੇਨਤੀ ਕਰਨੀ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦੇ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ।
12 ਮਾਹ ਮਾਝ ਮਹੱਲਾ ਪੰਜਵਾਂ। ਸਾਰੇ ਜੀਵ ਕਰਮ ਕਰਦੇ ਹਨ ਤੇ ਕਰਮਾਂ ਨਾਲ ਫਿਰ ਹਉਮੈ ਆ ਜਾਂਦੀ ਹੈ। ਕਦਮ ਕਦਮ ਤੇ ਸਾਡੇ ਮਨ ਵਿੱਚ ਹਉਮੈ, ਕਰਮ ਕਰਮ ਦੇ ਨਾਲ ਸਾਡੇ ਮਨ ਵਿੱਚ ਅਭਿਮਾਨ ਆਉਂਦਾ ਹੈ। ਪਰ ਸਤਿਗੁਰੂ ਜੀ ਨੇ ਫਰਮਾਇਆ ਸੀ, ਕਰਮ ਕਰਤ ਹੋਵੈ ਨਿਹ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਕਰਮ ਕਰ, ਪਰ ਇਹ ਸਮਝ ਮੈਂ ਕੁਛ ਨਹੀਂ ਕਰ ਰਿਹਾ, ਮੈਨੂੰ ਕਰਾਉਣ ਵਾਲਾ ਕੁਝ ਹੋਰ ਹੈ। ਮੇਰੇ ਤੋਂ ਜੋ ਇਹ ਕਰਮ ਕਰਵਾ ਰਿਹਾ ਹੈ ਉਹ ਕੋਈ ਹੋਰ ਹੈ। ਇਸੇ ਲਈ ਹਿੰਦੀ ਸਾਹਿਤ ਦੇ ਤੇ ਫਿਰ ਅਕਬਰ ਦੇ ਇੱਕ ਮੁਸਲਮਾਨ ਵਜ਼ੀਰ ਨੇ ਕਿਹਾ ਸੀ, ਸਾਈਂ ਸਭ ਕੋ ਦੇਤ ਹੈ, ਪੋਖਤ ਹੈ ਦਿਨ ਰੈਨ, ਲੋਗ ਨਾਮ ਮੇਰਾ ਕਹੈ, ਜਾਂ ਤੇ ਨੀਚੇ ਨੈਣ। ਰਹੀਮ ਖਾਨ ਖਾਨਾ ਮਾਲਕ ਸਭ ਨੂੰ ਦੇ ਰਿਹਾ ਹੈ, ਪਰ ਲੋਕ ਮੇਰਾ ਨਾਮ ਲੈਂਦੇ ਨੇ ਕਿ ਰਹੀਮ ਵਜ਼ੀਰ ਹੈ ਤੇ ਉਹ ਖਿਰਾਇਤ ਵੰਡ ਰਿਹਾ ਹੈ, ਦਾਨ ਦੇ ਰਿਹਾ ਹੈ, ਕੁਝ ਦੇ ਲੈ ਰਿਹਾ ਹੈ। ਮੈਂ ਤੇ ਸ਼ਰਮਸਾਰ ਹੋ ਕੇ ਅੱਖਾਂ ਨੀਚੇ ਕਰ ਲੀਤੀਆਂ ਨੇ। ਦੇਣ ਵਾਲਾ ਤਾਂ ਮਾਲਕ ਹੈ, ਲੋਕ ਮੇਰਾ ਨਾਮ ਕਿਉਂ ਲੈਂਦੇ ਨੇ? ਹਜ਼ੂਰ ਨੇ ਇਹੋ ਫਰਮਾਇਆ ਹੈ, ਕਰਮ ਕਰ, ਪਰ ਕਰਮਾਂ ਦਾ ਅਭਿਮਾਨ ਨਾ ਕਰ। ਕਰਾਉਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਪਾਵਨ ਗੁਰਬਾਣੀ ਨੇ ਸਾਨੂੰ ਸਮਝਾਇਆ, ਔਰ ਆਪ ਜੀ ਪੜ੍ਹਦੇ ਤੇ ਸੁਣਦੇ ਹੋ। ਪੜ੍ਹੋ, ਜੇ ਕਰਾਵੇ ਸੋ ਕਰਨਾ, ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸਰਣਾ। ਸੋਰਠ ਮਹੱਲਾ ਪੰਜਵਾਂ। ਜੋ ਤੂੰ ਕਰਾਉਂਦਾ ਹੈ ਉਹ ਕੁਝ ਹੀ ਹੁੰਦਾ ਹੈ। ਮੈਨੂੰ ਕੋਈ ਸਿਆਣਪ ਨਹੀਂ ਕਿ ਮੈਂ ਕੋਈ ਸਿਆਣਪ ਨਾਲ ਕੁਝ ਕਰ ਸਕਾਂ, ਕਿਉਂਕਿ ਸੋਈ ਕਰਾਵੈ ਜੋ ਤੁਧ ਭਾਵੈ, ਮੋਹੇ ਸਿਆਣਪ ਕਛੂ ਨਾ ਆਵੈ। ਸੋਰਠ ਮਹੱਲਾ ਪੰਜਵਾਂ। ਸਭ ਕਰਮ ਕਰਦੇ ਨੇ, ਪਰ ਇੱਕ ਹੋਰ ਹੈ ਜੋ ਕਰਦਾ ਸਾਰਾ ਕੁਝ ਹੈ ਪਰ ਹੈ ਅਕਰਮ। ਉਹ ਕੌਣ ਹੈ ਜੀ? ਪੜੋ, ਨਮਸਤੰ ਨਮਸਤੰ ਅਕਰਮੰ, ਹੇ ਕਰਮਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ, ਤੈਨੂੰ ਨਮਸਕਾਰ ਹੈ। ਇਹ ਤੈਨੂੰ ਬਣ ਆਉਂਦਾ ਹੈ ਕਿ ਸਭ ਕੁਝ ਕਰਦਾ ਹੈ, ਸਭ ਕੁਝ ਕਰਾਉਂਦਾ ਹੈ, ਪਰ ਕਦੇ ਮਿਹਰ ਨਹੀਂ ਕੀਤੀ ਕਿ ਮੈਂ ਇਹ ਕਰਮ ਕੀਤਾ ਹੈ ਜੀ। ਨਮਸਤੰ ਅਧਰਮੰ, ਹਾਂ, ਕਿਉਂਕਿ ਸਾਰੇ ਜੀਵ ਧਰਮਾਂ ਦੇ ਦਰਮਿਆਨ ਵਿਚਰਦੇ ਨੇ। ਧਰਮ ਇੱਕ ਮਰਿਆਦਾ ਹੈ, ਕਿਉਂਕਿ ਕਾਰ ਸੜਕਾਂ ਤੇ ਤੇਜ਼ ਦੌੜਦੀ ਏ, ਪਰ ਉਹ ਇੱਕ ਨਿਯਮ ਵਿੱਚ ਪਹੀਏ ਦੌੜਦੇ ਨੇ। ਜੇ ਪੁਰਜੇ ਥੋੜੇ ਜਿਹੇ ਉਹ ਨਟ ਬੋਲਟ ਢਿੱਲੇ ਹੋ ਜਾਣ, ਫਿਰ ਦੇਖੋ ਕੀ ਬਣਦਾ ਹੈ। ਇਸੇ ਤਰ੍ਹਾਂ ਧਰਮ ਤਾਂ ਉਹ ਆਦਰਸ਼ ਹੈ ਜਿਸ ਦੇ ਸਹਾਰੇ ਸਹਾਰੇ, ਜਿਸ ਦੇ ਆਸਰੇ ਆਸਰੇ ਮਨੁੱਖ ਨੇ ਚੱਲਣਾ। ਹਰ ਪਹਿਲੜੀ ਲਾ ਪ੍ਰਵਿਰਤੀ, ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇ ਧਰਮ ਦ੍ਰਿੜਹੁ, ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜਹੁ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ, ਸਤ ਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਸੂਹੀ ਛੰਤ ਮਹੱਲਾ ਚੌਥਾ। ਹਾਂ, ਪਰ ਲੋਕ ਦਿਖਾਵੇ ਦਾ ਧਰਮ ਜ਼ਿਆਦਾ ਕਰਦੇ ਨੇ, ਬਨਾਵਟੀ ਧਰਮ ਜ਼ਿਆਦਾ ਹੋ ਜਾਂਦਾ ਹੈ। ਜਦੋਂ ਅੰਦਰ ਅਸਲੀਅਤ ਧਰਮ ਦੀ ਨਾ ਹੋਵੇ, ਉਦੋਂ ਫਿਰ ਮਨੁੱਖ ਆਪਣੇ ਆਪ ਨੂੰ ਬਾਹਰੋਂ ਜ਼ਿਆਦਾ ਲੀਪਾ ਪੋਤੀ ਕਰਦਾ ਹੈ। ਬੇਨਤੀ ਕਰ ਰਿਹਾ ਸਾਂ, ਨਮਸਤੰ ਧਰਮੰ, ਹੇ ਦੁਨਿਆਵੀ ਧਰਮਾਂ ਤੋਂ, ਦਿਖਾਵੇ ਦੇ ਧਰਮਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ, ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਨਾਮੰ, ਹੇ ਨਾਮਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ, ਆਪ ਜੀ ਨੂੰ ਨਮਸਕਾਰ ਹੈ ਜੀ। ਨਮਸਤੰ ਅਧਾਮੰ, ਹਾਂਜੀ ਹਾਂਜੀ। ਹੇ ਦੁਨਿਆਵੀ ਘਰਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ, ਆਪ ਜੀ ਨੂੰ ਨਮਸਕਾਰ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਇਹ ਧਾਰਮਿਕ ਕੇਂਦਰ ਉਹਦੇ ਆਪਣੇ ਵਿਸ਼ੇਸ਼ ਘਰ ਨੇ। ਪਰ ਜਿਨ੍ਹਾਂ ਘਰਾਂ ਨੂੰ ਅਸੀਂ ਆਪਣੇ ਘਰ ਸਮਝ ਲੀਤਾ ਹੈ, ਐਸਾ ਵੀ ਕਈ ਵਾਰੀ ਹੁੰਦਾ ਹੈ। ਬੇਨਤੀ ਕਰ ਰਿਹਾ ਸਾਂ, ਮੰਦਰ ਨੂੰ ਬ੍ਰਾਹਮਣ ਨੇ ਰਾਮ ਦਾ ਘਰ ਬਣਾਇਆ, ਪਰ ਕਹਿਣ ਲੱਗਾ ਹੁਣ ਮੇਰਾ, ਇੱਥੇ ਮੌਲਵੀ ਤੂੰ ਨਹੀਂ ਆ ਸਕਦਾ। ਤੇ ਦੂਸਰੇ ਪਾਸੇ ਮੌਲਵੀ ਨੇ ਕਾਬੇ ਨੂੰ, ਮਸਜਿਦ ਨੂੰ ਖੁਦਾ ਦਾ ਘਰ ਬਣਾਇਆ, ਤੇ ਉਹਨੇ ਕਿਹਾ ਐ ਪ੍ਰੋਹ ਤੂੰ ਨਹੀਂ ਆ ਸਕਦਾ, ਤੂੰ ਇੱਥੇ ਕਦਮ ਨਹੀਂ ਰੱਖਦਾ,
ਰੱਖ ਸਕਦਾ, ਤੂੰ ਦੂਰ ਦੂਰ ਰਹਿਣਾ। ਅੱਜ ਵੀ ਭਾਰਤ ਦੇ ਕਾਨੂੰਨ ਮੁਤਾਬਿਕ, ਲਾ ਮੁਤਾਬਿਕ ਹਰ ਕੀ ਪੌੜੀ ਤੋਂ ਤਕਰੀਬਨ 5 ਮਾਈਲ ਜਿੱਧਰ ਪਾਣੀ ਵਗਦਾ ਹੈ ਔਰ ਜਿਸ ਪਾਸਿਓਂ ਪਾਣੀ ਆਉਂਦਾ ਹੈ, 5-5 ਮਾਈਲ ਦਾ ਏਰੀਆ ਹਰ ਕੀ ਪੌੜੀ ਤੇ ਕੋਈ ਮੁਸਲਮਾਨ ਗੰਗਾ ਚੋਂ ਪਾਣੀ ਨਹੀਂ ਲੈ ਸਕਦਾ। ਅੱਜ ਵੀ ਪਾਬੰਦੀ, ਔਰ ਇਸ ਵਕਤ ਵੀ ਇਹ ਕਾਨੂੰਨ ਹੈ, ਲਾ ਹੈ, ਮਿਟਾਇਆ ਨਹੀਂ ਜਾਂਦਾ। ਤਾਂ ਬੇਨਤੀ ਕੀਤੀ ਜਾ ਰਹੀ ਸੀ, ਮਨੁੱਖ ਨੇ ਰੱਬ ਦੇ ਘਰ ਬਣਾ ਕੇ ਵੀ ਸਮਝ ਲਿਆ ਕਿ ਮੇਰੇ ਘਰ ਨੇ ਇਹ, ਤਾਈਓ ਦੂਸਰਾ ਕਦਮ ਨਹੀਂ ਰੱਖ ਸਕਦਾ, ਆ ਨਹੀਂ ਸਕਦਾ। ਪਰ ਕਿਤਨਾ ਗੁਰੂ ਨਾਨਕ ਦਾ ਘਰ, ਉਹਨਾਂ ਦਾ ਵਿਚਾਰ, ਉਹਨਾਂ ਦਾ ਦਰਸ਼ ਕਿਤਨਾ ਉੱਚਾ ਹੈ, ਜਿਸ ਦੀ ਵਜ਼ਾਹਤ ਤੇ ਵਿਆਖਿਆ ਭਾਈ ਨੰਦ ਲਾਲ ਜੀ ਕਰਦਿਆਂ ਕਹਿੰਦੇ ਨੇ, ਨਾ ਗੋਇਮ ਤੋ ਕੇ ਸੂਏ दैर या हरम मेराओ बाहर तरफ के रवि जान बे खुदा में बाश। ਭਾਈ ਨੰਦ ਲਾਲ ਜੀ, ਮੈਂ ਨਹੀਂ ਤੈਨੂੰ ਕਹਿੰਦਾ ਤੂੰ ਮੰਦਰ ਵੱਲ ਜਾ ਤੇ ਮਸਜਿਦ ਵੱਲ ਨਾ ਜਾ, ਜਾਂ ਮਸਜਿਦ ਵੱਲ ਜਾ ਤੇ ਮੰਦਰ ਨਾ ਜਾ। ਮੈਂ ਤੇ ਇੱਕੋ ਗੱਲ ਕਹਾਂਗਾ, ਤੂੰ ਜਾ ਜਿਸ ਪਾਸੇ ਵੀ ਜਾਣਾ ਹੈ ਬੇਸ਼ੱਕ ਜਾ, ਪਰ ਤੇਰਾ ਮੱਥਾ ਤੇ ਤੇਰਾ ਮੂੰਹ ਖੁਦਾ ਦੇ ਘਰ ਵੱਲ ਹੋਵੇ, ਤੇਰਾ ਮਸਤਕ ਗੁਰੂ ਵੱਲ ਹੋਵੇ, ਤੇਰਾ ਮੱਥਾ ਰੱਬ ਦੇ ਘਰ ਵੱਲ ਹੋਵੇ। ਨਮਸਤੰ ਅਤਾਮੰ। ਹੇਕ ਦੁਨਿਆਵੀ ਘਰਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ, ਇਹ ਸਾਰਾ ਖੰਡ ਬ੍ਰਹਿਮੰਡ ਘਰਾਂ ਦੇ ਮਾਲਕ, ਤੈਨੂੰ ਨਮਸਕਾਰ ਹੈ। ਨਮਸਤੰ ਅਜੀਤੇ। ਹੇ ਅਜਿਤ ਅਕਾਲ ਪੁਰਖ ਵਾਹਿਗੁਰੂ ਜੀ, ਤੈਨੂੰ ਨਮਸਕਾਰ ਹੈ। ਅਪੀਤ ਨਮਸਤੰ ਅਪੀਤੇ। ਅਪੀਤ ਦੀਵਾਰ ਸਰੀਰ, ਸਰੀਰਾਂ ਰੂਪ ਦੀਵਾਰ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ, ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਵਾਹੇ। ਹਾਂ, ਹੇ ਅਕਾਲ ਪੁਰਖ ਵਾਹਿਗੁਰੂ, ਸਭ ਦੀਆਂ ਸਵਾਰੀਆਂ ਨੇ ਵੱਖਰੀਆਂ ਵੱਖਰੀਆਂ। ਕਿ ਵਿਸ਼ਨੂੰ ਭਗਵਾਨ ਗਰੜ ਜੀ ਕੀ ਸਵਾਰੀ ਕਰਦਾ, ਬੜਾ ਮੌਜ ਹੈ। ਨਾ ਪਾਸਪੋਰਟ ਬਣਾਉਣ ਦੀ ਜ਼ਰੂਰਤ ਉਹਨਾਂ ਨੂੰ, ਨਾ ਟਿਕਟ ਲੈਣ ਦੀ, ਨਾ ਵੇਟ ਕਰਨ ਦੀ ਜ਼ਰੂਰਤ ਹੈ। ਗਰੜ ਦੇ ਉੱਪਰ ਜਿੱਧਰ ਜੜਦੇ ਨੇ ਆ ਜਾਂਦੇ ਨੇ। ਭਗਤ ਨਾਮਦੇਵ ਜੀ ਕਹਿੰਦੇ ਨੇ, ਆਪਣੇ ਭਗਤ ਪਰ ਕੀ ਪ੍ਰਤਪਾਲ, ਗਰੜ ਚੜੇ ਆਏ ਗੋਪਾਲ। ਭੈਰਵ ਨਾਮਦੇਵ ਜੀ, ਭਗਵਾਨ ਵਿਸ਼ਨੂੰ ਗਰੜ ਦੀ ਅਸਵਾਰੀ ਕਰਦੇ ਹਨ। ਔਰ ਸੂਰਜ ਦਾ ਰਥ ਜਿਹੜਾ ਹੈ ਉਹ ਘੋੜੇ ਚਲਾਉਂਦੇ ਨੇ। ਅਰਜਨ ਦਾ ਰਥ ਭਗਵਾਨ ਕ੍ਰਿਸ਼ਨ ਜੀ ਆਪ ਚਲਾਉਂਦੇ ਨੇ ਔਰ ਅੱਗੇ ਘੋੜੇ ਲੱਗੇ ਹੋਏ ਨੇ। ਸਵਰਗਾਂ ਦਾ ਰਾਜਾ ਇੰਦਰ ਜਿਹੜਾ ਹੈ ਉਹ ਐਰਾਪਤ ਹਾਥੀ, ਸਫੇਦ ਹਾਥੀ ਉੱਪਰ ਅਸਵਾਰ ਕਰਦਾ ਹੈ। ਵਸ਼ੇਰਾ ਵਿਚਾਰਾ ਗਣੇਸ਼ ਚੂਹੇ ਦੀ ਅਸਵਾਰੀ ਹੈ, ਅਸਵਾਰੀ ਹੈ, ਵਾਹਨ ਉਹਦੀ ਚੂਹੇ ਦੀ ਦਾ ਵਾਹਨ ਹੈ, ਚੂਹੇ ਦੀ ਅਸਵਾਰੀ ਹੈ। ਹਾਂ, ਕਹਿੰਦੇ ਨੇ ਇੱਕ ਦੇਵੀ ਸ਼ੇਰ ਦੀ ਅਸਵਾਰੀ, ਉਹਦਾ ਸ਼ੇਰ ਵਾਹਨ ਹੈ। ਹਰ ਸ਼ਨੀਚਰਵਾਰ ਨੂੰ ਜਿਸ ਦੇਵੀ ਨੂੰ ਚਣਿਆਂ ਦਾ ਪ੍ਰਸ਼ਾਦ ਬਣਾ ਕੇ ਲੋਕ ਭੇਟ ਕਰਦੇ ਨੇ, ਉਹ ਗਧੇ ਉੱਪਰ ਅਸਵਾਰੀ ਕਰਦੀ ਹੈ। ਭੈਰਵ ਪੂਤ ਸੀਤਲਾ ਥਾਵੇ, ਖਰ ਬਾਹਨ ਉਹ ਛਾਰ ਉਡਾਵੇ। ਹੋ ਤੋ ਏਕ ਰਮਈਆ ਲੈ ਹੋ, ਆਨ ਦੇਵ ਬਦਲਾਵ ਨੇ ਦੇ ਹੋ। ਗੋਂਡ ਨਾਮਦੇਵ ਜੀ, ਇਹ ਵੱਖਰੀਆਂ ਸੀਤਲਾ ਦੀ ਸਵਾਰੀ ਗਧਾ ਹੈ, ਤੇ ਉਹਦੇ ਸੀਤਲਾ ਦੇ ਜਿਹੜੇ ਭਗਤ ਨੇ ਉਹ ਆਪਣੀ ਦੇਵੀ ਦੀ ਖੁਸ਼ੀ ਵਾਸਤੇ ਉਹਦੀ ਸਵਾਰੀ ਨੂੰ ਹਰ ਸ਼ਨੀਚਰਵਾਰ ਨੂੰ ਚਣੇ ਛਕਾਉਂਦੇ ਸਨ, ਛੋਲੇ ਖਵਾਉਂਦੇ ਸਨ, ਉਬਾਲ ਕੇ ਘੁੰਗਣੀਆਂ ਉਹਨੂੰ ਖਵਾਉਣੀਆਂ। ਮਗਰ ਹੁਣ ਤਾਂ ਆਮ ਗੁਰਦੁਆਰਿਆਂ ਵਿੱਚ ਇੱਥੇ ਤਾਂ ਨਹੀਂ ਕਿਤੇ ਦੇਖਣ ਦਾ ਮੌਕਾ ਮਿਲਿਆ, ਉੱਥੇ ਆਪਣੇ ਦਿੱਲੀ ਤਾਂ ਅਜਬ ਲੀਲਾ ਹੁੰਦੀ ਏ। ਤੇ ਹੁਣ ਆਮ ਅਸਥਾਨਾਂ ਤੇ ਗੁਰਦੁਆਰੇ ਸਾਹਿਬਾਨਾਂ ਵਿੱਚ ਇਸ ਪ੍ਰਸ਼ਾਦ ਤੋਂ ਲੋਕਾਂ ਨੂੰ ਰੋਕਿਆ ਗਿਆ ਵੀ ਜਿੰਨੇ ਪ੍ਰਸ਼ਾਦ ਬਣਾਉਣਾ ਕੜਾ ਪ੍ਰਸ਼ਾਦ ਬਣਾ ਕੇ ਲਿਆਓ, ਲੰਗਰ ਤਿਆਰ ਕਰਕੇ ਲਿਆਓ, ਇਹਦੇ ਲਈ ਮੁਸ਼ਕਲਾਂ ਹੁੰਦੀਆਂ ਹਨ। ਹੇ ਅਕਾਲ ਪੁਰਖ ਵਾਹਿਗੁਰੂ, ਤਮਾਮ ਦੇਵੀਆਂ ਦੇਵਤੇ ਵੱਖਰੀਆਂ ਵੱਖਰੀਆਂ ਸਵਾਰੀਆਂ ਵਾਲੇ ਨੇ, ਪਰ ਨਮਸਤੰ ਅਬਾਹੇ, ਵਾਹਨਾਂ ਤੋਂ ਰਹਿਤ। ਜਿੱਥੇ ਕੋਈ ਚਿਤਵਨੀ ਨਾਲ ਯਾਦ ਕਰੇ ਉਥੇ ਇਹਨਾਂ ਸਵਾਰੀਆਂ ਨਾਲ ਨਹੀਂ ਪਹੁੰਚਿਆ ਜਾ ਸਕਦਾ। ਤੇਰੀ ਅਸਵਾਰੀ ਹੈ ਸ਼ਬਦ ਤੇ ਸੁਰਤ ਦੀ, ਪਿਆਲਾ ਖੋ ਸ੍ਰੀ ਵਾਹਿਗੁਰੂ। ਤੇਰੀ ਅਸਵਾਰੀ ਤਾਂ ਸ਼ਬਦ ਸੁਰਤ ਦੀ ਹੈ। ਕਹਿਣ ਲੱਗੇ ਮਰਦਾਨਿਆਂ, ਬੇਬੇ ਜੀ ਨੇ ਯਾਦ ਕੀਤਾ। ਆਖੀ ਜੀ ਬੇਬੇ ਜੀ ਤਾਂ ਯਾਦ ਕਰਨਗੇ, ਬੇਬੇ ਜੀ ਬੜਾ ਯਾਦ ਕਰਦੇ ਨੇ ਜੀ। ਮੈਂ ਵੀ ਬੇਬੇ ਜੀ ਨੂੰ ਬੜਾ ਯਾਦ ਕਰਦਾ, ਬੜੇ ਚੰਗੇ ਸਨ ਬੇਬੇ ਜੀ। ਆ ਭੈਣਾਂ ਤੇ ਭਰਾਵਾਂ ਦਾ ਰਿਸ਼ਤਾ ਜੋ ਦੁਨਿਆਵੀ ਚੀਜ਼ਾਂ ਵਿੱਚ ਉਲਝ ਕੇ ਇੱਕ ਦਿਖਾਵਟ ਰਹਿ ਗਈ ਹੈ। ਸਾਲ ਪਰ ਸਾਡਾ ਤਾਂ ਰੱਖੜੀ ਨਾਲ ਕੋਈ ਤੁਲਕ ਨਹੀਂ, ਕੋਈ ਸਬੰਧ ਨਹੀਂ। ਸਾਡੀ ਰਾਖੀ ਤਾਂ ਆਹ ਹੈ ਜੋ ਦਸ਼ਮੇਸ਼ ਪਿਤਾ ਜੀ ਨੇ ਕੜਾ ਬਖਸ਼ਿਆ। ਪਰ ਬੱਚੀਆਂ ਕਰਨਗੀਆਂ ਹੁਣ ਤਿਆਰੀਆਂ।
ਹੈ ਮਠਿਆਈ ਦਾ ਡੱਬਾ ਨਾਲ ਉਹ ਤਾਗੇ ਛਾਗੇ ਲੈ ਜਾਣਗੀਆਂ। ਜਿੰਨਾ ਖਰਚ ਕੀਤਾ ਹੈ, ਜੇ ਤੇ ਉਸ ਤੋਂ ਡਬਲ ਜਾਂ 3 ਗੁਣਾ ਜ਼ਿਆਦਾ ਮਿਲ ਗਿਆ ਤਾਂ ਖੁਸ਼ੀ ਖੁਸ਼ੀ ਘਰ ਆਉਣਾ ਹੈ, ਤੇ ਜੇ ਘੱਟ ਮਿਲਿਆ ਤੇ ਕਹਿਣਾ ਮੇਰਾ ਤਾਂ ਖਰਚਾ ਵੀ ਪੂਰਾ ਨਾ ਹੋਇਆ, ਜਾਬ ਵੀ ਛੱਡੀ, ਅੱਜ ਕੰਮ ਵੀ ਗਿਆ ਤਾਂ ਮਿਲਿਆ ਕੁਛ ਨਹੀਂ। ਇਹ ਹੈ ਪਵਿੱਤਰ ਰਿਸ਼ਤੇ, ਪਿਆਰ ਦੇ ਰਿਸ਼ਤੇ। ਪਰ ਇਹਨਾਂ ਵਿੱਚ ਵੀ ਦੁਨਿਆਵੀ ਚੀਜ਼ਾਂ ਆਉਂਦੀਆਂ ਜਾ ਰਹੀਆਂ ਨੇ, ਬਨਾਵਟ ਆਉਂਦੀ ਜਾ ਰਹੀ ਹੈ, ਦਿਖਾਵਟ ਆਉਂਦੀ ਜਾਂਦੀ ਹੈ। ਜੀ ਬੇਬੇ ਜੀ ਬਹੁਤ ਚੰਗੇ ਸਨ, ਤੁਸੀਂ ਪੁੱਛਦੇ ਸੀ ਭਾਵੇਂ ਨਹੀਂ ਸੀ ਪੁੱਛਦੇ, ਪਰ ਜਦੋਂ ਮੈਨੂੰ ਭੁੱਖ ਲੱਗਦੀ ਸੀ ਮੈਂ ਤੇ ਬੇਬੇ ਜੀ ਦੇ ਕੋਲ ਘਰ ਜਾ ਕੇ ਪ੍ਰਸ਼ਾਦ ਛਕ ਆਉਂਦਾ ਸਾਂ, ਤੇ ਮੇਰੀ ਛੋਟੀ ਮੋਟੀ ਜੋ ਜ਼ਰੂਰਤ ਹੁੰਦੀ ਸੀ ਉਹ ਵੀ ਉਹ ਪੂਰੀ ਕਰ ਦਿਆ ਕਰਦੇ ਸਨ। ਤੇ ਜਦੋਂ ਤੁਸਾਂ ਰਬਾਬ ਦੀ ਗੱਲ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ, ਮਰਦਾਨਿਆ ਇੱਕ ਰਬਾਬ ਦੀ ਕੀ ਗੱਲ ਕਰਦਾ ਹੈ, ਜਿਹੋ ਜਿਹਾ ਰਬਾਬ ਚਾਹੁੰਦੇ ਨੇ ਜੇ ਮਿਲ ਜਾਵੇ ਤੇ 100 ਰਬਾਬ ਵੀ ਲੈ ਕੇ ਦੇਵਾਂ, ਪਰ ਮੇਰਾ ਵੀਰ ਮੇਰੀਆਂ ਅੱਖਾਂ ਤੋਂ ਓਲੇ ਨਾ ਹੋ ਜਾਵੇ, ਮੇਰੇ ਤੋਂ ਦੂਰ ਨਾ ਜਾਵੇ। ਜੀ ਬੇਬੇ ਜੀ ਬਹੁਤ ਚੰਗੇ ਸਨ, ਜ਼ਰੂਰ ਯਾਦ ਕਰਦੇ ਹੋਣਗੇ। ਹਜ਼ੂਰ ਕਹਿਣ ਲੱਗੇ ਅੱਜ ਬਹੁਤ ਯਾਦ ਕਰਦੇ ਨੇ। ਜੀ ਕਿਸ ਤਰ੍ਹਾਂ? ਅਖੇ ਪ੍ਰਸ਼ਾਦਾ ਬਣਾ ਕੇ ਰੱਖੀ ਬੈਠੇ ਨੇ, ਵੀ ਆ ਕੇ ਪ੍ਰਸ਼ਾਦਾ ਛਕੋ। ਹਜ਼ੂਰ ਫੇਰ ਚੱਲੋ ਚੱਲੀਏ, ਚੱਲ ਵੀ ਪਵਾਂਗੇ, ਜਲਦੀ ਵੀ ਕਰਾਂਗੇ ਤਾਂ ਕਿਤਨਾ ਵਕਤ ਲੱਗੇਗਾ। ਬੇਬੇ ਜੀ ਉਦੋਂ ਤੱਕ ਬੈਠੇ ਹੀ ਰਹਿਣਗੇ। ਹਜ਼ੂਰ ਕਹਿਣ ਲੱਗੇ ਤੇਰੇ ਮਨ ਵਿੱਚ ਵੀ ਬੇਬੇ ਜੀ ਪ੍ਰਤੀ ਪਿਆਰ ਹੈ? ਕਹਿਣ ਲੱਗੇ ਜੀ ਇੱਕ ਪਿਆਰ ਤੁਸੀਂ ਮੇਰੀ ਮੰਨਦੇ ਤਾਂ ਮੈਂ ਤਾਂ ਬੇਬੇ ਜੀ ਦੇ ਪਾਸ ਹੀ ਤੁਹਾਨੂੰ ਰੱਖਣਾ ਸੀ, ਇਧਰ ਆਣ ਹੀ ਨਹੀਂ ਸੀ ਦੇਣਾ। ਹਜ਼ੂਰ ਕਹਿਣ ਲੱਗੇ ਅੱਛਾ ਚੱਲ, ਅਸਾਂ ਬੇਬੇ ਜੀ ਨੂੰ ਇੱਕ ਵਾਅਦਾ ਦਿੱਤਾ ਹੋਇਆ ਹੈ ਤੇ ਉਸ ਵਾਅਦੇ ਤੇ ਅਮਲ ਕਰਨਾ ਹੈ। ਅੱਖਾਂ ਮੀਟੋ ਤੇ ਜਪੋ ਸਤ ਕਰਤਾਰ ਸਤ ਕਰਤਾਰ। ਜਦੋਂ ਨੇਤਰ ਬੰਦ ਕੀਤੇ ਔਰ ਉਹ ਦੁਨਿਆਵੀ ਅਸਵਾਰੀਆਂ ਦੀ ਬਜਾਏ ਸ਼ਬਦ ਤੇ ਸੁਰਤੀ ਦੀ ਅਸਵਾਰੀ ਦੇ ਮਾਲਕ ਨੇ ਜਦੋਂ ਸਤ ਕਰਤਾਰ ਕਹਿ ਕੇ ਮਰਦਾਨੇ ਨੂੰ ਕਿਹਾ ਅੱਖਾਂ ਖੋਲ ਭਾਈ, ਤਾਂ ਸੁਲਤਾਨਪੁਰ ਦੀਆਂ ਗਲੀਆਂ ਬੇਬੇ ਦੇ ਘਰ ਵਿੱਚ ਵੱਲ ਜਾ ਰਹੇ ਨੇ। ਪਿਆਲਾ ਖੋਲ ਸੁਰਤੀ ਕੈ ਮਾਰਗ ਚੱਲ ਕੈ, ਉਲਟੀ ਨਦਰ ਪ੍ਰਗਾਸੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰਹੀ ਕੌਣ ਉਦਾਸੀ। ਪ੍ਰਭਾਤੀ ਮਹੱਲਾ ਪਹਿਲਾ। ਇਹ ਦੁਨਿਆਵੀ ਅਸਵਾਰੀਆਂ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ। ਨਵਸਤੰ ਅਟਾਹੇ, ਜਾਣ ਤੋਂ ਰਹਿਤ ਨਾਸ਼ ਕਰਨ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਵਸਤੰ ਅਨੀਲੇ, ਨੀਲੇ ਨੀਲ ਕਹਿੰਦੇ ਨੇ ਜ਼ੋਰ ਦੀ ਕਿਸੇ ਛੋਟੇ ਜਿਹੇ ਬੱਚੇ ਨੂੰ ਥੱਪੜ ਮਾਰ ਦਿਓ ਤੇ ਬਾਅਦ ਵਿੱਚ ਕੀ ਹੋਵੇਗਾ? ਤੁਸੀਂ ਕਹੋਗੇ ਨੀਲ ਪੈ ਗਿਆ। ਮਾਂ ਆਪਣੇ ਪਤੀ ਨੂੰ ਹੀ ਕਹੇਗੀ ਤੁਸਾਂ ਅੱਛਾ ਨਹੀਂ ਕੀਤਾ, ਮੇਰੇ ਪੁੱਤਰ ਦੇ ਮੂੰਹ ਤੇ ਜ਼ੋਰ ਦੀ ਥੱਪੜ ਮਾਰ ਕੇ ਨੀਲ ਪਾ ਦਿੱਤਾ ਨੇ, ਇਹ ਮੁਨਾਸਬ ਨਹੀਂ। ਮਹਾਕਵੀ ਜੀ ਨੇ ਲਿਖਿਆ ਹੈ ਜਦੋਂ ਬਾਬਾ ਕਾਲੂ ਜੀ ਨੇ ਹਜ਼ੂਰ ਦੇ ਚਿਹਰੇ ਤੇ 2 ਥੱਪੜ ਲਗਾ ਦਿੱਤੇ, ਥੋੜੀ ਦੇਰ ਬਾਅਦ ਮਹਾਕਵੀ ਜੀ ਲਿਖਦੇ ਨੇ ਇੰਜ ਉਭਰੇ ਜਿਵੇਂ ਚੰਦ ਵਰਗੇ ਮੁਖੜੇ ਤੇ ਉਹ ਕਾਲਾ ਕਾਲਾ ਇੱਕ ਧੱਬਾ ਜਿਹਾ ਵਿਖਾਈ ਦਿੰਦਾ ਹੈ, ਇਵੇਂ ਨਜ਼ਰ ਆਵੇ ਜਿਵੇਂ ਚੰਦਰਮਾ ਦੇ ਉੱਪਰ ਉਹ ਧੱਬਾ ਜਿਹਾ ਲੱਗਾ ਹੋਇਆ ਹੈ। ਅਨੀਲੇ ਨੀਲ ਯਾਨੀ ਕਲੰਕ। ਹੇ ਕਲੰਕਾਂ ਤੋਂ ਰਹਿਤ। ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ। ਨਮਸਤੰ ਅਨੀਲੇ। ਦੋਖਾਂ ਤੋਂ ਕਲੰਕਾਂ ਤੋਂ ਆ ਰਹਿਤ ਅਕਾਲ ਪੁਰਖ ਵਾਹਿਗੁਰੂ ਤੈਨੂੰ ਨਮਸਕਾਰ ਹੈ। ਨਵਸਤੰ ਅਨਾਦੇ, ਆ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਵਸਤੰ ਅਛੇਦੇ, ਛੇਦ ਕਹਿੰਦੇ ਨੇ ਕੱਟਣ ਨੂੰ, ਅਖੇ ਕੰਨ ਛਿਦਾ ਦਿਓ। ਕੰਨ ਕਿਹਾ ਅੱਜ ਕੱਲ੍ਹ ਤਾਂ ਨੱਕ ਵੀ ਛਿਦਵਾਉਣ ਦਾ ਚੱਲ ਪਿਆ ਹੈ। ਇੱਥੇ ਮੈਂ ਜਦੋਂ ਪਹਿਲੀ ਵਾਰੀ ਆਇਆ ਤਾਂ ਕੁਝ ਨੌਜਵਾਨਾਂ ਬੱਚਿਆਂ ਨੂੰ ਜਦੋਂ ਦੇਖਿਆ ਕੰਨ ਉਹਨਾਂ ਦੇ ਛੇਦੇ ਹੋਏ ਵਿੰਨੇ ਤੇ ਉਹ ਪਾਈਆਂ ਕੰਨਾਂ ਵਿੱਚੋਂ ਕੁਝ ਸੋਨੇ ਦੇ ਜ਼ੇਵਰ ਵੀ ਪਏ ਹੋਏ। ਮੈਂ ਕਿਸੇ ਨੂੰ ਪੁੱਛਿਆ ਵੀ ਇਹ ਲੋਕ ਤਾਂ ਜ਼ੇਵਰ ਸ਼ੇਵਰ ਪਾਉਂਦੇ ਨੇ, ਇਹ ਕੀ ਗੱਲ ਹੈ? ਕਹਿਣ ਲੱਗੇ ਜੀ ਬਸ ਜਿਸ ਮੁੰਡੇ ਦੇ ਕੰਨਾਂ ਵਿੱਚ ਇਹ ਨੱਤੀਆਂ ਦੇਖ ਲਓ ਨਾ, ਆਪਣੇ ਨੱਤੀਆਂ ਕਹਿੰਦੇ ਨੇ, ਜੇ ਸਖੇ ਮੁੰਡੇ ਦੇ ਕੰਨਾਂ ਵਿੱਚ ਨੱਤੀਆਂ ਦੇਖ ਲਵੋ ਸਮਝ ਲਓ ਵਿਗੜਿਆ ਹੋਇਆ। ਮੈਂ ਕਿਹਾ ਇਹਦਾ ਮਤਲਬ ਹੈ ਕਿ ਇੰਗਲੈਂਡ ਵਿੱਚ ਇਹ ਜਿਹੜੀਆਂ ਨੱਤੀਆਂ ਨੇ ਵਿਗੜਿਆਂ ਦੀਆਂ ਨਿਸ਼ਾਨੀਆਂ ਨੇ। ਆਖੇ ਹਾਂ ਬਿਲਕੁਲ, ਜਿਸ ਦੇ ਕੰਨਾਂ ਵਿੱਚ ਦੇਖੋਗੇ ਪਾਈਆਂ ਸਮਝ ਲਓ ਕਿ ਉਹ ਵਿਗੜਿਆ ਹੋਇਆ ਹੈ। ਮਾਂ ਤੋਂ ਵੀ ਗਿਆ, ਬਾਪ ਤੋਂ ਵੀ ਗਿਆ, ਭੈਣਾਂ ਤੋਂ ਵੀ ਗਿਆ, ਭਰਾ ਤੋਂ ਵੀ ਗਿਆ, ਪਤਨੀ ਤੋਂ ਵੀ ਗਿਆ, ਪਰ ਉਹ ਇਹ ਨਹੀਂ ਸਮਝਦਾ ਕਿ ਮੈਂ ਆਪਣੇ ਆਪ ਤੋਂ ਵੀ ਗਿਆ। ਕਿਉਂਕਿ ਜਿਹੜਾ ਮਾਤਾ ਪਿਤਾ ਤੋਂ, ਪਤਨੀ ਤੋਂ, ਪਰਿਵਾਰ ਤੋਂ ਚਲਿਆ ਜਾਵੇ ਸਮਝ ਲਓ ਕਿ ਉਹ ਆਪਣੇ ਆਪ ਤੋਂ ਵੀ ਗਿਆ ਕਿ ਗਿਆ। ਤਾਂ ਬੇਨਤੀ ਕਰ ਰਹੇ ਸਾਂ, ਇਹ ਅਕਾਲ ਪੁਰਖ ਵਾਹਿਗੁਰੂ ਅਛੇਦੇ ਕੱਟਣ ਤੋਂ ਰਹਿਤ ਹੈ, ਤੈਨੂੰ ਕੋਈ ਕੱਟ ਨਹੀਂ ਸਕਦਾ ਜੀ।
ਨਮਸਤੰ ਅਗਾਧੇ ਹਾਂ ਅਗਾਧੇ ਡੂੰਘਾ, ਡੂੰਘੇ ਤੋਂ ਡੂੰਘੇ ਅਕਾਲ ਪੁਰਖ ਵਾਹਿਗੁਰੂ ਬੇਹਾਤ ਬੇਅੰਦਾਜ਼ ਤੇ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਗੰਜੇ ਇਹ ਕੱਟਣ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਪੰਜੇ ਭੰਨਣ ਤੋਂ ਰਹਿਤ ਤੋੜਨ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਉਦਾਰੇ ਉਦਾਰ ਤੇਰੇ ਵਰਗਾ ਉਦਾਰ ਦਾਤਾ ਕੌਣ ਹੋ ਸਕਦਾ ਹੈ। ਨਮਸਤੰ ਹਾਂ ਉਦਾਰ ਸ੍ਰੇਸ਼ਟ ਦਾਤਾਰ ਉਦਾਰ ਉਚਿਤ ਦਾਰਿਦ ਹਰਨ ਪਿਖੰਤ ਹੈ ਕਲਮਲ ਤਰਸਨ ਸਦ ਰੰਗ ਸਹਿਜ ਗੁਣ ਉਚਰੈ ਜਸ ਜੰਪੋ ਲਹਿਣੇ ਰਸਨ ਸੋਈਏ ਮਹੱਲੇ ਦੂਜੇ ਕੇ ਉਦਾਰ ਇੱਕ ਮਨ ਪੁਰਖ ਧਿਆਏ ਬਰ ਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਸੋਈਏ ਮਹੱਲੇ ਪਹਿਲੇ ਕੇ ਉਦਾਰ ਦਾ ਅਰਥ ਹੈ ਅਕਰੀ ਅਰਥ ਮਹਾਪੁਰਸ਼ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਕਰਦੇ ਸਨ ਦਾਤਾ ਇਹਨਾਂ ਉਦਾਰ ਗੁਣ ਗਾਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾਨ ਅੰਗ ਜਾਪ ਸਾਹਿਬ ਜੋ ਆਵੇ ਜਿਹਦੇ ਦਰ ਤੋਂ ਖਾਲੀ ਨਾ ਜਾਵੇ ਉਸ ਨੂੰ ਉਦਾਰ ਆਖਿਆ ਜਾਂਦਾ ਹੈ ਜੀ ਫਲਾਣਾ ਬਹੁਤ ਦਾਤਾਰ ਉਦਾਰ ਹੈ ਉਦਾਰ ਉਚਿਤ ਉਦਾਰ ਚਿੱਤ ਵਾਲੇ ਨੇ ਜੋ ਸ਼ਰਨ ਵਿੱਚ ਆਉਂਦਾ ਹੈ ਕੋਈ ਖਾਲੀ ਨਹੀਂ ਜਾਂਦਾ। ਨਮਸਤੰ ਉਦਾਰੇ ਨਹੇ ਉਦਾਰ ਦਾਤਾਰ ਸੀਸ ਤੱਕ ਸਰਬੰਸ ਤੱਕ ਦੇਣ ਵਾਲੇ ਦਾਤਾਰ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਪਾਰੇ ਹੇ ਅਪਾਰ ਬੇਅੰਤ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਸੁ ਏਕੈ ਹਾਂ ਉਹ ਇੱਕ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੋ ਆਪ ਇੱਕ ਹੋ ਆਪ ਦੇ ਉਸ ਇੱਕ ਸਰੂਪ ਨੂੰ ਨਮਸਕਾਰ ਹੈ। ਨਮਸਤੰ ਅਨੇਕੈ ਹੇ ਅਨੇਕਾਂ ਰੂਪ ਧਾਰਨ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਅਨੇਕਾਂ ਰੂਪਾਂ ਨੂੰ ਧਾਰਨ ਕਰਨ ਵਾਲੇ ਅਨੇਕ ਰੂਪ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਪੂਤੇ ਆਪੂਤੇ ਪੰਜ ਤੱਤਾਂ ਤੋਂ ਸਰੀਰ ਬਣੇ ਨੇ ਪੰਜ ਤੱਤਾਂ ਦੀ ਰਚਨਾ ਤੋਂ ਰਹਿਤ ਸਰੀਰ ਵਾਲੇ ਅਕਾਲ ਪੁਰਖ ਵਾਹਿਗੁਰੂ ਜੀਓ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਜੂਪੇ ਆਜੂਪੇ ਪਾਂਡਵਾਂ ਨੇ ਜੂਏ ਵਿੱਚ ਸਾਰਾ ਕੁਝ ਹਾਰ ਦਿੱਤਾ ਜੂਏ ਆਦਿਕ ਤੋਂ ਰਹਿਤ ਜਾਨੀ ਹਾਰਨ ਤੋਂ ਰਹਿਤ ਮਹਾਨ ਕੁਸ਼ ਦੇ ਕਰਤਾ ਨੇ ਇਹਦਾ ਅਰਥ ਕੀਤਾ ਹੈ ਛਲਨ ਤੋਂ ਰਹਿਤ ਮਹਾਂਪੁਰਸ਼ ਕਰਦੇ ਸਨ ਜੂਏ ਤੋਂ ਰਹਿਤ। ਅਸੀਂ ਗੁਰਬਾਣੀ ਦੇ ਪਾਠ ਦਾ ਉਚਾਰਨ ਗੁਰਬਾਣੀ ਦੇ ਅਰਥਾਂ ਦੀ ਮਹਾਨਤਾ ਜੋ ਉਹਨਾਂ ਨੇ ਦਾਸ ਨੂੰ ਜਾਂ ਅਣਗਿਣਤ ਵਿਦਿਆਰਥੀਆਂ ਨੂੰ ਸਮਝਾਈਏ ਉਹਨਾਂ ਨੂੰ ਪ੍ਰਵਾਨ ਕਰਾਂਗੇ ਕਿਉਂਕਿ ਉਹਨਾਂ ਦੀ ਮਹਾਨਤਾ ਆਪਣੇ ਸਮੇਂ ਵਿੱਚ ਉਹਨਾਂ ਦੇ ਨਾਲ ਹੀ ਬਣ ਆਉਂਦੀ ਸੀ ਔਰ ਇਹ ਉਹ ਮਹਾਨਤਾ ਸੀ ਜਿਸ ਨੂੰ ਦਸ਼ਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਆਪਣੀ ਮੁਬਾਰਕ ਪਵਿੱਤਰ ਰਚਨਾ ਤੋਂ ਉਸ ਗੁਰਬਾਣੀ ਦੇ ਅਰਥ ਉਚਾਰਨ ਕਰਕੇ ਸੰਸਾਰ ਨੂੰ ਬਖਸ਼ਿਸ਼ ਕੀਤੇ। ਇਸ ਲਈ ਜੂਏ ਤੋਂ ਰਹਿਤ ਛਲਨ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਨਿਰਕਰਮੇ ਕਰਮਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਨਿਰਭਰਮੇ ਭਰਮ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਨਿਰਦੇਸੇ ਹਾਂ ਦੇਸਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਨਿਰਭੇਸੇ ਹਾਂ ਭੇਸਾਂ ਬਨਾਵਟਾਂ ਤੋਂ ਭੇਖਾਂ ਤੋਂ ਰਹਿਤ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਨਿਰਨਾਮੇ ਨਾਮਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਨਿਰਕਾਮੇ ਹਾਂ ਕਾਮਨਾਵਾਂ ਤੋਂ ਕਾਮਨਾਵਾਂ ਤੋਂ ਰਹਿਤ ਵਿਕਾਰਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਨਿਰਧਾਤੇ ਹਾਂ ਨਿਰਧਾਤੇ ਧਾਤੂਆਂ ਤੋਂ ਰਹਿਤ ਸਭ ਸਰੀਰ ਜਿਹੜੇ ਨੇ ਧਾਤਾਂ ਦੇ ਬਣੇ ਨੇ ਪੰਜ ਤੱਤ ਵੀ ਧਾਤ ਰੂਪ ਨੇ ਧਾਤੂਆਂ ਆਦਿਕਾਂ ਤੋਂ ਬਣਨ ਤੋਂ ਰਹਿਤ ਸਰੂਪ ਤੇ ਸਰੀਰ ਵਾਲੇ ਆਪ ਨੂੰ ਨਮਸਕਾਰ ਹੈ। ਹਾਂਜੀ ਨਮਸਤੰ ਨਿਰਘਾਤੇ ਨਾ ਘਾਤ ਕਹਿੰਦੇ ਨੇ ਘਾਤ ਕਰ ਦਿੱਤਾ ਨਾਸ਼ ਕਰ ਦਿੱਤਾ ਨਾਸ਼ ਕਰਨ ਤੋਂ ਰਹਿਤ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਨਿਰਧੂਤੇ ਨਮਸਤੰ ਨਿਰਧੂਤੇ ਕਿਉਂਕਿ ਜਿਵੇਂ ਅੱਗ ਵਿੱਚੋਂ ਧੂਆਂ ਨਿਕਲਦਾ ਹੈ ਕਹਿੰਦੇ ਨੇ ਕਿ ਇੱਥੇ ਤੇਲ ਸਾਫ਼ ਕਰੀ ਜਾਂਦੇ ਨੇ ਜਿਹਦੇ ਵਿੱਚੋਂ ਕਿ ਘੱਟ ਧੂਆਂ ਨਿਕਲੇ। ਨਮਸਤੰ ਨਿਰਧੂਤੇ ਧੂਤ ਕਹਿੰਦੇ ਨੇ ਫਲਾਣਾ ਤਾਂ ਧੂਤ ਹੈ ਮੂਰਖ ਹੈ ਮੂਰਖਤਾ ਆਦਿਕ ਤੋਂ ਰਹਿਤ ਧਾਨ ਤੋਂ ਰਹਿਤ ਅਕਾਲ ਪੁਰਖ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਇਸ ਦਾ ਅਰਥ ਕਰਦੇ ਸਨ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਅਗਿਆਨਤਾ ਮੂਰਖਤਾ ਭਰਮਤਾ ਦੀ ਦੇ ਧੂਏ ਤੋਂ ਰਹਿਤ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਜੀਓ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਆਪੂਤੇ ਅਚਰਜ ਸਰੂਪ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਲੋਕੇ ਅਲੋਕੇ ਲੋਕ ਕਹਿੰਦੇ ਨੇ ਦੇਖਣਾ ਅਲੋਕ
ਜਿਹੜਾ ਦੇਖਿਆ ਨਾ ਜਾਵੇ। ਦੇਖਣ ਜਾਣਨ ਤੋਂ ਰਹਿਤ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਿਵਾਸਤੰ ਅਸੋਕੇ ਹਾਂ, ਸਾਡਾ ਸਰੀਰ ਵੀ ਸੁੱਕਦਾ ਹੈ, ਕਈਆਂ ਬੱਚਿਆਂ ਨੂੰ ਸੋਕਾ ਹੋ ਜਾਂਦਾ ਹੈ, ਔਰ ਕਿਤਨੇ ਯਤਨਾਂ ਦੇ ਬਾਵਜੂਦ ਵੀ ਇਹ ਤਕਲੀਫ ਜਿਹੜੀ ਏ ਇਹ ਵੱਧਦੀ ਜਾਂਦੀ ਏ। ਇਹ ਸੁੱਕਣ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਿਵਾਸਤੰ ਨਿਰਤਾਪੇ ਤਿੰਨ ਤਾਪ ਆਦਿ ਵਿਆਧੀ ਉਪਾਧੀ ਤਿੰਨਾਂ ਤਾਪਾਂ ਤੋਂ ਰਹਿਤ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਿਵਾਸਤੰ ਅਥਾਪੇ ਜਿਵੇਂ ਮੰਦਿਰ ਬਣਾ ਕੇ ਉਹਦੇ ਵਿੱਚ ਪੱਥਰ ਦੀ ਮੂਰਤੀ ਸਥਾਪਨ ਕਰ ਦਿੰਦੇ ਨੇ। ਵਿਨੋਬਾ ਭਾਵੇ ਨੇ ਜੋ ਸ੍ਰੀ ਜਪਜੀ ਸਾਹਿਬ ਦਾ ਟੀਕਾ ਹਿੰਦੀ ਵਿੱਚ ਕੀਤਾ ਹੈ, ਬਹੁਤ ਸੁੰਦਰ ਵਿਆਖਿਆ ਕੀਤੀ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ। ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਪ੍ਰਸਿੱਧ ਟੀਕਾ ਗਰਭਗੰਜਨੀ ਤਕਰੀਬਨ ਅੱਜ ਤੋਂ 200 ਸਾਲ ਪਹਿਲਾਂ ਜੋ ਟੀਕਾ ਲਿਖਿਆ, ਉਸੇ ਦਾ ਹੀ ਭਾਸ਼ ਵਿਨੋਬਾ ਜੀ ਨੇ ਅੱਗੇ ਆਪਣੀ ਕਲਮ ਨਾਲ ਕਰ ਦਿੱਤਾ ਹੈ। ਮਹਾਕਵੀ ਜੀ ਨੇ ਵੀ ਕੀਤਾ ਹੈ ਕਿ ਉਹ ਐਸਾ ਨਹੀਂ ਪਾਰ ਬ੍ਰਹਮ ਪਰਮੇਸ਼ਵਰ ਕਿ ਕੋਈ ਤੁਸੀਂ ਧਾਰਮਿਕ ਸਥਾਨ ਬਣਾ ਕੇ ਉਹਦੀ ਮੂਰਤੀ ਸਥਾਪਨ ਕਰਦੇ ਹੋ, ਜਾਂ ਕੋਈ ਪੱਥਰ ਵੱਡਾ ਸਾਰਾ ਪਿਆ ਹੋਵੇ ਰਾਹ ਵਿੱਚ ਤੇ ਉਹਦੇ ਉੱਪਰ ਸੰਧੂਰ ਮਲਦੇ ਹੋ ਕਿ ਜੀ ਹਨੂਮਾਨ ਜੀ ਨੇ। ਹਨੂਮਾਨ ਜੀ ਇਹੋ ਜਿਹੇ ਨੇ। ਇੱਕ ਪਾਸੇ ਤੇ ਪੁਰਾਣਾ ਵਾਲੇ ਰਾਮਾਇਣ ਵਾਲੇ ਵਿਚਾਰਕ ਪੁਰੋਹਿਤ ਬ੍ਰਾਹਮਣ ਕਹਿੰਦੇ ਨੇ ਜੀ ਉਹ ਪਵਨ ਪੁੱਤ ਹੈ, ਪਵਨ ਸੂਤ ਹੈ, ਪਵਨ ਪੁੱਤਰ ਹੈ, ਤੇ ਕਦੇ ਹਵਾ ਨੂੰ ਪੱਥਰ ਦੇ ਰੂਪ ਵਿੱਚ ਆਪਨੇ ਦੇਖਿਆ ਹੈ। ਪਰ ਇਹ दिल के बहलाने के लिए गालिब ये ख्याल अच्छा है। मन नूं तसल्ली देण वास्ते जिथे पत्थर पिया होवे बस मल दिओ सिंदूर, बन गए हनुमान नहीं। हनुमान दी तां ओह शख्सियत है जिस ते रोम रोम विच राम जी दे नाम दा निवास है, जो राम जी दा हो चुका है, जो राम जी दे कदमां विच निवास प्राप्त करता है। फिर पढ़ना ਨਿਵਾਸਤੰ ਅਥਾਪੇ हाँ ओ थापे, ऐसा नहीं कि जिसनूं स्थापन कीता जावे, कोई मूर्ति होवे, कोई पत्थर होवे, किसी थां ते रखिया जावे, ऐसा नहीं। ਇਹ ਕਿਸੇ ਦੇ ਸਥਾਪਨ ਕੀਤੇ ਹੋਏ ਅਕਾਲ ਪੁਰਖ ਵਾਹਿਗੁਰੂ, ਕਿਸੇ ਦੀ ਸਥਾਪਨਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਆਪ ਦੀ ਹਰ ਸਰੀਰ ਵਿੱਚ ਸਥਾਪਨਾ ਹੈ, ਮਿੱਟੀ ਦੇ ਕਣ ਕਣ ਵਿੱਚ ਆਪ ਦੀ ਸਥਾਪਨਾ ਹੈ ਜੀ। ਨਿਵਾਸਤੰ ਤ੍ਰਿਮਾਨੇ ਹਾਂ, ਤਿੰਨਾਂ ਲੋਕਾਂ ਦੇ ਦੇਵਤੇ ਦੈਂਤ ਤੇ ਫਿਰ ਪਤਾਲ ਦੇ ਰਹਿਣ ਵਾਲੇ ਜਿਹੜੇ ਲੋਕ ਨੇ, ਤਿੰਨਾਂ ਲੋਕਾਂ ਦੇ ਮਾਨਿਕ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਿਵਾਸਤੰ ਨਿਧਾਨੇ ਸਾਰਿਆਂ ਖਜ਼ਾਨਿਆਂ ਦੇ ਰੂਪ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਹਾਂ, ਇੰਜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਦੇ ਇੱਕ ਇੱਕ ਨਾਮ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਣਾਮ ਕਰਦੇ ਨੇ। ਪਰ ਅਸੀਂ ਇਸ ਪਹਿਲੂ ਨੂੰ ਵੀ ਸੋਚਣਾ ਹੈ, ਕਿਉਂਕਿ ਇਹਨਾਂ ਮੁਲਕਾਂ ਵਿੱਚ ਕਈ ਲੋਕ ਐਤਵਾਰ ਨੂੰ ਹੀ ਮੱਥਾ ਟੇਕਣ ਆਉਂਦੇ ਨੇ, ਔਰ ਕਈ ਵਾਰੀ ਕੁਝ ਲੋਕ ਮਹੀਨੇ ਬਾਅਦ ਵੀ ਪਹੁੰਚਦੇ ਨੇ। ਪਰ ਹਜ਼ੂਰ ਇੱਕ ਇੱਕ ਨਾਮ ਦੁਆਰਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਕਰਦੇ ਨੇ, ਪ੍ਰਣਾਮ ਕਰਦੇ ਨੇ। ਔਰ ਮਾਲਕ ਦੇ ਸਨਮੁਖ ਜਮਨਾ ਨਦੀ ਦੇ ਕਿਨਾਰੇ ਪਾਵਟਾ ਸਾਹਿਬ ਦੀ ਪੁੰਨ ਭੂਮੀ ਤੇ ਵਿਰਾਜਮਾਨ ਹੋ ਕੇ ਸ਼ਿਸ਼ੋਭਤ ਹੋ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਇਹ ਜਾਪ ਉਚਾਰਨ ਕਰਦਿਆਂ ਹੋਇਆਂ, ਹਰ ਨਾਮ ਲੈਂਦਿਆਂ ਹੋਇਆਂ ਮਾਲਕ ਦੇ ਕਦਮਾਂ ਤੇ ਸਿਰ ਝੁਕਾਉਂਦੇ ਨੇ। ਆਈਏ ਅਸੀਂ ਸਾਰੇ ਵੀ ਬੇਨਤੀ ਕਰੀਏ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਕਾਰ ਕਰੀਏ, ਸਿਰ ਝੁਕਾ ਹੱਥ ਜੋੜ ਕੇ ਸਾਰੇ ਜਪੋ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਆਗਾਹੇ ਅੱਜ ਦੇ ਯੁੱਗ ਅੰਦਰ ਮਨੁੱਖ ਕੋਸ਼ਿਸ਼ ਕਰ ਰਿਹਾ ਹੈ, ਮਨੁੱਖ ਨੇ ਕੋਸ਼ਿਸ਼ ਕੀਤੀ ਏ ਸਾਗਰ ਦੇ ਤਲ ਨੂੰ, ਸਾਗਰ ਦੀ ਗਹਿਰਾਈ ਨੂੰ ਮਾਪਣ ਦਾ ਯਤਨ ਕੀਤਾ ਜਾ ਰਿਹਾ ਹੈ। ਕੁਝ ਦੇ ਲੋਕ ਕਹਿੰਦੇ ਵੀ ਹਨ 5 ਮਾਈਲ ਤੱਕ ਸਾਗਰਾਂ ਦੀ ਸਮੁੰਦਰਾਂ ਦੀ ਗਹਿਰਾਈ ਹੈ। ਇਹਨਾਂ ਲੋਕਾਂ ਨੇ, ਜਾਪਾਨ ਦੇ ਲੋਕਾਂ ਨੇ, ਅਮਰੀਕਨ ਕੈਨੇਡੀਅਨ ਲੋਕਾਂ ਨੇ ਇਸ ਦੀ ਗਹਿਰਾਈ ਨੂੰ ਮਾਪ ਕੇ ਇਹਨਾਂ ਦੇ ਵਿਚਕਾਰ ਪੁਲ ਵੀ ਬਣਾ ਦਿੱਤੇ ਨੇ। ਉੱਪਰੋਂ ਪਾਣੀ, ਨੀਚੇ ਪਾਣੀ, ਵਿਚਕਾਰ ਪੁਲ, ਐਸਾ ਵੀ ਸਿਸਟਮ ਚੱਲ ਰਿਹਾ ਹੈ। ਫਰਾਂਸ ਨੂੰ ਛੋਟਾ ਰਸਤਾ ਬਣਾਉਣ ਲਈ ਵੀ ਇਹੋ ਯਤਨ ਜਾਰੀ ਨੇ ਔਰ ਜਿਸ ਵਿੱਚ ਸਫਲ ਹੋ ਰਹੇ ਹਨ। ਹਾਂ, ਸਾਗਰਾਂ ਦੀਆਂ ਗਹਿਰਾਈਆਂ ਨੂੰ ਤੇ ਕੋਈ ਮਿਣ ਸਕਦਾ ਹੈ,
ਸਾਗਰ ਦੀਆਂ ਗਹਿਰਾਈਆਂ ਨੂੰ ਕੋਈ ਮਿਣ ਸਕਦਾ ਹੈ, ਮਾਪ ਸਕਦਾ ਹੈ, ਪਰ ਧਰਤੀ ਤੋਂ ਅਸੀਂ ਮਿਣਨ ਦੀ ਕੋਸ਼ਿਸ਼ ਕਰੀਏ ਆਸਮਾਨ ਨੂੰ, ਮਿਣਨਾ ਮੁਸ਼ਕਲ ਹੋਵੇਗਾ। ਹੋ ਸਕਦਾ ਹੈ ਕੋਈ ਮਨੁੱਖ ਆਸਮਾਨ ਦੀ ਦੂਰੀ ਲੰਬਾਈ ਨੂੰ ਵੀ ਮਿਣ ਦੇਵੇ, ਬੇਸ਼ੱਕ ਮਿਣ ਦੇਵੇ, ਪਰ ਨਮਸਤੰ ਆਗਾਹੇ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਤੇ ਡੂੰਘਾ ਹੈ। ਅਗਾਹੇ ਜਿਸ ਨੂੰ ਗਾਹਿਆ ਨਾ ਜਾਵੇ, ਜਿਸ ਦੀ ਡੂੰਘਾਈ ਨੂੰ ਮਾਪਿਆ ਨਾ ਜਾ ਸਕੇ। ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਦੀ ਮਹਿਮਾ ਕਰਦਿਆਂ ਹੋਇਆਂ ਭੱਟਾਂ ਨੇ ਤੇ ਜਿਸ ਵੇਲੇ ਵੇਈ ਨਦੀ ਵਿੱਚੋਂ ਬਾਹਰ ਆਏ, ਮਾਲਕ ਦਾ ਸੋਦਰ ਗਾ ਕੇ, ਮਾਲਕ ਨੇ ਜਦੋਂ ਬਖਸ਼ਿਸ਼ਾਂ ਕੀਤੀਆਂ, ਮਾਲਕ ਨੇ ਜਦੋਂ ਕੋਈ ਹੁਕਮ ਵਜਾਣ ਲਈ ਹੁਕਮ ਕੀਤਾ, ਤਾਂ ਉਸ ਵਕਤ ਬੇਬੇ ਜੀ ਪਾਸ ਜਾ ਬੈਠੇ ਤੇ ਬੇਬੇ ਜੀ ਨੇ ਉਹ ਸਵਾਲ ਪੁੱਛੇ ਜੋ ਕੋਈ ਧਾਰਮਿਕ ਲੋਕ, ਧਾਰਮਿਕ ਸ਼ਖਸੀਅਤ ਪੁੱਛਦੀ ਹੈ। ਦੁਨੀਆਦਾਰ ਮਿਲਾਂਗੇ ਤਾਂ ਦੁਨੀਆ ਦੀਆਂ ਗੱਲਾਂ ਸ਼ੁਰੂ ਹੋ ਜਾਣਗੀਆਂ। ਬਹੁਤ ਵਾਰੀ ਐਸਾ ਹੁੰਦਾ ਹੈ। ਸਤਿਗੁਰੂ ਜੀ ਨੇ ਹੁਕਮ ਕੀਤਾ ਸੀ, ਘਰ ਘਰ ਅੰਦਰ ਧਰਮਸਾਲ। ਭਾਈ ਗੁਰਦਾਸ ਜੀ, ਹਰ ਘਰ ਧਰਮਸ਼ਾਲਾ ਹੈ, ਹਰ ਘਰ ਗੁਰਦੁਆਰਾ ਹੈ। ਜਦੋਂ ਉੱਥੇ ਗੁਰੂ ਦੀਆਂ ਵਿਚਾਰਾਂ ਹੋਣਗੀਆਂ, ਗੁਰੂ ਦੇ ਬਚਨ ਹੋਣਗੇ, ਗੁਰੂ ਦੀ ਬਾਣੀ ਦਾ ਵਿਚਾਰ ਹੋਵੇਗਾ, ਹਰ ਘਰ ਧਰਮਸ਼ਾਲਾ ਹੈ, ਹਰ ਘਰ ਗੁਰਦੁਆਰਾ ਹੈ। ਪਰ ਪਤਾ ਹੈ ਅਸੀਂ ਕੀ ਕਰਨੇ ਆ? ਸਾਡੀ ਕੋਸ਼ਿਸ਼ ਕੀ ਹੈ? ਅਸੀਂ ਗੁਰੂ ਦੇ ਘਰ ਆ ਕੇ ਵੀ ਉਹਨੂੰ ਗੁਰਦੁਆਰੇ ਦੀ ਬਜਾਏ ਆਪਣਾ ਘਰ ਬਣਾਉਣਾ ਚਾਹੁੰਦੇ ਹਾਂ। ਜਦੋਂ ਅਸੀਂ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਵੀ ਬਾਤਾਂ ਕਰਦੇ ਹਾਂ, ਗੱਲਾਂ ਕਰਦੇ ਹਾਂ, ਤਾਂ ਉਹਦਾ ਮਤਲਬ ਇਹ ਹੁੰਦਾ ਹੈ ਕਿ ਇਹ ਗੁਰੂ ਦਾ ਘਰ ਕਿਸੇ ਤਰ੍ਹਾਂ ਸਾਡਾ ਘਰ ਬਣ ਜਾਵੇ। ਅਸੀਂ ਆਪਣੇ ਘਰ ਦੀਆਂ ਗੱਲਾਂ ਇੱਥੇ ਆ ਕੇ ਇਸੇ ਕਾਰਨ ਕਰਦੇ, ਵਰਨਾ ਇਹ ਗੱਲਾਂ ਤਾਂ ਭੁੱਲ ਜਾਣੀਆਂ ਚਾਹੀਦੀਆਂ ਸਨ। ਇਹਨਾਂ ਗੱਲਾਂ ਤੋਂ ਦੂਰ ਹੋ ਜਾਣਾ ਸੀ। ਪਰਸੋਂ ਬੀਬੀਆਂ ਦੁਪਹਿਰ ਦੇ ਸਮੇਂ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੀਆਂ ਸਨ। ਬੜਾ ਆਨੰਦ ਆ ਰਿਹਾ ਸੀ ਕਿ ਦੇਖੋ ਕਿਵੇਂ ਸਫਲਾ ਹੋ ਰਿਹਾ ਸਮਾਂ। ਇਹ ਵੀ ਸੰਤ ਜਨਾਂ ਦੀ, ਮਹਾਂਪੁਰਸ਼ਾਂ ਦੀ ਰੀਤੀ ਹੈ, ਵਡਿਆਈ ਹੈ ਬਾਬਾ ਜੀ ਨੇ ਕਿ ਚਲੋ ਜਦੋਂ ਕੋਈ ਆਵੇ ਗੁਰੂ ਦਾ ਜਸ ਸੁਣੇ, ਉਹਦੇ ਕੰਨਾਂ ਵਿੱਚ ਗੁਰਬਾਣੀ ਪਵੇ, ਪਹਿਰ ਮੂਰਤ ਪਲ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਜਿਹੜੀ ਹੈ, ਉਹ ਪਹਿਰਾਂ ਵਿੱਚ ਵੀ, ਪਲਾਂ ਪਲਾਂ ਵਿੱਚ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਦਾ ਗਾਇਨ ਕਰਨਾ ਹੈ। ਯਾਨੀ ਕੋਈ ਸਮਾਂ ਸਫਲ ਅਸਫਲ ਨਾ ਹੋਵੇ, ਹਰ ਸਮਾਂ ਸਫਲਾ ਹੋਵੇ, ਹਰ ਸਮਾਂ ਪ੍ਰਵਾਨ ਹੋਵੇ, ਇੱਕ ਛਿਨ ਵੀ ਜ਼ਾਇਆ ਨਾ ਜਾਵੇ। ਕਿਉਂਕਿ ਇਹ ਇੱਕ ਇੱਕ ਸਵਾਸ ਅਮੋਲਕ ਤੇਰਾ, ਲੱਖੀ ਨਾ ਹੱਥ ਆਵੇ। ਬਿਨਾ ਕਦਰ ਗਾਫਲਤਾ ਕਾਰਨ ਭਾ ਕੱਖੀ ਵਿਕ ਜਾਵੇ। ਦਮ ਦੀ ਦਮ ਹੀ ਕੀਮਤ ਜਾਣੋ, ਬਿਨ ਦਮ ਕੀਮਤ ਨਾਹੀ। ਪੂਰਨ ਜੋ ਸੱਚ ਕੱਚ ਭਾਵੇ, ਚੇ ਓੜਕ ਤੱਕ ਪਛਤਾਵੇ। ਇੱਕ ਇੱਕ ਸਵਾਸ ਅਮੋਲਕ ਹੈ, ਜਿਹੜਾ ਚਲਾ ਗਿਆ ਫਿਰ ਉਹ ਵਾਪਸ ਨਹੀਂ ਆਵੇਗਾ। ਕਿਤਨੀ ਅਸੀਂ ਕੋਸ਼ਿਸ਼ ਕਰੀਏ ਕੋਈ ਸਵਾਸ ਵਾਪਸ ਆ ਜਾਣ, ਦੁਨੀਆ ਦੀਆਂ ਸਾਰੀਆਂ ਫੌਜਾਂ ਸੂਰਜੇ ਦੇ ਸਾਹਮਣੇ ਖਲੋ ਜਾਣ ਤੇ ਉਹਨੂੰ ਰੋਕ ਲੈਣ, ਬਈ ਹੁਣ ਤੂੰ ਅਗਾਂਹ ਨਹੀਂ ਜਾਣਾ, ਰਾਤ ਪੈਣ ਵਾਲੀ ਏ, ਅੰਧੇਰਾ ਹੋਣ ਵਾਲਾ ਹੈ, ਤੂੰ ਇੱਥੇ ਰੁਕ ਜਾਓ, ਕਦੇ ਨਹੀਂ ਰੁਕੇਗਾ। ਕਿ ਉਹਦੇ ਪਿੱਛੇ ਬੜਾ ਵੱਡਾ ਹੁਕਮ ਹੈ, ਜਿਸਨੂੰ ਉਹ ਟਾਲਣ ਦੀ ਸਮਰੱਥਾ ਨਹੀਂ ਰੱਖਦਾ। ਹਰ ਸਵਾਸ ਜਿਹੜਾ ਗੁਜ਼ਰ ਗਿਆ ਫਿਰ ਉਹ ਕਦੇ ਵਾਪਸ ਨਹੀਂ ਆਵੇਗਾ। ਪਾਰ ਬ੍ਰਹਮ ਪਰਮੇਸ਼ਵਰ ਦੇ ਪਿਆਰੇ ਖੁਦ ਉਸ ਨੂੰ ਸੰਭਾਲਦੇ ਨੇ ਤੇ ਬਾਕੀ ਦੇ ਲੋਕਾਂ ਨੂੰ ਵੀ ਸੰਭਾਲਣ ਦੀ ਪ੍ਰੇਰਨਾ ਦਿੰਦੇ ਹਨ। ਕਿਰਸਾਨਾਂ ਦੇ ਜਦੋਂ ਖੇਤ ਪੱਕਦੇ ਨੇ ਤੇ ਉਸ ਵੇਲੇ ਉਹ ਆਪ ਵੀ ਕੋਸ਼ਿਸ਼ ਕਰਦੇ ਨੇ ਆਪਣੀ ਖੇਤੀ, ਆਪਣਾ ਅਨਾਜ ਸੰਭਾਲਿਆ ਜਾਵੇ। ਨਾਲ ਦੇ ਹਮਸਾਇਆਂ ਪੜੋਸੀਆਂ ਨੂੰ ਤੇ ਆਮ ਕਿਸਾਨਾਂ ਛੋਟਿਆਂ ਨੂੰ ਵੀ ਉਹ ਕਹਿੰਦੇ ਨੇ ਬਈ ਜਲਦੀ ਜਲਦੀ ਕਰੋ, ਕਿਤੇ ਬਰਸਾਤ ਨਾ ਆ ਜਾਵੇ। ਅੱਜ ਕੱਲ੍ਹ ਬਰਸਾਤ ਦਾ ਕੀ ਭਰੋਸਾ ਹੈ, ਕਿਉਂਕਿ ਸਮਾਂ ਤਬਦੀਲ ਹੁੰਦਾ ਜਾ ਰਿਹਾ ਹੈ। ਜੇ ਜਲਦੀ ਜਲਦੀ ਬਈ ਆਪਣਾ ਬੋਹਲ, ਆਪਣਾ ਅਨਾਜ ਸੰਭਾਲੋ, ਆਪਣੀਆਂ ਮੰਡਲੀਆਂ ਜਿਹੜੀਆਂ ਨੇ ਉਹਨਾਂ ਨੂੰ ਸੰਭਾਲੋ। ਸਾਲ ਭਰ ਦੀ ਕੀਤੀ ਹੋਈ ਮਿਹਨਤ ਹੈ। ਠੀਕ ਸਫਲ ਕਿਰਸਾਨਾਂ ਵਾਂਗ
ਪਾਰ ਬ੍ਰਹਮ ਪਰਮੇਸ਼ਵਰ ਦੇ ਪਿਆਰੇ ਵੀ, ਜਿਨ੍ਹਾਂ ਨੇ ਆਪਣੇ ਮਨ ਨੂੰ ਹਾਲੀ ਬਣਾਇਆ ਹੈ, ਜਿਨ੍ਹਾਂ ਨੇ ਭਗਤੀ ਦੀ ਕਿਰਸਾਨੀ ਖੇਤੀ ਕੀਤੀ ਹੈ, ਜਿਨ੍ਹਾਂ ਨੇ ਵੈਰਾਗ ਦੇ ਨਾਲ ਆਪਣੇ ਸਰੀਰ ਦੇ ਖੇਤ ਨੂੰ ਸਿੰਜਿਆ ਹੈ, ਔਰ ਜਿਨ੍ਹਾਂ ਕਿਸਾਨਾਂ ਨੇ ਇਸ ਸਰੀਰ ਦੀ ਧਰਤੀ ਦੇ ਅੰਦਰ ਨਾਮ ਦਾ ਬੀਜ ਬੀਜਿਆ ਹੈ, ਜਿਨ੍ਹਾਂ ਨੇ ਸੰਤੋਖ ਦਾ ਸੁਹਾਗਾ ਦਿੱਤਾ ਹੈ। ਦੁਨੀਆ ਦੌੜ ਰਹੀ ਹੈ, ਅਸੀਂ ਸਭ ਦੌੜ ਰਹੇ ਹਾਂ, ਪਰ ਉਹ ਕਿਸਾਨ ਸੰਤੋਖ ਦਾ ਸੁਹਾਗਾ ਫੇਰਦੇ ਨੇ, ਸੰਤੋਖ ਦਾ ਸੁਹਾਗਾ ਵਾਹੁੰਦੇ ਨੇ। ਪਹਿਰੇਦਾਰ ਵੀ ਉਹਨਾਂ ਨੇ ਬੈਠਾਲ ਦਿੱਤਾ ਹੈ, ਖੇਤ ਦੀ ਰਖਵਾਲੀ ਕਰਨ ਵਾਲਾ ਸਾਦਗੀ, ਗਰੀਬੀ, ਹਲੇਮੀ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ। ਸੋਰਠ ਮਹੱਲਾ ਪਹਿਲਾ। ਹਾਂ, ਲੋਕਾਂ ਨੂੰ ਵੀ ਕਹਿੰਦੇ ਨੇ ਬਈ ਖੇਤੀ ਸੰਭਾਲੋ, ਆਪਣੇ ਸਵਾਸ ਸੰਭਾਲੋ, ਆਪਣੀ ਮਿਹਨਤ ਜੋ ਤੁਹਾਡਾ ਇਹ ਬੋਹਲ ਹੈ, ਇਹ ਜੋ ਕਰਮਾਂ ਧਰਮਾਂ ਦੀਆਂ ਤੁਹਾਡੀਆਂ ਮੰਡਲੀਆਂ ਲੱਗੀਆਂ ਨੇ, ਇਹਨੂੰ ਸੰਭਾਲੋ, ਇਹ ਕਿਤੇ ਜਾਇਆ ਨਾ ਚਲਿਆ ਜਾਵੇ, ਕਿਤੇ ਇਹ ਨਿਸ਼ਫਲ ਨਾ ਹੋ ਜਾਵੇ, ਕਿਉਂਕਿ ਜਿਹੜਾ ਸਮਾਂ ਗੁਜ਼ਰ ਜਾਣਾ ਹੈ ਉਸਨੇ ਵਾਪਸ ਨਹੀਂ ਆਣਾ। ਤਾਂ ਬੇਬੇ ਜੀ ਪਾਸ ਬੈਠੇ ਹੋਏ ਸਨ ਤੇ ਪੁੱਛਿਆ ਉਹਨੇ ਬੇਬੇ ਜੀ ਨੇ ਕਿ ਉਹ ਕਿਤਨੇ ਕੁ ਵੱਡੇ ਸਨ ਤੁਹਾਡੇ ਸਾਹਿਬ, ਜਿਨ੍ਹਾਂ ਦੇ ਦਰ ਤੇ ਤੁਸੀਂ ਇਤਨੇ ਦਿਨ ਜਾ ਕੇ ਬੈਠੇ ਰਹੇ, ਤੇ ਪਿੱਛੋਂ ਸਾਰੇ ਲੋਕ ਬੇਚੈਨ ਹੋ ਗਏ, ਕੋਈ ਕੁਝ ਕਹਿ ਰਿਹਾ ਸੀ ਤੇ ਕੋਈ ਕੁਝ ਕਹਿ ਰਿਹਾ ਸੀ। ਇਹ ਵੀ ਘਬਰਾ ਗਏ ਸਨ, ਇਹ ਵੀ ਕਹਿ ਰਹੇ ਸਨ ਪਿਤਾ ਜੀ ਨੂੰ ਕੀ ਜਵਾਬ ਦੇਵਾਂਗਾ ਮੈਂ, ਮੰਮੀ ਜਾਂ ਮਾਤਾ ਜੀ ਨੂੰ ਕੀ ਜਵਾਬ ਦੇਵਾਂਗਾ ਜਦੋਂ ਇੱਥੇ ਆਣਗੇ, ਕਿ ਤੁਹਾਡੇ ਪਾਸ ਇਸ ਲਈ ਭੇਜਿਆ ਸੀ ਕਿ ਉਹ ਨਦੀ ਦੇ ਵਿੱਚ ਜਾ ਕੇ ਫਿਰ ਵਾਪਸ ਨਾ ਆਣ। ਸਭ ਘਬਰਾ ਗਏ ਸਨ। ਪਰ ਤੁਸੀਂ ਕਿੱਥੇ ਗਏ ਸੀ? ਬੇਬੇ ਸਾਹਿਬ ਜੀ ਦੇ ਪਾਸ। ਉਹ ਕਿੱਡੇ ਕੁ ਵੱਡੇ ਸਾਹਿਬ ਨੇ, ਕਿੱਡੇ ਕੁ ਮਹਾਨ ਹਨ, ਜਿਨ੍ਹਾਂ ਦੇ ਪਾਸ ਆਪ ਨੇ ਇਤਨਾ ਸਮਾਂ ਗੁਜ਼ਾਰ ਦਿੱਤਾ। ਤਾਂ ਗੁਰੂ ਪਰਮੇਸ਼ਵਰ ਜੀ ਨੇ ਫਰਮਾਇਆ ਸੀ, ਅਸੀਂ ਰੋਜ਼, ਕਿਉਂਕਿ ਬਾਬੇ ਨੇ ਜੋ ਸੋਦਰ ਗਾਵਿਆ ਹੈ, ਸੋਦਰ ਮਾਲਕ ਦੇ ਦਰ ਤੇ ਗਾਇਨ ਕੀਤਾ ਹੈ, ਦੂਸਰੇ ਹੀ ਸ਼ਬਦ ਅੰਦਰ ਬੇਬੇ ਜੀ ਦੁਆਰਾ ਸਾਰੇ ਸੰਸਾਰ ਨੂੰ ਦੱਸਿਆ ਕਿ ਉਹ ਸਾਹਿਬ ਇਹੋ ਜਿਹਾ ਹੈ। ਸਾਰੇ ਪੜੋ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨ ਜਾਣੇ ਤੇਰਾ, ਕੀਤਾ ਕੇਵਡ ਚੀਰਾ। ਆਸਾ ਮਹੱਲਾ ਪਹਿਲਾ। ਰਹਿਰਾਸ। ਅਗਾਹੇ ਕੌਣ ਜਾਣੇ ਤੇਰੀਆਂ ਗਹਿਰਾਈਆਂ ਨੂੰ, ਤੇ ਕੌਣ ਜਾਣੇ ਤੇਰੀਆਂ ਉਚਾਈਆਂ ਨੂੰ। ਨਾ ਤੇਰੀ ਗਹਿਰਾਈ ਨੂੰ, ਡੂੰਘਿਆਈ ਨੂੰ ਕੋਈ ਜਾਣਦਾ ਹੈ, ਨਾ ਤੇਰੀਆਂ ਕੋਈ ਉਚਾਈਆਂ ਨੂੰ ਹੀ ਮਾਪ ਸਕਦਾ ਹੈ। ਇਸ ਲਈ ਬਸ ਇੰਨਾ ਕਹਿਣਾ ਹੀ ਮੇਰੇ ਵਾਸਤੇ ਕਾਫੀ ਹੈ। ਨਮਸਤੰ ਅਗਾਹੇ, ਹੇ ਡੂੰਘੇ ਤੋਂ ਡੂੰਘੇ ਅਕਾਲ ਪੁਰਖ ਵਾਹਿਗੁਰੂ ਤੈਨੂੰ ਨਮਸਕਾਰ ਹੈ। ਨਮਸਤੰ ਅਗਾਹੇ, ਬਾਹੇ ਦਬਾਣਾ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਕਿਸੇ ਤੋਂ ਦਬਾਇਆ ਨਹੀਂ ਜਾਂਦਾ। ਹੇ ਦਬਾਨ ਤੋਂ ਰਹਿਤ ਸਰੀਰ, ਦੁਨਿਆਵੀ ਤਾਕਤ ਦੁਆਰਾ ਦਬਾਨ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਤ੍ਰਿਵਰਗੇ, ਨਮਸਤੰ ਤ੍ਰਿਵਰਗੇ ਸ਼ਬਦ ਤਾਂ ਇਤਨਾ ਹੀ ਹੈ, ਨਮਸਤੰ ਤ੍ਰਿਵਰਗੇ, ਪਰ ਵਿਦਵਾਨਾਂ ਨੇ ਕਿਤਨਾ ਕਿਤਨਾ ਕੁਝ ਬਿਆਨ ਕਰ ਦਿੱਤਾ ਹੈ। ਕੁਝ ਵਿਦਵਾਨ ਕਹਿੰਦੇ ਨੇ ਤੂੰ ਤ੍ਰਿਕੁਟੀ ਰੂਪ ਹੈ, ਤ੍ਰਿਕੁਟਾ ਰੂਪ ਹੈ, ਧਿਆਤਾ ਧਿਆਨ ਤੇ, ਗਿਆਤਾ ਗਿਆਨ ਗੇ, ਕਰਤਾ ਕਰਮ ਕਿਰਿਆ। ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਦੋਂ ਅਜਿਹੀ ਇਹਨਾਂ ਚੀਜ਼ਾਂ ਦੀ, ਇਹਨਾਂ ਸ਼ਬਦਾਂ ਦੀ ਵਿਆਖਿਆ ਕਰਦੇ ਸਨ ਤਾਂ ਉਹ ਸਿਰਫ ਉਹਨਾਂ ਨੂੰ ਬਾਣ ਆਉਂਦੀ ਸੀ। ਪਿਆਲਾ ਖੋ ਸ੍ਰੀ ਵਾਹਿਗੁਰੂ। ਉਹ ਉਹਨਾਂ ਨੂੰ ਬਾਣ ਆਉਂਦੀ ਸੀ, ਉਹਨਾਂ ਦੇ ਮੁਖ ਤੋਂ ਹੀ ਉਹ ਪਟੁਕਦੀ ਸੀ, ਉਹਨਾਂ ਨੂੰ ਹੀ ਬਾਣ ਆਉਂਦੀ ਸੀ। ਕਰਤਾ ਕਰਮ ਕਿਰਿਆ, ਲਫ਼ਜ਼ ਤਾਂ ਛੋਟੇ ਛੋਟੇ ਨੇ, ਕਰਤਾ ਕਰਮ
ਕਿਰਿਆ 9 ਅੱਖਰ। ਪਰ ਇਹਦਾ ਸਿਧਾਂਤ, ਇਹਦੀ ਫਿਲਾਸਫੀ ਬਹੁਤ ਵੱਡੀ ਹੈ, ਵਿਚਾਰ ਬਹੁਤ ਡੂੰਘੀ ਹੈ। ਕਰਤਾ ਕਰਮ ਕਿਰਿਆ ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ। ਅੱਖਰ ਤਾਂ ਥੋੜ੍ਹੇ ਨੇ, ਪਰ ਜਦੋਂ ਇਸ ਨੂੰ ਸਮਝਾਂਗੇ, ਇਸ ਨੂੰ ਵਿਚਾਰਾਂਗੇ ਤਾਂ ਫਿਰ ਜ਼ਰੂਰ ਵਿਸਥਾਰ ਹੋਵੇਗਾ। ਤਾਂ ਵਿਦਵਾਨਾਂ ਨੇ ਕਿਹਾ ਕਿ ਉਹ ਤ੍ਰਿਕਟਾ ਰੂਪ ਹੈ। ਕੁਝ ਲੋਕਾਂ ਨੇ ਕਿਹਾ ਜਿਵੇਂ ਹਰੜ ਬਹੇੜਾ ਆਂਵਲਾ ਆਦਮੀ ਦੇ ਬਹੁਤ ਰੋਗਾਂ ਦੀ ਨਿਵਰਤੀ ਕਰਦਾ ਹੈ, ਕਿਉਂਕਿ ਜਿਤਨੇ ਰੋਗ ਸਰੀਰ ਦੇ ਪੈਦਾ ਹੁੰਦੇ ਨੇ ਉਹ ਪੇਟ ਤੋਂ ਸ਼ੁਰੂ ਹੁੰਦੇ ਨੇ। ਇਹਨੂੰ ਕਹਿੰਦੇ ਨੇ ਤ੍ਰਿਫਲਾ। ਇਹ ਸਾਰੀਆਂ ਚੀਜ਼ਾਂ ਦਾ ਇਲਾਜ ਕਰਦਾ ਹੈ, ਪੇਟ ਨੂੰ ਠੀਕ ਕਰਦਾ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਇਸ ਤਰ੍ਹਾਂ ਤ੍ਰਿਕੁਟਾ ਰੂਪ ਵੀ ਹੈ ਤੇ ਇਹਦੇ ਨਾਲ ਨਾਲ ਤ੍ਰਿਫਲਾ ਰੂਪ ਵੀ ਹੈ। ਪਰ ਕੁਝ ਵਿਦਵਾਨਾਂ ਨੇ ਆਖਿਆ, ਇਹ ਬ੍ਰਾਹਮਣ, ਇਹ ਪੁਰੋਹਿਤ, ਤੂੰ ਐਵੇਂ ਹੀ ਗਾਇਤਰੀ ਚੁੱਕੀ ਫਿਰਦਾ ਹੈ। ਉਹ ਪਾਰ ਬ੍ਰਹਮ ਪਰਮੇਸ਼ਵਰ ਹੀ ਗਾਇਤਰੀ ਦਾ ਤੀਸਰਾ ਪਦ ਹੈ। ਗਾਇਤਰੀ ਦੇ ਜੋ 3 ਪਦ ਪ੍ਰਸਿੱਧ ਨੇ, ਉਹ ਪਾਰ ਬ੍ਰਹਮ ਪਰਮੇਸ਼ਵਰ ਹੀ ਗਾਇਤਰੀ ਦੇ 3 ਪਦਾਂ ਰੂਪ ਹੈ। ਇਸ ਕਰਕੇ ਮੈਂ ਤੇਰੀ ਗਾਇਤਰੀ ਦੀ ਬਜਾਏ, ਕਿਉਂਕਿ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, लेकर ठेगा टगरी तोरी लांगत लांगत जाती थी। गोंड नामदेव जी। संक्षेप जरूर अर्ज करनी चाहांगा, क्योंकि जिस वेले सतलुज नदी दे किनारे ते विशिष्ट महाराज तप करते सन, भगवान राम जी दे गुरु साधना करते सन, कालना कालते सन, कमाई करते सन, ਤਾਂ ਰਾਮ ਜੀ ਦੇ ਦੂਸਰੇ ਗੁਰਦੇਵ ਜਿਨ੍ਹਾਂ ਤੋਂ ਉਹਨਾਂ ਨੇ ਸ਼ਸਤਰ ਵਿਦਿਆ ਸਿੱਖੀ, ਵਿਸ਼ਵਾਮਿੱਤਰ, ਬਸ ਬਾਣ ਠਣ ਕੇ ਬੜੇ ਰਾਜਿਆਂ ਮਹਾਰਾਜਿਆਂ ਵਾਲੇ ਵਸਤਰ ਪਹਿਨ ਕੇ, ਕਿਉਂਕਿ ਰਾਜੇ ਸਨ ਤੇ ਭਗਤੀ ਕਰਦੇ ਸਨ, ਉਹਨਾਂ ਦੇ ਪਾਸ ਇਸ ਲਈ ਆਉਂਦੇ ਸਨ ਕਿ ਉਹ ਕਹਿ ਦੇਣ ਕਿ ਬ੍ਰਹਮ ਰਿਸ਼ੀ, ਤੇ ਮੈਨੂੰ ਲੋਕ ਬ੍ਰਹਮ ਰਿਸ਼ੀ ਮੰਨਣ ਲੱਗ ਪੈਣਗੇ। ਪਰ ਜੋ ਉਹ ਪਹਿਰਾਵੇ ਵਿੱਚ ਆਉਂਦੇ ਸਨ, ਜੋ ਪਹਿਰਾਵਾ ਪਹਿਨਦੇ ਸਨ, ਵਸ਼ਿਸ਼ਟ ਜੀ ਉਹਨਾਂ ਨੂੰ ਦੇਖ ਕੇ ਕਹਿੰਦੇ ਸਨ, ਆਓ ਰਾਜ ਰਿਸ਼ੀ, ਤੇ ਗੁੱਸੇ ਹੋ ਜਾਣਾ ਕਿ ਮੈਨੂੰ ਇਹ ਬ੍ਰਹਮ ਰਿਸ਼ੀ ਕਿਉਂ ਨਹੀਂ ਕਹਿੰਦੇ, ਮੈਨੂੰ ਬ੍ਰਹਮ ਰਿਸ਼ੀ ਕਿਉਂ ਨਹੀਂ ਕਹਿੰਦੇ। ਤੇ ਬੱਚੇ ਵੀ ਨਾਲ ਤਪ ਕਰਦੇ ਸਨ, ਉਹਨਾਂ ਦੇ ਬੱਚੇ ਵੀ ਤਪ ਕਰਦੇ ਸਨ, ਕਾਲਣਾ ਕਾਲਦੇ ਸਨ। ਕੀ ਕਰਨਾ? ਇੱਕ ਪੁੱਤਰ ਨੂੰ ਮਾਰ ਜਾਣਾ, ਕਤਲ ਕਰ ਜਾਣਾ। ਧਰਮ ਦੇ ਨਾਮ ਤੇ ਕੀ ਕੁਝ ਨਹੀਂ ਹੋਇਆ। ਪਿਆਲਾ ਖੋ ਸ੍ਰੀ ਖਲੀਲ ਜਿਬਰਾਨ ਅਰਬੀ ਦੇ ਬੜੇ ਵੱਡੇ ਵਿਦਵਾਨ ਹੋ ਗੁਜ਼ਰੇ ਨੇ, ਦਮਿਸ਼ਕ ਵਿੱਚ ਇਹ ਰਹਿੰਦੇ ਸਨ। ਉਹਨਾਂ ਨੇ ਲਿਖਿਆ ਕਿ ਐਸ ਦੁਨੀਆ ਤੇ ਜਿਤਨਾ ਕਤਲੋ ਗਾਰਤ ਮਜ਼ਹਬ ਦੇ ਨਾਮ ਉੱਪਰ ਹੋਇਆ, ਉਹਨਾਂ ਹੋਰ ਕਿਸੇ ਤਰੀਕੇ ਨਾਲ ਨਹੀਂ ਹੋਇਆ। ਖਲੀਲ ਜਿਬਰਾਨ ਬੇਨਤੀ ਕਰ ਰਹੇ ਸਨ, ਦਰਸ਼ਨ ਕਰਕੇ ਜਾਣਾ ਮਹਾਪੁਰਸ਼ ਦੇ, ਸਮੇਂ ਦੀ ਮਹਾਨ ਸ਼ਖਸੀਅਤ ਦੇ, ਤੇ ਵਾਪਸ ਜਾਂਦਿਆਂ ਉਹਨਾਂ ਦਾ ਇੱਕ ਪੁੱਤਰ ਮਾਰ ਦੇਣਾ, ਫਿਰ ਗਾਇਤਰੀ ਮੰਤਰ ਪੜ੍ਹਨਾ ਔਰ ਉਹ ਬ੍ਰਹਮ ਹੱਤਿਆ ਨਿਵਰਤ ਕਰਨੀ। ਜਦੋਂ 100 ਪੁੱਤਰ ਮਰ ਗਿਆ ਤੇ ਫਿਰ ਵਿਸ਼ਵਾਮਿੱਤਰ ਨੇ ਦੱਸਿਆ, ਜੀ ਆਹ ਮੇਰੇ ਤੋਂ ਭੁੱਲ ਤੇ ਗਲਤੀ ਹੋਈ ਏ। ਤੇ ਵਸ਼ਿਸ਼ਟ ਜੀ ਨੇ ਪੁੱਛਿਆ, ਬ੍ਰਹਮ ਹੱਤਿਆ ਇਹ ਪਾਪ ਕਿਵੇਂ ਤੁਸੀਂ ਉਤਾਰਦੇ ਸੀ? ਕਹਿਣ ਲੱਗੇ, ਜੀ ਮੈਂ ਗਾਇਤਰੀ ਮੰਤਰ ਪੜ੍ਹਦਾ ਹਾਂ। ਕਾਹੂ ਹਵੈ ਕੈ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ, कहूँ हवै के तुर का पुकारे बांग देत हो अकाल उस्त दसम ग्रंथ गुरु गोबिंद सिंह जी। वो मैं गायत्री पढ़दा सां ते गायत्री पढ़ के मैं ब्रह्म हत्या अवतार देंदा सां। कई वारी साडे समाज विच भी लोग पुछदे ने, बाबा कोई ऐसा मंत्र दे दिओ बस जिल करके पैसिਆਂ ਦੇ ਢੇਰ ਲੱਗ ਜਾਣ, कोई ऐसा मंत्र शब्द दसो बस पैसे ही पैसे हो जान। ऐसा कोई शब्द दसो जी जिसके नाल मैं दूसरे का नुकसान करा। भाई बाणी तो सारी अमृत रूप है, कित्यों भी पढ़ो कित्यों भी विचारो। वड्डे महापुरख पंथ
ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਹਿੰਦੇ ਸਨ, ਮਿਸਰੀ ਦਾ ਟੁਕੜਾ ਕਿਸੇ ਪਾਸਿਓਂ ਚੱਖੋ। ਗੁਰਬਾਣੀ ਮਿਸਰੀ ਦਾ ਪਹਾੜ ਹੈ, ਜਿਸ ਪਾਸਿਓਂ ਸ਼ੁਰੂ ਕਰੋਗੇ ਅੰਮ੍ਰਿਤ ਹੀ ਰਸ ਤੁਹਾਨੂੰ ਪ੍ਰਾਪਤ ਹੋਵੇਗਾ। ਕੀਰਤਨ ਸੁਣੋ ਤਾਂ ਰਸ, ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। ਕੈਸਾ ਵਾਤਾਵਰਨ ਸੀ। ਕੀਰਤਨ ਵਿੱਚ ਪਾਠ ਸੁਣੋ, ਪਾਠ ਕਰੋ, ਗੁਰਬਾਣੀ ਦੀ ਕਥਾ ਕਰੋ ਜਾਂ ਸੁਣੋ, ਅੰਮ੍ਰਿਤ ਰਸ ਪ੍ਰਾਪਤ ਹੋਵੇਗਾ। ਇਹ ਪਾਵਨ ਪਿੱਤਰ ਗੁਰਬਾਣੀ ਤਾਂ ਅੰਮ੍ਰਿਤ ਦਾ ਪਹਾੜ ਹੈ, ਅੰਮ੍ਰਿਤ ਦਾ ਸਾਗਰ ਹੈ। ਪਰ ਅਸੀਂ ਕਈ ਵਾਰੀ ਸੋਚ ਲੈਂਦੇ ਹਾਂ ਵੀ ਸ਼ਾਇਦ ਕੋਈ ਵੱਖਰਾ ਵਿਚਾਰ ਹੋਵੇ। ਨਹੀਂ, ਪਾਰ ਬ੍ਰਹਮ ਪਰਮੇਸ਼ਵਰ ਦੀ ਬਾਣੀ ਨੂੰ ਸ਼ਰਧਾ ਨਾਲ ਜਿੱਥੋਂ ਵੀ ਪੜਾਂਗੇ, ਜੋ ਵੀ ਪੜਾਂਗੇ, ਸਾਨੂੰ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ। ਕਹਿੰਦੇ ਨੇ ਇੱਕ ਪੁੱਤਰ ਨੂੰ ਮਾਰ ਜਾਣਾ ਬ੍ਰਹਮ ਹੱਤਿਆ ਉਤਾਰਨ ਵਾਸਤੇ। ਤੇ ਜਿਸ ਵੇਲੇ ਵਸ਼ਿਸ਼ਟ ਜੀ ਨੂੰ ਇਹ ਦੱਸਿਆ ਗਿਆ, ਉਹਨਾਂ ਨੇ ਫਿਰ ਬਚਨ ਕੀਤਾ ਸੀ, ਅੱਜ ਤੋਂ ਰਿਸ਼ੀ ਇਸ ਗਾਇਤਰੀ ਮੰਤਰ ਵਿੱਚ ਬਲ ਹੀ ਨਹੀਂ ਰਹੇਗਾ, ਤਾਕਤ ਨਹੀਂ ਰਹੇਗੀ, ਨਾ ਕਿਸੇ ਦੀ ਇਹ ਕਾਮਨਾ ਪੂਰੀ ਕਰ ਸਕੇਗੀ, ਨਾ ਕਿਸੇ ਦੀ ਹੱਤਿਆ ਦਾ ਇਹ ਪਾਪ ਨਿਵਰਤ ਕਰ ਸਕੇਗੀ। ਜਾਓ, ਮੈਂ ਇਸ ਨੂੰ ਬਲਹੀਨ ਕਰ ਦਿੱਤਾ। ਬੇਨਤੀ ਕਰ ਰਿਹਾ ਸਾਂ ਕਿ ਐ ਪ੍ਰੋਹਿਤ, ਤੇਰੀ ਗਾਇਤਰੀ ਜਿਹੜੀ ਬਲਹੀਨ ਹੋ ਚੁੱਕੀ ਏ, ਜਿਸ ਵਿੱਚ ਸਮਰੱਥਾ ਨਹੀਂ ਰਹੀ, ਮੈਂ ਉਹਨੂੰ ਨਮਸਕਾਰ ਨਹੀਂ ਕਰਦਾ। ਇਹ ਅਕਾਲ ਪੁਰਖ ਵਾਹਿਗੁਰੂ, ਤੂੰ ਗਾਇਤਰੀ ਦੇ ਤਿੰਨ ਤ੍ਰਿਪਦਾ ਰੂਪ ਹੈ, ਮੈਂ ਤੈਨੂੰ ਨਮਸਕਾਰ ਕਰਦਾ ਹਾਂ। ਮਨੁ ਸਿਮਰਤੀ ਦੇ ਵਿਚਾਰ ਮੁਤਾਬਿਕ ਕਹਿੰਦੇ ਨੇ, ਉਹਨਾਂ ਨੇ ਤ੍ਰਿਵਰਗ ਦਾ ਇਹ ਅਰਥ ਕੀਤਾ ਹੈ, ਧਰਮ ਅਰਥ ਕਾਮ। ਇੱਥੇ ਮਨੁ ਆ ਕੇ ਰੁਕ ਜਾਂਦਾ ਹੈ। ਬ੍ਰਾਹਮਣ ਹੈ, ਸਿਆਣਾ ਹੈ, ਕਦੇ ਰਾਜਾ ਬਣਦਾ ਹੈ, ਕਦੇ ਰਾਜ ਪ੍ਰਬੰਧ ਉਹ ਚਲਾਉਂਦਾ ਹੈ, ਕਦੇ ਰਾਜ ਭਾਗ ਨੂੰ ਉਹ ਚਲਾ ਰਿਹਾ ਹੈ। ਇਸ ਲਈ ਉਹਨੇ ਧਰਮ ਅਰਥ ਕਾਮ ਇਹ ਤਿੰਨ ਚੀਜ਼ਾਂ ਦੇ ਰੂਪ ਵਿੱਚ ਪ੍ਰਵਾਨ ਕੀਤਾ ਹੈਗਾ। ਮੋਕਸ਼ ਦੀ ਨਹੀਂ, ਮੁਕਤੀ ਨਹੀਂ ਚਾਹੁੰਦਾ, ਨਾ ਉਹ ਮੁਕਤੀ ਮੰਗਦਾ ਹੈ, ਨਾ ਮੁਕਤੀ ਦੀ ਉਹਦੇ ਮਨ ਦੇ ਅੰਦਰ ਇੱਛਾ ਹੈ। ਮਨੁ ਸਿਮਰਤੀ ਮੁਤਾਬਕ ਤ੍ਰਿਵਰਗ, ਧਰਮ ਅਰਥ ਕਾਮ ਰੂਪ, ਮੋਕਸ਼ ਵਿੱਚ ਨਹੀਂ। ਮਗਰ ਟਕਸਾਲ ਦਾ ਅਰਥ ਜੋ ਪਰੰਪਰਾਇਕ ਤੌਰ ਤੇ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਰਦੇ ਸਨ, ਉਹ ਕਹਿੰਦੇ ਸਨ, ਇਹ ਜੋ ਤਿੰਨ ਦੇਵਤੇ ਨੇ ਤ੍ਰਿਵਰਗ ਸਰੂਪ ਹੈ, ओंकार स्वरूप हैं। हे अकाल पुरख वाहिगुरु, तो ओंकार स्वरूप हैं। ताइयों हसगुरु परमेश्वर जी ने फरमाया एक ओंकार। हे अकाल पुरख वाहिगुरु, तिन मात्रा तिना अखरा रूप अकाल पुरख वाहिगुरु आप नू नमस्कार है। त्रिगुण रूप राज सत तम तिन गुण रूप अकाल पुरख वाहिगुरु आप जी नू नमस्कार है जी। ਨਮਸਤੰ ਅਸਰਗੇ ਅਸਰਗੇ ਸੁਧ ਸਰੂਪ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ, ਆਪ ਜੀ ਨੂੰ ਪ੍ਰਣਾਮ ਹੈ। ਤੁਸੀਂ ਸ਼ੁੱਧ ਸਰੂਪ ਹੋ, ਆਪ ਵਿੱਚ ਕਿਸੇ ਪ੍ਰਕਾਰ ਦੀ ਕੋਈ ਮੈਲ ਨਹੀਂ ਹੈ। ਨਮਸਤੰ ਪ੍ਰਭੋਗੇ, ਨਮਸਤੰ ਪ੍ਰਭੋਗੇ, ਪਰ ਵਿਸ਼ੇਸ਼ ਕਰਕੇ ਸਾਰਿਆਂ ਦੇ ਅੰਦਰ ਭੋਗ ਲਗਾਉਣ ਵਾਲੇ ਆਪ ਜੀ ਨੂੰ ਨਮਸਕਾਰ ਹੈ, ਆਪ ਜੀ ਨੂੰ ਪ੍ਰਣਾਮ ਹੈ। ਇਹ ਸਿਦਕ ਦੀ ਵਿਚਾਰ ਹੈ ਤੇ ਭਾਵਨਾ ਦੀ ਦੇ ਸਿਧਾਂਤ ਹਨ। ਗੁਰੂ ਰਾਮਦਾਸ ਜੀ ਨੂੰ ਲਾਹੌਰ ਭੇਜਿਆ ਗੁਰੂ ਅਮਰਦਾਸ ਜੀ ਨੇ, ਤੇ ਉਹ ਇਹ ਫੈਸਲਾ ਕਰਨ ਵਾਸਤੇ ਗਏ ਸਨ ਕਿ ਸਿੱਖੀ ਦਾ ਵਿਆਹ ਨਾ ਤਾਂ ਮੌਲਵੀ ਦੇ ਵਿਆਹ ਜੈਸਾ ਹੋ ਸਕਦਾ ਹੈ, ਨਾ ਪੰਡਤ ਦੇ ਵਿਆਹ ਜੈਸਾ ਹੋ ਸਕਦਾ ਹੈ। ਜੋ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਵਿਆਹ ਦੀ ਮਰਿਆਦਾ ਕਾਇਮ ਕੀਤੀ ਹੈ, ਇਹ ਵਿਆਹ ਇਸੇ ਤਰੀਕੇ ਨਾਲ ਹੋਵੇਗਾ। ਆਪਣਾ ਗੁਰੂ ਤੋਂ ਸਿਦਕ ਚਲਾ ਗਿਆ, ਭਰੋਸਾ ਚਲਾ ਗਿਆ, ਵਿਸ਼ਵਾਸ ਚਲਾ ਗਿਆ। ਤਾਂ ਹੀ ਇੱਧਰ ਦੀਆਂ ਗਵਰਨਮੈਂਟਾਂ ਨੂੰ ਤੁਸੀਂ ਗੁਰੂ ਘਰ ਵੀ ਵਿਆਹ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੀ ਵਿਆਹ ਕਰੋ, ਪਰ ਕੋਰਟ ਵਿੱਚ ਵੀ ਵਿਆਹ ਕਰੋ। ਕੋਰਟ ਦਾ ਵਿਆਹ ਤਾਂ ਅਸੀਂ ਕੋਰਟ ਵਿੱਚ ਜਾ ਕੇ ਤੋੜਦੇ ਹਾਂ ਜੀ, ਫਿਰ ਵੀ ਸਤਿਕਾਰ ਹੈ। ਪਰ ਜਿਹੜਾ ਆਨੰਦ ਕਾਰਜ ਵਿਆਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਵਾਹਿਗੁਰੂ ਜੀ ਨੇ, ਪਰਮੇਸ਼ਵਰ ਜੀ ਨੇ ਕੀਤਾ, ਉਹ ਤਾਂ ਅਸੀਂ ਐਵੇਂ ਫੱਕ ਜਾਂਦੇ ਹਾਂ, ਉਹਦੀ ਤੇ ਅਹਿਮੀਅਤ ਹੀ ਨਹੀਂ ਸਮਝਦੇ। ਖਿਮਾ ਕਰਨਾ, ਕੋਈ ਪਤੀ ਹੈ, ਕੋਈ ਪਤਨੀ ਹੈ, ਕੋਈ ਬੱਚਾ ਹੈ, ਕੋਈ ਬੱਚੀ ਹੈ, ਕੋਈ ਮਾਂ ਹੈ ਜਾਂ ਬਾਪ ਹੈ। ਇਹਨਾਂ ਮੁਲਕਾਂ ਵਿੱਚ ਕਈ ਵਿਆਹ ਤੋੜਨ ਵਿੱਚ ਮਾਂ ਬਾਪ ਦਾ ਹੱਥ ਹੁੰਦਾ ਹੈ,
ਦੋਨਾਂ ਪਾਸਿਆਂ ਤੋਂ ਦੇ ਸੰਬੰਧ ਵਿੱਚ ਸਮਝਣਾ। ਪਿਆਲਾ ਖੋ ਬੱਚੇ ਵੀ ਗਲਤੀਆਂ ਕਰਦੇ ਨੇ, ਮਗਰ ਉਹਦੇ ਨਾਲ ਨਾਲ ਵੱਡਿਆਂ ਦਾ ਵੀ ਹੱਥ ਹੁੰਦਾ ਹੈ। ਬੇਨਤੀ ਕੀਤੀ ਜਾ ਰਹੀ ਸੀ ਕਿ ਅਸੀਂ ਇਸ ਪਹਿਲੂ ਨੂੰ ਸਮਝਦੇ ਨਹੀਂ, ਮਹਾਨਤਾ ਨਹੀਂ ਦਿੰਦੇ। ਜਿਹੜਾ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਵਿਆਹ ਕਰ ਦਿੱਤਾ, ਦੁਨੀਆ ਦੀਆਂ ਲੱਖਾਂ ਕੋਰਟਾਂ ਉਹਨੂੰ ਤਬਦੀਲ ਨਹੀਂ ਕਰ ਸਕਦੀਆਂ। ਕੋਰਟ ਨੂੰ ਕੀ ਅਥਾਰਟੀ ਹੈ, ਕਿਸੇ ਜੱਜ ਨੂੰ ਕੀ ਅਧਿਕਾਰ ਹੈ? ਵਾਹਿਗੁਰੂ ਜੀ ਦਾ ਵੱਲੋਂ ਕੀਤਾ ਹੋਇਆ ਵਿਆਹ ਉਹ ਮੋੜ ਸਕਣ, ਉਸ ਨੂੰ ਕੱਟ ਸਕਣ, ਉਸ ਨੂੰ ਮਿਟਾ ਸਕਣ, ਹਟਾ ਸਕਣ। ਪਰ ਕਿਉਂਕਿ ਜਦੋਂ ਭਰੋਸਾ ਆ ਜਾਵੇ, ਜਦੋਂ ਸਾਡੇ ਮਨ ਵਿੱਚ ਕਮਜ਼ੋਰੀ ਆ ਜਾਵੇ, ਫਿਰ ਲੋਕ ਵਿਆਹ ਤੋੜਨ ਵੇਲੇ ਗੁਰਦੁਆਰੇ ਤਾਂ ਨਹੀਂ ਆਉਂਦੇ ਵੀ ਚਲੋ ਗੁਰੂ ਮਹਾਰਾਜ ਜੀ ਦੇ ਪਾਸ ਚੱਲੀਏ, ਉਹਨਾਂ ਪਾਸ ਜਾ ਕੇ ਬੇਨਤੀ ਕਰੀਏ। ਉਹ ਕਦੇ ਨਹੀਂ ਸਮਝਾਣਗੇ, ਪੁੱਤਰ ਪਤੀ ਨੂੰ ਪਰਮੇਸ਼ਰ ਰੂਪ ਦੇਖਣਾ ਹੈ। ਫਿਰ ਕਹਿਣਗੇ, ਬੇਟਾ ਆਪਣੀ ਪਤੀ ਤੇਰੀ ਜੀਵਨ ਸਾਥੀ ਏ, ਉਹ ਤੇ ਤੇਰੀ ਮੰਤਰੀ ਹੈ, ਵਜ਼ੀਰ ਹੈ, ਕਦਮ ਨਾਲ ਕਦਮ ਮਿਲਾ ਕੇ ਚੱਲਣਾ। ਤਾਂ ਬੇਨਤੀ ਕਰ ਰਹੇ ਸਾਂ, ਸਾਡੇ ਮਨ ਵਿੱਚੋਂ ਭਰੋਸਾ ਚਲਾ ਗਿਆ ਹੈ, ਸਾਡੇ ਮਨ ਵਿੱਚੋਂ ਯਕੀਨ ਚਲਾ ਗਿਆ ਹੈ। ਇਸ ਲਈ ਨਾਲੇ ਗੁਰੂ ਦੀ ਹਜ਼ੂਰੀ ਵਿੱਚ ਵੀ ਵਿਆਹ ਕਰਨਾ, ਨਾਲੇ ਕੋਰਟਾਂ ਵਿੱਚ ਵੀ ਵਿਆਹ ਕਰਨਾ। ਕਹਿੰਦੇ ਨੇ ਹੁਣ ਤਾਂ ਇੱਥੇ ਵੀ ਆ ਜਾਂਦੇ ਨੇ ਗੁਰਦੁਆਰਿਆਂ ਵਿੱਚ। ਆਵੇ ਕੋਈ ਜੀ, ਸਦਕੇ ਆਵੇ, ਪਰ ਇਹਦਾ ਮਤਲਬ ਹੈ ਅਸੀਂ ਇਹ ਸਮਝਦੇ ਹਾਂ ਜਿਹੜਾ ਤੁਸਾਂ ਵਿਆਹ ਕੀਤਾ ਹੈ ਉਹਦੀ ਬਜਾਏ ਸਾਨੂੰ ਇਹ ਜਿਹੜਾ ਆਇਆ ਹੈ ਨਾ ਕੋਰਟ ਵੱਲੋਂ, ਉਹਦਾ ਵਿਆਹ ਮਨਜ਼ੂਰ ਹੈ। ਇਹ ਸਾਡੀਆਂ ਖਾਮੀਆਂ ਹਨ, ਸਾਡੇ ਟੁੱਟੇ ਹੋਏ ਟੁੱਟਦੇ ਹੋਏ ਸਿਦਕ ਦੀ ਕਮਜ਼ੋਰੀ ਦੀਆਂ ਇਹ ਨਿਸ਼ਾਨੀਆਂ ਹਨ। ਗੁਰੂ ਰਾਮਦਾਸ ਜੀ ਗਏ, ਫੈਸਲਾ ਹੋ ਗਿਆ, ਨਾ ਤਾਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਮੌਲਵੀ ਦੇ ਤਰੀਕੇ ਨਾਲ, ਨਾ ਪੰਡਤ ਦੇ ਤਰੀਕੇ ਨਾਲ ਵਿਆਹ ਕਰਨਗੇ। ਜੋ ਗੁਰੂ ਅਮਰਦਾਸ ਜੀ ਨੇ ਕੀਤਾ ਹੈ ਉਹ ਫੈਸਲਾ ਹੁਣ ਅਟਲ ਰਹੇਗਾ ਔਰ ਯੁਗਾਂ ਯੁਗਾਂ ਤੱਕ ਅਟਲ ਰਹੇਗਾ। ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਮਹਾਰਾਜ ਇਸ ਫੈਸਲੇ ਤੋਂ ਬਾਅਦ ਵਾਪਸ ਆ ਰਹੇ ਸਨ। ਬਾਜ਼ਾਰ ਵਿੱਚ ਦੀ ਲੰਘੇ ਔਰ ਉੱਥੇ ਦੇਖਿਆ ਕਿ ਅੰਬਾਂ ਵਾਲਾ ਬੈਠਾ ਹੈ, ਉਹਦੇ ਪਾਸ ਅੰਬ ਬੜੇ ਸੁੰਦਰ ਨੇ, ਉਹਦੇ ਪਾਸ ਅੰਬ ਬਹੁਤ ਸੁੰਦਰ ਨੇ। ਅੰਬ ਦੇਖ ਕੇ ਮਨ ਵਿੱਚ ਖਿਆਲ ਆਇਆ, ਕਿਉਂਕਿ ਹਰ ਇੱਕ ਨੂੰ ਆਪਣਾ ਆਪਣਾ ਖਿਆਲ ਆਉਂਦਾ ਹੈ। ਕੋਈ ਮਾਂ ਬਾਜ਼ਾਰ ਜਾਵੇਗੀ, ਅੰਬਾਂ ਵਾਲੇ ਦੇ ਕੋਲ ਦੀ ਲੰਘੇਗੀ, ਉਹ ਕਹੇਗੀ ਮੈਂ ਆਪਣੇ ਪੁੱਤਰ ਵਾਸਤੇ ਅੰਬ ਲੈ ਜਾਵਾਂ। ਕੋਈ ਬਾਪ ਲੰਘੇਗਾ, ਉਹ ਕਹੇਗਾ ਬੱਚਿਆਂ ਵਾਸਤੇ ਲੈ ਜਾਵਾਂ ਇਹ ਫਰੂਟ ਫਲ। ਪਰ ਕਿਉਂਕਿ ਗੁਰੂ ਰਾਮਦਾਸ ਜੀ ਖੁਦ ਫਰਮਾਉਂਦੇ ਨੇ, ਮੇਰਾ ਤੇ ਸਭ ਕੁਝ ਤੁਸੀਂ ਹੀ ਤੁਸੀਂ ਹੋ, ਹੋਰ ਕੁਛ ਵੀ ਨਹੀਂ। ਪਿਆਲਾ ਖੋ ਤਾਂ ਬੇਨਤੀ ਕਰ ਰਿਹਾ ਸਾਂ। ਕੱਲ ਮਹਾਂਪੁਰਸ਼ਾਂ ਨੇ, ਬਾਬਾ ਜੀ ਨੇ ਬਹੁਤ ਬਖਸ਼ਿਸ਼ ਕੀਤੀ, ਸਮਾਂ ਬਖਸ਼ਿਆ, ਬੁਲਾਇਆ। ਵਿਚਾਰ ਕਰਦਿਆਂ, ਆਪਣੀ ਜ਼ਿੰਦਗੀ ਦਾ ਆਰੰਭ ਕਰਦਿਆਂ ਹੋਇਆਂ ਕਹਿਣ ਲੱਗੇ, ਮੈਂ 7-8 ਮਹੀਨੇ ਦਾ ਸਾਂ ਜਦੋਂ ਮਾਤਾ ਪਿਤਾ ਚਲੇ ਗਏ। ਜੋ ਕਹਿਣ ਲੱਗੇ, ਜੋ ਕੁਝ ਵੀ ਹੈ ਇਹ ਬਾਬਾ ਜੀ ਦਾ ਪਰਮ ਪ੍ਰਤਾਪੀ ਬਾਬਾ ਈਸ਼ਰ ਸਿੰਘ ਜੀ ਦੀ ਦੇਣ ਹੈ। ਪਿਆਲਾ ਖੋ ਤਾਂ ਉਹ ਆਪਣੇ ਵਿਚਾਰ ਦਰਸਾ ਰਹੇ ਸਨ ਆਰੰਭ ਦੇ, ਤੇ ਮੇਰੇ ਮਨ ਵਿੱਚ ਆਪਣਾ ਖਿਆਲ ਆ ਰਿਹਾ ਸੀ। ਉਹੀ ਵਿਚਾਰ, ਦਰਦ ਪੁਰਾਣੇ ਯਾਦ ਆਏ। ਉਹ ਚੋਟਾਂ ਉੱਭਰਦੀਆਂ ਨੇ, ਦੂਸਰੇ ਦੀਆਂ ਕਠਿਨਾਈਆਂ ਸੁਣ ਕੇ ਆਪਣੀ ਕਠਿਨਾਈ ਦੇ ਦਿਨ ਯਾਦ ਆਉਂਦੇ ਨੇ, ਆਪਣਾ ਸਮਾਂ ਯਾਦ ਆਉਂਦਾ ਹੈ। ਪਿਆਲਾ ਖੋ ਸ੍ਰੀ ਵਾਹਿਗੁਰੂ। ਕਈ ਵਾਰੀ ਧਾਰਮਿਕ ਲੋਕਾਂ ਦਾ ਸਨਮਾਨ ਸਤਿਕਾਰ ਹੁੰਦਿਆਂ ਜਿਸ ਵੇਲੇ ਲੋਕ ਇਹ ਗੱਲ ਕਹਿੰਦੇ ਨੇ, ਲਓ ਜੀ ਚਿੱਟੇ ਕੱਪੜੇ ਪਾਉਂਦੇ ਨੇ, ਚਿੱਟੀਆਂ ਕਾਰਾਂ ਤੇ ਚੜ੍ਹਦੇ ਨੇ, ਬਸ ਸਾਰਾ ਕੁਝ ਚਿੱਟਾ ਚਿੱਟਾ ਹੈ, ਲੋਕਾਂ ਨੂੰ ਕਿਵੇਂ ਲੁੱਟਦੇ ਨੇ, ਲੋਕਾਂ ਨੂੰ ਕਿਵੇਂ ਠੱਗਦੇ ਨੇ। ਹੁਣ ਤਾਂ ਰੋਡਿਆਂ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਹੈ। ਪਰ ਜਿਸ ਵੇਲੇ ਅਸੀਂ ਵਿਦਿਆਰਥੀ ਮਹਾਂਪੁਰਸ਼ਾਂ ਨਾਲ ਇਸ ਪਿੰਡ ਜਾਂਦੇ ਸਾਂ ਤਾਂ ਜਾਣ ਤੋਂ ਪਹਿਲਾਂ ਇੱਕ ਹਦਾਇਤ ਕਰਦੇ ਸਨ, ਇੱਥੇ ਕਾਮਰੇਡ ਬੜੇ ਹੋਣਗੇ, ਉਹ ਤੁਹਾਨੂੰ ਬਹੁਤ ਕੁਝ ਕਹਿਣਗੇ, ਕਿਸੇ ਨੇ ਜਵਾਬ ਨਹੀਂ ਦੇਣਾ, ਜੋ ਵੀ ਕੋਈ ਕਹੇ ਕਹੀ ਜਾਵੇ। ਔਰ ਐਸਾ ਹੁੰਦਾ ਸੀ। ਅਸੀਂ ਜਦੋਂ ਨਹਿਰ ਤੇ ਫਿਰਨ ਤੁਰਨ ਵਾਸਤੇ ਜਾਣਾ ਔਰ ਕਈਆਂ ਨੇ ਆਵਾਜ਼ੇ ਕੱਸਣੇ, ਅਜੀ ਰਾਮ ਗਊਆਂ ਜਾ ਰਹੀਆਂ ਨੇ, ਉਹ ਚਿੱਟੇ ਵੱਗ ਜਾ ਰਹੇ ਨੇ, ਚਿੱਟੇ ਚੋਲਿਆਂ ਵਾਲੇ। ਪਰ ਸਾਨੂੰ ਹਦਾਇਤ ਹੁੰਦੀ ਸੀ। ਕਈ ਵਾਰੀ ਤੇ ਖਿਆਲ ਆਣਾ, ਜਿਹੜੇ ਬਲਵਾਨ ਸਿੰਘ ਹੁੰਦੇ ਸਨ, ਭਾਈ ਰਣਜੀਤ ਸਿੰਘ ਜੀ ਮੁਰਾਲਾ ਵਿਦਵਾਨ ਵੀ ਸਨ ਔਰ ਬੜੇ ਬਲਵਾਨ ਵੀ ਸਨ, ਬੜੇ ਤਕੜੇ ਸ਼ਸਤਰਧਾਰੀ, 10-10 ਆਦਮੀਆਂ ਦੇ ਨਾਲ ਉਹ ਇਕੱਲੇ ਗੱਤਕਾ ਖੇਡਿਆ ਕਰਦੇ। ਪਿਆਲਾ ਖੋ ਸ੍ਰੀ ਵਾਹਿਗੁਰੂ। ਜਿਹੜੇ ਬਲਵਾਨ ਸਿੰਘ ਹੁੰਦੇ ਉਹਨਾਂ ਨੇ ਕਹਿਣਾ,
ਮਹਾਂਪੁਰਸ਼ ਆਗਿਆ ਹੀ ਨਹੀਂ ਦਿੰਦੇ, ਨਹੀਂ ਤਾਂ ਦਸੀਏ ਤਾਂ ਸਹੀ। ਜਦੋਂ ਹਜ਼ੂਰ ਸਮੇਰ ਦੇ ਰਸਤੇ ਜਾ ਰਹੇ ਸਨ ਸੱਚਖੰਡ ਦੀ ਤਰਫ, ਇੱਕ ਸਿੱਧ ਬਹਿਸ ਕਰਕੇ ਜਾਵੇ, ਮੁੜ ਕੇ ਨਿਰੁੱਤਰ ਹੋ ਕੇ ਦੂਜਾ ਆ ਜਾਵੇ, 2 ਕਦਮ ਨਾ ਚੱਲਣ ਦੇਣ। ਮਰਦਾਨਾ ਤੰਗ ਆ ਗਿਆ ਤੇ ਹਜ਼ੂਰ ਨੂੰ ਕਹਿਣ ਲੱਗਾ, ਹਜ਼ੂਰ ਆਗਿਆ ਦਿਓ, ਇਹ ਮਾਈ ਮੁੰਡੇ ਉਂਝ ਨਹੀਂ ਠੀਕ ਆਉਂਦੇ, ਮੈਂ ਇਹਨਾਂ ਨੂੰ ਚੱਡੇ ਗਾਟੇ ਕਰ ਦੇਵਾਂ, ਜਨੀ ਪਟਕਾ ਕੇ ਨੀਚੇ ਸਿਰ ਭਾਰ ਨੀਚੇ ਸੁੱਟਾਂ, ਇਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਰਹੇਗਾ। ਹਜ਼ੂਰ ਨੇ ਮੁਸਕਰਾਉਂਦਿਆਂ ਜਨਮ ਸਾਖੀ ਦੁਆਰਾ ਸਮਝਾਇਆ ਸੀ, ਮਰਦਾਨਿਆਂ ਇੱਥੇ ਸਰੀਰ ਦੇ ਬਲ ਦੀ ਗੱਲ ਨਹੀਂ ਹੈ, ਇੱਥੇ ਵਿਚਾਰ ਦੇ ਬਲ ਦੀ ਗੱਲ ਹੈ, ਇੱਥੇ ਵਿਚਾਰ ਦੀ ਜ਼ਰੂਰਤ ਹੈ। ਇੱਥੇ ਗਿਆਨ ਦੇ ਨਾਲ ਇਹਨਾਂ ਨੂੰ ਸਮਝਾਉਣਾ ਹੈ ਕਿ ਜਿਸ ਜੋ ਕੁਝ ਤੁਸੀਂ ਕਰ ਰਹੇ ਹੋ ਇਹ ਕੰਮ ਅੱਛਾ ਨਹੀਂ ਹੈ ਤੁਹਾਡੇ ਵਿੱਚ। ਤੇ ਯਾਦਵ ਭਗਵਾਨ ਕ੍ਰਿਸ਼ਨ ਜੀ ਦੇ ਪਰਿਵਾਰ ਦੇ ਬੱਚਿਆਂ ਵਿੱਚ ਕੋਈ ਫਰਕ ਨਹੀਂ। ਜਿਹੜੇ ਦੁਰਵਾਸਾ ਜੀ ਦੇ ਪਾਸ ਜਾ ਕੇ ਇੱਕ ਛੋਟੇ ਜਿਹੇ ਬੱਚੇ ਦੇ ਪੇਟ ਦੇ ਚੌਗਿਰ ਦੇ ਕੱਪੜੇ ਜੇ ਲਪੇਟ ਕੇ ਤੇ ਉਹਨੂੰ ਲੜਕੀਆਂ ਵਾਲੇ ਕੱਪੜੇ ਪਹਿਨਾ ਕੇ ਜਾ ਕੇ ਕਹਿਣ, ਰਿਸ਼ੀ ਮਹਾਰਾਜ ਦੱਸੋ ਇਸ ਲੜਕੀ ਦੇ ਘਰ ਕੌਣ ਹੋਵੇਗਾ? ਉਹ ਸਮਝਦੇ ਸਨ, ਕਹਿਣ ਲੱਗੇ ਪੁੱਤਰ ਜਾਓ। ਇੱਕ ਦਿਨ ਤਾਂ ਮੁੜ ਆਏ, ਅਗਲੇ ਦਿਨ ਫਿਰ ਉਹਨਾਂ ਨੇ ਉਹ ਕੀਤਾ। ਫਿਰ ਉਹਨਾਂ ਨੇ ਕਿਹਾ, ਪੁੱਤਰ ਤੁਸੀਂ ਬੱਚੇ ਹੋ, ਜਾਓ, ਐਸੀਆਂ ਗੱਲਾਂ ਨਹੀਂ ਪੁੱਛੀ ਦੀਆਂ। ਉਹ ਫਿਰ ਚਲੇ ਗਏ ਅਗਲੇ ਦਿਨ। ਤਾਂ ਫਿਰ ਰਿਸ਼ੀ ਨੇ ਆਖਿਆ, ਨਹੀਂ ਜਾਂਦੇ, ਦਸੀਏ ਅਕੀ ਦੱਸੋ, ਸਾਡਾ ਖਾਂਦੇ ਹੋ ਪੀਂਦੇ ਹੋ, ਅਸੀਂ ਸਾਡੇ ਵੱਡੇ ਸੇਵਾ ਕਰਦੇ ਨੇ, ਇਹ ਛੋਟੀ ਜੀ ਗੱਲ ਨਹੀਂ ਦੱਸਦੇ ਕਿ ਇਹਦੇ ਘਰ ਕੌਣ ਹੋਵੇਗਾ? ਕਹਿਣ ਲੱਗੇ, ਜਾਓ, ਯਾਦਵਾਂ ਦੀ ਕੁਲ ਦੇ ਨਾਸ਼ ਕਰਨ ਵਾਲਾ ਪੈਦਾ ਹੋਵੇਗਾ। ਦੁਰਵਾਸਾ ਸਿਓ ਕਰਤ ਠਗੌਰੀ, ਜਾਦਵ ਇਹ ਫਲ ਪਾਏ, ਤਨਾਸ਼ਰੀ ਨਾਮਦੇਵ ਜੀ। ਤੁਹਾਡੇ ਤੇ ਉਹਨਾਂ ਬੱਚਿਆਂ ਵਿੱਚ ਕੋਈ ਫਰਕ ਨਹੀਂ, ਇਹਨਾਂ ਨੂੰ ਗਿਆਨ ਨਾਲ ਸਮਝਾਣਾ ਹੈ। ਤੋ ਕਿ ਜਨਮ ਸਾਖੀ ਕਈ ਵਾਰੀ ਇਹ ਖਿਆਲ ਵਿਦਿਆਰਥੀਆਂ ਨੂੰ ਆਉਣਾ, ਪਰ ਹੁਕਮ ਹੁੰਦਾ ਸੀ ਜਵਾਬ ਨਹੀਂ ਦੇਣਾ। ਇਹਨਾਂ ਦੇ ਕੋਈ ਤੁਹਾਨੂੰ ਕੁਛ ਵੀ ਕਹੀ ਜਾਵੇ, ਤੁਸੀਂ ਇਹਨਾਂ ਨੂੰ ਅੱਗੋਂ ਜਵਾਬ ਨਹੀਂ ਦੇਣਾ। ਤਾਂ ਬੇਨਤੀ ਕਰ ਰਿਹਾ ਸਾਂ, ਜਦੋਂ ਧਾਰਮਿਕ ਲੋਕਾਂ ਦਾ ਸਨਮਾਨ ਸਤਿਕਾਰ ਹੁੰਦਾ, ਲੋਕ ਕਈ ਪ੍ਰਕਾਰ ਦੀਆਂ ਗੱਲਾਂ ਕਰਦੇ ਨੇ, ਪਰ ਉਹਨਾਂ ਨੂੰ ਕੀ ਪਤਾ ਹੈ ਇੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਕਿੰਨਾ ਕਿੰਨਾ ਕਠਿਨ ਹਾਲਾਤਾਂ ਵਿੱਚ ਗੁਜ਼ਰਨਾ ਪੈਂਦਾ ਹੈ। ਪਿਆ ਲੱਖੋ ਸ੍ਰੀ ਵਾਹਿਗੁਰੂ। ਸਮੁੰਦਰ ਤੇ ਮੀਂਹ ਜ਼ਿਆਦਾ ਹੀ ਪੈਂਦਾ ਹੈ। ਸਾਗਰ ਦੇ ਕਿਨਾਰੇ ਤੇ ਆਲਮ ਲੋਕ ਖਲੋਤੇ ਸਨ, ਉੱਪਰੋਂ ਮੀਂਹ ਪੈ ਰਿਹਾ ਸੀ ਤੇ ਅਣਗਿਣਤ ਮਗਰ ਮੱਛ ਤੇ ਮੱਛੀਆਂ ਮੂੰਹ ਫੈਲਾਈ ਖਲੋਤੇ ਸਨ। ਤੇ ਆਲਮ ਨੇ ਕਿਹਾ, ਕਹਿੰਦੇ ਨੇ, ਦੇਖੀਏ ਕਿਆ ਗੁਜ਼ਰਤੀ ਹੈ ਕਤਰੇ ਪੇ ਗੌਹਰ ਹੋਣੇ ਤੱਕ ਗਾਲਿਬ। ਇਸ ਕਤਰੇ ਦੇ ਉੱਪਰ ਕੀ ਕੀ ਗੁਜ਼ਰਦਾ, ਕਿਤਨੇ ਮੂੰਹ ਇਹਨੂੰ ਨਿਕਲਣ ਵਾਲੇ ਨੇ। ਜਦੋਂ ਤੱਕ ਇਹ ਮੋਤੀ ਬਣੇਗਾ ਉਦੋਂ ਤੱਕ ਪਤਾ ਨਹੀਂ ਇਹਦੇ ਤੇ ਕਿਤਨੇ ਕੈਸੇ ਹਾਲਾਤ ਪਹੁੰਚਣਗੇ। ਪਿਆ ਲੱਖੋ। ਪਰ ਇੱਥੇ ਪਹੁੰਚਣ ਵਾਸਤੇ ਸਾਧਨਾ ਘਾਲਣਾ ਫਿਰ ਮਾਲਕ ਦੀ, ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾਲਤਾ ਦੀ ਜ਼ਰੂਰਤ ਹੈ। ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾਲਤਾ ਕਰੇ, ਬਖਸ਼ਿਸ਼ ਕਰੇ, ਤਾਂ ਇਹ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ, ਤਾਂ ਇਹ ਦਾਤਾਂ ਪ੍ਰਾਪਤ ਹੁੰਦੀਆਂ ਨੇ। ਹਰ ਆਦਮੀ ਨੂੰ ਆਪਣਾ ਖਿਆਲ ਆਉਂਦਾ ਹੈ। ਹਜ਼ੂਰ ਜਿਸ ਵੇਲੇ ਗੁਜ਼ਰ ਰਹੇ ਸਨ, ਕਿਉਂਕਿ ਸਾਨੂੰ ਆਪਣਾ ਖਿਆਲ ਆਵੇਗਾ, ਆਪਣੇ ਬੱਚਿਆਂ ਲਈ ਕੁਝ ਲੈ ਚੱਲੀਏ। ਪਰ ਜਿਸ ਵੇਲੇ ਹਜ਼ੂਰ ਅੰਬਾਂ ਵਾਲੇ ਦੇ ਕੋਲ ਦੀ ਲੰਘਣ ਲੱਗੇ ਤੇ ਮਨ ਵਿੱਚ ਖਿਆਲ ਆਇਆ, ਹਜ਼ੂਰ ਗੁਰੂ ਅਮਰਦਾਸ ਜੀ ਵਾਸਤੇ ਅੰਬ ਲੈ ਚੱਲੀਏ। ਜਿੱਥੇ ਜਿੱਥੇ ਸੁਨੇਹੇ ਹੈ, ਜਿੱਥੇ ਜਿੱਥੇ ਤਕੀਆ ਹੈ, ਤਾਣ ਹੈ, ਓਟ ਹੈ, ਉਥੇ ਉਥੇ ਭਾਵ ਹੁੰਦੇ ਨੇ। ਹਾਂ, ਹਜ਼ੂਰ ਦੇ ਮਨ ਵਿੱਚ ਖਿਆਲ ਆਇਆ, ਪਰ ਜਿਸ ਵੇਲੇ ਦੇਖਿਆ ਪੈਸਾ ਕੋਲ ਕੋਈ ਨਹੀਂ। ਪਰ ਮਨ ਵਿੱਚ ਇੱਕ ਭਾਵਨਾ ਸੀ ਕਿ ਅੰਬ ਜ਼ਰੂਰ ਲੈ ਕੇ ਜਾਣੇ ਨੇ, ਅੰਬ ਬੜੇ ਮਿੱਠੇ ਨੇ। ਪਰ ਜਦੋਂ ਚੰਗੀ ਤਰ੍ਹਾਂ ਦੇਖਿਆ, ਕੁਝ ਥੋੜੇ ਜਿਹੇ ਪੈਸੇ ਨਿਕਲੇ ਔਰ ਅੰਬ ਲੈ ਲਿੱਤੇ। ਪੈਦਲ ਤੁਰ ਕੇ ਆਣਾ ਸੀ ਲਾਹੌਰ ਤੋਂ ਗੋਇੰਦਵਾਲ ਤੱਕ। ਜਿਸ ਵੇਲੇ ਗੋਇੰਦਵਾਲ ਤੋਂ ਕੁਝ ਥੋੜੀ ਜਿਹੀ ਦੂਰੀ ਤੇ ਰਹਿ ਗਏ, ਪਿੰਡ ਕਸਬਾ ਆਉਂਦਾ ਭੈਰੋਵਾਲ। ਜਦੋਂ ਇੱਥੇ ਪਹੁੰਚੇ, ਉਹ ਅੰਬ ਪੱਕਿਆ ਹੋਇਆ ਸੀ। ਉਹ ਜਿਸ ਵੇਲੇ ਫਟਣ ਲੱਗਾ ਤੇ ਸੋਚਿਓ ਨੇ ਸਾਰਾ ਰਸਤਾ ਨਿਕਲ ਜਾਂਦਾ ਹੈ, ਨਿਕਲ ਜਾਵੇਗਾ। ਨਮਸਤੰ ਪ੍ਰਭੋਗੇ, ਸਾਰਾ ਨਿਕਲ ਜਾਵੇਗਾ। ਉਸ ਵਕਤ ਕੀ ਕੀਤੋ ਨੇ, ਨੇਤਰ ਬੰਦ ਕੀਤੇ ਤੇ ਧਿਆਨ ਵਿੱਚ ਇੰਜ ਮਹਿਸੂਸ ਕਰਦੇ ਨੇ ਜਿਵੇਂ ਗੁਰੂ ਅਮਰਦਾਸ ਜੀ ਮੂੰਹ ਅੱਡ ਰਹੇ ਨੇ ਤੇ ਆਪ ਉਹਨਾਂ ਦੇ ਮੁਖ ਵਿੱਚ ਅੰਬ ਪਾ ਰਹੇ ਨੇ। ਜਿਵੇਂ ਅੰਬ ਕੁਝ ਚੁਪਵਾਈ ਦਾ ਹੈ ਨਾ ਕਿਸੇ ਬਜ਼ੁਰਗ ਨੂੰ। ਗੁਜਰਾਤ ਅਹਿਮਦਾਬਾਦ
ਇੱਕ ਬੜਾ ਪੁਰਾਣਾ ਮਹਾਤਮਾ ਦਾ ਡੇਰਾ ਹੈ। ਇਹਨਾਂ ਸੰਤਾਂ ਤੋਂ ਪਹਿਲਾਂ ਕੋਈ 90 ਸਾਲ ਤੋਂ ਉੱਪਰ ਉਮਰ ਸੀ ਮਹਾਤਮਾ ਦੀ। ਮੈਂ ਜਦੋਂ ਕਥਾ ਦੇ ਸੰਬੰਧ ਵਿੱਚ ਅਹਿਮਦਾਬਾਦ ਗਿਆ ਤੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਗਿਆ। ਸਰੀਰ ਬਜ਼ੁਰਗ ਸੀ ਕਾਫੀ, ਔਰ ਉਹਨਾਂ ਦੇ ਇੱਕ ਸੇਵਕ ਆਪਣੇ ਹੱਥਾਂ ਦੇ ਨਾਲ ਉਹਨਾਂ ਦੇ ਮੁਖ ਵਿੱਚ ਫਲ ਪਾ ਰਹੇ ਸਨ, ਅੰਗੂਰ ਹੋਰ ਛੋਟਾ ਛੋਟਾ ਫਲ। ਪਿਆਲਾ ਖੋ ਸ੍ਰੀ ਬੇਨਤੀ ਕੀਤੀ ਜਾ ਰਹੀ ਸੀ। ਇਹ ਜੋ ਅਸੀਂ ਵਿਚਾਰ ਕਰ ਰਹੇ ਸਾਂ, ਗੁਰੂ ਰਾਮਦਾਸ ਜੀ ਮਹਾਰਾਜ ਉਹ ਅੰਬ ਜਿਹੜੇ ਨੇ ਉਹ ਉਠਾਏ ਔਰ ਇੰਜ ਚੁਪਵਾ ਰਹੇ ਨੇ ਜਿਵੇਂ ਗੁਰੂ ਅਮਰਦਾਸ ਜੀ ਦੇ ਮੂੰਹ ਵਿੱਚ ਅੰਬ ਪਾ ਰਹੇ ਹੋਣ, ਔਰ ਖਲੋ ਗਏ ਕਿਤਨਾ ਸਮਾਂ, ਔਰ ਅੰਬ ਸਾਰੇ ਚੂਪੇ ਗਏ। ਇਧਰ ਗੁਰੂ ਅਮਰਦਾਸ ਜੀ ਮਹਾਰਾਜ ਇੰਜ ਸੰਗਤ ਵਿੱਚ ਬੈਠਿਆਂ ਆਪਣਾ ਮੁਖ ਹਿਲਾ ਰਹੇ ਨੇ ਜਿਵੇਂ ਕੋਈ ਅੰਬ ਚੂਪ ਰਿਹਾ ਹੋਵੇ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤਾਂ ਇਹ ਵੀ ਲਿਖਿਆ ਹੋਇਆ ਹੈ ਕਿ ਹਜ਼ੂਰ ਨੇ ਇੱਕ ਅੰਬ ਦੀ ਗਿਟਕ ਗੁਠਲੀ ਸੰਭਾਲ ਕੇ ਕਹਿਣ ਲੱਗੇ, ਭਾਈ ਬੱਲੂ ਆ ਸੰਭਾਲ ਛੱਡ, ਜੇਠਾ ਆਵੇਗਾ ਨਾ ਤੇ ਜ਼ਰਾ ਉਹਨੂੰ ਦਿਖਾਣੀ ਹੈ। ਜੇਠਾ ਆਵੇਗਾ ਤੇ ਉਹਨੂੰ ਦਿਖਾਣੀ ਹੈ ਤਾਂ ਜੋ ਉਸ ਨੂੰ ਪਤਾ ਲੱਗ ਸਕੇ ਕਿ ਉਹਦੀ ਬੇਟਾ ਉਹਨੇ ਜੋ ਅੰਬ ਚੁਪਵਾਏ ਸਨ ਉਹ ਅਸਾਂ ਅੰਬ ਚੂਪ ਲੀਤੇ ਨੇ। ਪਿਆਰ ਲੱਖੋ ਸ੍ਰੀ। ਹੁਣ ਦੇ ਜ਼ਮਾਨੇ ਦਾ ਤਾਂ ਪਤਾ ਨਹੀਂ, ਪੁਰਾਣੀਆਂ ਬਜ਼ੁਰਗ ਮਾਤਾਵਾਂ ਦੱਸਦੀਆਂ ਸਨ ਤੇ ਜਵਾਨ ਬੱਚੀਆਂ ਨੂੰ ਸਮਝਾਉਂਦੀਆਂ ਹੁੰਦੀਆਂ ਸਨ, ਪੁੱਤਰ ਤੇਰਾ ਬੱਚਾ ਛੋਟਾ ਹੈ, ਵਾਈ ਚੀਜ਼ਾਂ ਨਹੀਂ ਖਾਣੀਆਂ, ਆਹ ਚੀਜ਼ਾਂ ਨਹੀਂ ਖਾਣੀਆਂ, ਖਾਵੇਂਗੀ ਤੂੰ ਅਸਰ ਤੇਰੇ ਬੱਚੇ ਨੂੰ ਹੋਵੇਗਾ। ਪਿਆਲਾ ਖੋ। ਔਰ ਐਸਾ ਹੁੰਦਾ ਸੀ। ਇਸ ਲਈ ਸਿਆਣੀਆਂ ਬਜ਼ੁਰਗ ਮਾਤਾਵਾਂ ਬੱਚੀਆਂ ਨੂੰ ਸਮਝਾਉਂਦੀਆਂ ਸਨ ਕਿ ਇਹ ਚੀਜ਼ਾਂ ਜਿਹੜੀਆਂ ਨੇ ਜਦੋਂ ਬੱਚੇ ਛੋਟੇ ਹੋਣ ਤਾਂ ਉਹਨਾਂ ਦੇ ਖਾਣ ਪੀਣ ਤੋਂ ਪਰਹੇਜ਼ ਕਰਨਾ, ਵਰਨਾ ਉਹ ਬੱਚਿਆਂ ਤੇ ਅਸਰ ਹੋਵੇਗਾ। ਧਿਆਨ ਵਿੱਚ, ਪ੍ਰੇਮ ਵਿੱਚ, ਪਿਆਰ ਵਿੱਚ ਇਹੋ ਹੀ ਤਰੀਕਾ ਹੈ ਕਿ ਜਦੋਂ ਕੋਈ ਭਾਵਨਾ ਨਾਲ ਗੁਰੂ ਨੂੰ ਅਰਪਣ ਕਰਦਾ ਹੈ, ਗੁਰੂ ਉਸ ਨੂੰ ਪ੍ਰਭੋਗੇ, ਨਮਸਤੰ ਪ੍ਰਭੋਗੇ। ਵਿਸ਼ੇਸ਼ ਕਰਕੇ ਸਾਰਿਆਂ ਦੇ ਅੰਦਰ ਭੋਗ ਲਗਾਣੇ, ਅਕਾਲ ਪੁਰਖ ਵਾਹਿਗੁਰੂ ਤੈਨੂੰ ਨਮਸਕਾਰ ਹੈ। ਦੁਨੀਆ ਹੈਰਾਨ ਹੋ ਗਈ ਜਦੋਂ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਰਮਾਇਆ, ਜਿਸ ਨੇ ਮੈਨੂੰ ਪ੍ਰਸ਼ਾਦਾ ਛਕਾਣਾ ਹੋਵੇ ਕਿਸੇ ਭੁੱਖੇ ਗਰੀਬ ਨੂੰ ਛਕਾ ਦੇਵੇ। ਜਿਸ ਨੇ ਮੈਨੂੰ ਲੰਗਰ ਛਕਾਣਾ ਹੈ, ਪ੍ਰਸ਼ਾਦਾ ਛਕਾਣਾ ਹੈ, ਉਹ ਮੇਰੇ ਪਿਆਰੇ ਸਿੱਖ ਦੇ ਮੁਖ ਵਿੱਚ ਪਾ ਦੇਵੇ। ਗੁਰੂ ਕੇ ਸਿੱਖ ਨੂੰ ਪ੍ਰਸ਼ਾਦ ਛਕਾ ਦੇਵੇ, ਉਹ ਮੈਨੂੰ ਪ੍ਰਾਪਤ ਹੋਵੇਗਾ। ਸਾਰਿਆਂ ਦੇ ਅੰਦਰ ਵਿਸ਼ੇਸ਼ ਕਰਕੇ ਭੋਗ ਲਗਾਉਣ ਵਾਲੇ, ਪਦਾਰਥ ਅਰਪਣ ਕੀਤੇ ਹੋਏ ਪ੍ਰਾਪਤ ਕਰਨ ਵਾਲੇ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਸੁਜੋਗੇ। ਹਾਂ, ਭਲੀ ਨਮਸਤੰ ਸੋਜੋਗੇ। ਭਲੀ ਪ੍ਰਕਾਰ ਸਭਨਾ ਵੇ ਜੋਗੇ ਜੁੜੇ ਹੋਏ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਰੰਗੇ। ਰੰਗਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਭੰਗੇ। ਨਾਸ਼ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਗੰਮੇ। ਮਨ ਦੀ ਪਹੁੰਚ ਤੋਂ ਅਪਹੁੰਚ ਅਗਮ ਅਕਾਲ ਪੁਰਖ ਵਾਹਿਗੁਰੂ ਜੀਓ ਆਪ ਜੀ ਨੂੰ ਨਮਸਕਾਰ ਹੈ। ਨਮਸਤਸਤਰਮੇ। ਨਮਸਤਸਤਰਮੇ ਇਹਦਾ ਉਚਾਰਨ ਕੀਤਾ ਜਾਵੇਗਾ, ਨਮਸਤਸਤਰਮੇ। ਹਾਂ, ਸੰਸਕ੍ਰਿਤ ਦਾ ਸ਼ਬਦ ਮੰਨਦੇ ਨੇ ਨਮਸਤਸਤਰਮੇ। ਹੈ ਰਮੇ ਦਾ ਅਰਥ ਹੈ ਸੁੰਦਰ, ਰਮਨ। ਸੁੰਦਰ ਅਕਾਲ ਪੁਰਖ ਵਾਹਿਗੁਰੂ, ਸਭਨਾ ਵਿੱਚ ਰਮੇ ਤੇ ਵਿਆਪਕ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਤਸਤ। ਇੱਕ ਐੜਾ ਜਿਹੜਾ ਸੀ ਵਿੱਚ ਜਜ਼ਬ ਕਰ ਦਿੱਤਾ, ਨਮਸਕਾਰ ਅਸਤ ਹੈ। ਆਪ ਜੀ ਨੂੰ ਨਮਸ਼ੇਰ ਸੁੰਦਰ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਆਪ ਜੀ ਨੂੰ ਨਮਸਕਾਰ ਹੈ ਜੀ। ਆ ਨਮਸਤੰ ਜਲਾਸਰੇ। ਹਾਂ, ਜਲਾਸ ਇਹ ਨਮਸਤੰ ਜਲਾਸਰੇ, ਜਲ ਦਾ ਆਸਰਾ, ਜਿੱਥੇ ਸਾਰਾ ਪਾਣੀ ਰੁੜ ਰੁੜ ਕੇ ਜਾਂਦਾ ਹੈ, ਸਮੁੰਦਰ। ਜਲ ਦੇ ਆਸਰੇ ਸਾਗਰ ਰੂਪ, ਸਮੁੰਦਰ ਰੂਪ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਨਿਰਾਸਰੇ। ਪਰ ਆਪ ਆਸਰੇ ਤੋਂ ਰਹਿਤ, ਨਿਰ ਆਸਰੇ, ਆਸਰੇ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਜਾਤੇ। ਹਾਂ, ਨਮਸਤੰ ਅਜਾਤੇ, ਜਾਤਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਪਾਤੇ। ਅਪਾਤੇ ਪਾਤ ਸ਼੍ਰੇਣੀ, ਸ਼੍ਰੇਣੀਆਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਮਜਬੇ। ਨਮਸਤੰ ਅਮਜਬੇ, ਅਮਜਬੇ ਕਿਉਂਕਿ ਲੋਕਾਂ ਨੇ ਵੱਖਰੇ ਵੱਖਰੇ ਮਜ਼ਹਬ ਬਣਾਏ ਹੋਏ ਨੇ। ਹੇ ਅਕਾਲ ਪੁਰਖ ਵਾਹਿਗੁਰੂ ਅਮਜਬੇ, ਤੂੰ ਮਜ਼ਹਬਾਂ ਤੋਂ ਰਹਿਤ ਹੈ। ਇਹ ਮਜ਼ਹਬਾਂ ਤੋਂ, ਧਰਮਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਤੁਸਾਂ ਹੀ ਤਾਂ ਸਾਰੇ ਮਜ਼ਹਬਾਂ ਨੂੰ, ਧਰਮਾਂ ਨੂੰ ਬਣਾਇਆ ਹੈ। ਅਧ ਹਰ ਦੋ ਨੇਸਤਮ ਹਮੇ ਬੰਦਾ ਖੁਦਾ ਹਸਤਮ।
ਪਾਰਸ਼ੀ ਦੇ ਤਵਾਰੀਖ ਵਾਦਾਨ ਕਹਿੰਦੇ ਨੇ, ਹਜ਼ੂਰ ਨੇ ਕਿਹਾ ਮੇਰਾ ਕੋਈ ਵੀ ਮਜ਼ਹਬ ਨਹੀਂ ਦੌਲਤ ਖਾਂ, ਸਾਰੇ ਮਜ਼ਹਬ ਮੇਰੇ ਨੇ, ਮੈਂ ਖੁਦਾ ਦਾ ਬੰਦਾ ਹਾਂ। ਇਹ ਮਜ਼ਹਬਾਂ ਤੋਂ ਧਰਮਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਮਜਬੇ। ਹਾਂਜੀ, ਨਮਸਤਸਤ ਅਜਬੇ। ਨਮਸਤਸਤ ਅਜਬੇ। ਅਜਬੇ ਦਾ ਅਰਥ ਹੈ ਅਲੌਕਿਕ, ਅਸਚਰਜ। ਹੇ ਅਸਚਰਜ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮਸਤਸਤ ਦਾ ਉਚਾਰਨ ਇਕੱਠਾ ਕਰਨਾ ਜੀ। ਆਦੇਸੰ ਆਦੇਸੇ। ਆਦੇਸੰ ਆਦੇਸੇ। ਹੇ ਦੇਸਾਂ ਤੋਂ ਰਹਿਤ ਸਰਬ ਵਿਆਪਕ ਵਾਹਿਗੁਰੂ ਆਪ ਜੀ ਨੂੰ ਆਦੇਸੰ ਨਮਸਕਾਰ ਹੈ। ਆਦੇਸ ਤਿਸੈ ਆਦੇਸ। ਪੜੋ, ਆਦੇਸ ਤਿਸੈ ਆਦੇਸ, ਆਦਿ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜਪ ਸਾਹਿਬ। ਆਦੇਸ਼ ਦਾ ਮਤਲਬ ਨਮਸਕਾਰ ਹੈ। ਦੇਸ਼ਾਂ ਤੋਂ ਰਹਿਤ ਸਰਬ ਵਿਆਪਕ ਆਪ ਜੀ ਨੂੰ ਆਦੇਸ਼ੰ ਨਮਸਕਾਰ ਹੈ। ਨਮਸਤੰ ਅਭੇਸੇ। ਹਾਂ, ਭੇਸਾਂ ਤੋਂ ਭੇਖਾਂ ਤੋਂ ਰਹਿਤ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਨਿਰਧਾਮੇ। ਹਾਂ, ਘਰਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪ ਜੀ ਨਿਰ ਰਹਿਤ ਧਾਮੇ ਘਰ। ਘਰਾਂ ਤੋਂ ਰਹਿਤ ਤੇ ਸਾਰਿਆਂ ਘਰਾਂ ਦੇ ਮਾਲਕ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਨਿਰਭਾਮੇ। ਨਿਰਭਾਮੇ। ਨਮਸਤੰ ਨਿਰਭਾਮੇ। ਬਾਮ ਸੰਸਕ੍ਰਿਤ ਦਾ ਸ਼ਬਦ ਮੰਨ ਕੇ ਇਸਤਰੀ ਨੂੰ ਕਹਿੰਦੇ ਨੇ। ਇਸਤਰੀ ਦੁਆਰਾ ਜਨਮ ਤੋਂ ਰਹਿਤ, ਨਿਰਭਾਮੇ ਨਿਰਰਹਿਤ। ਇਸਤਰੀ ਦੁਆਰਾ ਜਨਮ ਤੋਂ ਰਹਿਤ ਯਾਨੀ ਅਜੂਨੀ ਦੀ ਵਿਆਖਿਆ ਕਰਦੇ ਨੇ। ਆਪ ਜੀ ਨੂੰ ਨਮਸਕਾਰ ਹੋਵੇ। ਨਮੋ ਸਰਬ ਕਾਲੇ। ਸਾਰਿਆਂ ਦੇ ਕਾਲ ਕਰਨ ਵਾਲੇ ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਦਿਆਲੇ। ਸਾਰਿਆਂ ਤੇ ਦਇਆਲਤਾ ਕਰਨ ਵਾਲੇ ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਰੂਪੇ। ਸਾਰਿਆਂ ਦੇ ਰੂਪ ਧਾਰਨ ਕਰਨ ਵਾਲੇ ਸਰਬ ਰੂਪ ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਭੂਪੇ। ਸਾਰਿਆਂ ਦੇ ਭੂਪੇ ਰਾਜੇ, ਸਾਰਿਆਂ ਦੇ ਰਾਜੇ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਕਿਉਂਕਿ ਜਿਸ ਮਹਾਪੁਰਸ਼ ਤੋਂ ਪਰਮ ਤਪਸਵੀ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਵਰਸਾਏ ਸਨ, ਬ੍ਰਹਮ ਗਿਆਨੀ ਬਾਬਾ ਹਰਨਾਮ ਸਿੰਘ ਜੀ ਪੁੱਚੋ ਵਾਲੇ, ਜਦੋਂ ਵੀ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਜਾਂਦੇ ਸਨ ਤੇ ਕਹਿੰਦੇ ਸਨ ਓਏ ਭੂਪਿਆ ਆ ਗਿਆ, ਇਉਂ ਹੀ ਬੁਲਾਉਂਦੇ ਸਨ, ਓਏ ਭੂਪਿਆ ਆ ਗਿਆ, ਕਿਸ ਵਾਸਤੇ ਆਏ ਹੈ? ਬੇਨਤੀ ਕਰ ਰਹੇ ਸਾਂ ਭੂਪੇ ਰਾਜੇ। हे ਸਾਰਿਆਂ ਦੇ ਰਾਜੇ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਗਿਆਨ ਪ੍ਰਭੋ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ। ਸਾਰਿਆਂ ਦੇ ਰਾਜੇ ਆਪ ਨੂੰ ਨਮਸਕਾਰ ਹੈ ਜੀ। ਨਮੋ ਸਰਬ ਖਾਪੇ। ਸਾਰਿਆਂ ਨੂੰ ਖਪਾਉਣ ਵਾਲੇ, ਨਾਸ਼ ਕਰਨ ਵਾਲੇ ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਥਾਪੇ। ਸਾਰਿਆਂ ਦੀ ਸਥਾਪਨਾ ਕਰਨ ਵਾਲੇ ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਕਾਲੇ। ਸਾਰਿਆਂ ਦੇ ਕਾਲ ਕਰਨ ਵਾਲੇ ਨਮਸਕਾਰ ਹੈ। ਨਮੋ ਸਰਬ ਪਾਲੇ। ਸਰਬ ਦੀ ਪ੍ਰਤਪਾਲਾ ਕਰਨ ਵਾਲੇ ਆਪ ਜੀ ਨੂੰ ਨਮਸਕਾਰ ਹੈ। ਨਮਸਤਸਤ ਦੇਵ। ਹਾਂ, ਨਮਸਤਸਤ ਦੇਵ ਹੈ। ਸਾਰਿਆਂ ਦੇ ਦੇਵਤਾ ਪ੍ਰਕਾਸ਼ ਰੂਪ ਪੂਜਨੀਕ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਭੇਵ। ਭੇਦ ਪਾਣ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਨਮਸਕਾਰ ਹੈ। ਨਮਸਤੰ ਅਜਨਮੇ। ਹੇ ਅਜਨਮ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਸੁਬਨਮੇ। ਨਮਸਤੰ ਸੁਬਨਮੇ। ਇਸ ਸੰਸਾਰ ਬਗੀਚੇ ਵਿੱਚ ਸੁਬਨਮੇ ਸੁੰਦਰ ਫੁੱਲ ਵਾਂਗ ਖਿੜੇ ਹੋਏ ਫੁੱਲ ਅਕਾਲ ਪੁਰਖ ਵਾਹਿਗੁਰੂ, ਫੁੱਲ ਰੂਪ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਗੌਨੇ। ਸਾਰਿਆਂ ਵਿੱਚ ਗਮਨ ਕਰਨ ਵਾਲੇ, ਪਹੁੰਚ ਕਰਨ ਵਾਲੇ ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਭਉਨੇ। ਸਾਰਿਆਂ ਦੇ ਘਰ ਰੂਪ ਵਾਹਿਗੁਰੂ ਤੇ ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਰੰਗੇ। ਸਾਰਿਆਂ ਰੰਗਾਂ ਵਿੱਚ ਆਪ ਰੰਗੀਨ ਹੋ ਕੇ ਵਰਤਣ ਵਾਲੇ ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਭੰਗੇ। ਸਾਰਿਆਂ ਨੂੰ ਨਾਸ਼ ਕਰਨ ਵਾਲੇ ਆਪ ਜੀ ਨੂੰ ਨਮਸਕਾਰ ਹੈ। ਨਮੋ ਕਾਲ ਕਾਲੇ। ਕਾਲ ਦਾ ਕਾਲ ਕਰਨ ਵਾਲੇ ਮਹਾਕਾਲ ਆਪ ਜੀ ਨੂੰ ਨਮਸਕਾਰ ਹੈ। ਨਮਸਤਸਤ ਦਿਆਲੇ। ਹੇ ਦਿਆਲੂ ਪਰਮੇਸ਼ਵਰ ਆਪ ਜੀ ਨੂੰ ਨਮਸਕਾਰ ਹੈ। ਨਮਸਤਸਤ ਨਮਸਕਾਰ ਹੈ। ਨਮਸਤੰ ਅਵਰਨੇ। ਹਾਂ, ਨਮਸਤੰ ਅਬਰਨੇ। ਰੰਗਾਂ ਤੋਂ ਰਹਿਤ ਵਾਹਿਗੁਰੂ ਜੀ ਨਮਸਕਾਰ ਹੈ। ਨਮਸਤੰ ਅਮਰਨੇ। ਹੇ ਅਮਰ ਮੌਤ ਤੋਂ ਰਹਿਤ ਵਾਹਿਗੁਰੂ ਜੀਓ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਜਰਾਰੰ ਜਰਾਰ ਜਰ ਬੁਢੇਪਾ, ਬੁਢੇਪੇ ਦੇ ਦੁਸ਼ਮਣ, ਬੁਢੇਪੇ ਤੋਂ ਰਹਿਤ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਕਰਤਾਰੰ ਸਾਰੀ ਕਿਰਤ ਦੇ ਤਾਈ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਤੇ ਇਸ ਕਿਰਤ ਦੇ ਨਾਸ਼ਕ ਆਪ ਨੂੰ ਨਮਸਕਾਰ ਹੈ। ਨਮੋ ਸਰਬ ਧੰਦੇ ਸਾਰਿਆਂ ਧੰਦਿਆਂ ਕੰਮਾਂ ਕਾਜਾਂ ਦੇ ਰੂਪ ਧਾਰਨ ਕਰਨ ਵਾਲੇ, ਸਭਨਾਂ ਨੂੰ ਧੰਦਿਆਂ ਵਿੱਚ ਲਗਾਉਣ ਵਾਲੇ ਆਪ ਨੂੰ ਨਮਸਕਾਰ ਹੈ। ਨਮੋ ਸਤ ਅਬੰਦੇ ਨਮੋਸਤ ਦਾ ਪਾਠ ਇਕੱਠਾ ਉਚਾਰਨ ਕੀਤਾ ਜਾਵੇਗਾ। ਇਹ ਬੰਧਨਾਂ ਤੋਂ ਰਹਿਤ ਆਪ ਜੀ ਨੂੰ ਨਮੋਸਤ ਨਮਸਕਾਰ ਹੈ। ਆਪ ਜੀ ਨੂੰ ਨਮਸਕਾਰ ਹੈ ਮਰਿਆਦਾ ਸੀ। ਅੱਜ ਵੀ ਤੁਸੀਂ ਦੇਖੋਗੇ ਕੁਰਾਨ ਮਜੀਦ ਵਿੱਚ ਕੋਈ ਤਬਦੀਲੀ ਨਹੀਂ, ਜੁੜੀਆਂ ਸਤਰਾਂ ਵਿੱਚ ਹੈ। ਵੈਦਿਕ ਵਿਦਿਆ ਦਾ ਪਾਠ ਵੀ ਜਿਹੜਾ ਹੈ ਉਹ ਜੁੜੀਆਂ ਸਤਰਾਂ ਵਿੱਚ ਹੈ। ਆਪਣੇ ਇੱਕ ਵਿਦਵਾਨਾਂ ਨੇ ਆਸਾਨ ਕੰਮ ਕਰ ਦਿੱਤਾ, ਅੱਖਰ ਅੱਖਰ ਜੁਦਾ ਕਰ ਦਿੱਤੇ ਨੇ। ਉਹਦਾ ਆਹ ਨਤੀਜਾ ਹੈ, ਪਿਆਲਾ ਖੋ। ਕਿਉਂਕਿ ਜਿਹੜੇ ਉਹ ਛਾਪੇ ਵਿੱਚ ਅੱਖਰ ਜੋੜਨ ਵਾਲੇ ਨੇ ਉਹ ਵਿਚਾਰੇ ਕੋਈ ਬਹੁਤੇ ਪੜ੍ਹੇ ਲਿਖੇ ਤਾਂ ਨਹੀਂ ਹੁੰਦੇ। ਇਸ ਲਈ ਪਾਠ ਦਾ ਉਚਾਰਨ ਤਾਂ ਹੈ ਨਮੋਸਤਾ ਬੰਦੇ। ਇਸ ਲਈ ਪੁਰਾਤਨ ਵਿਦਵਾਨ ਜੁੜੀਆਂ ਸਤਰਾਂ ਵਾਲੇ ਸਰੂਪਾਂ ਤੇ, ਹੱਥ ਲਿਖਤ ਸਰੂਪਾਂ ਤੇ ਪਾਠ ਕਰਦੇ ਸਨ। ਉਸਤਾਦਾਂ ਤੋਂ, ਟਕਸਾਲ ਤੋਂ, ਗੁਰਮੁਖਾਂ, ਗੁਰਸਿੱਖਾਂ, ਮਹਾਂਪੁਰਸ਼ਾਂ, ਸਾਧੂਆਂ ਤੋਂ ਪੜ੍ਹਦੇ ਸਨ ਤੇ ਫਿਰ ਸਹਿਜੇ ਉਹ ਆਪੇ ਉਹਦਾ ਉਚਾਰਨ ਕਰੀ ਜਾਂਦੇ ਸਨ। ਜੀ ਆ, ਹੁਣ ਤਾਂ ਕੰਪਿਊਟਰੀ ਸਿਸਟਮ ਚੱਲ ਪਿਆ ਹੈ ਜੀ। ਫਿਰ ਪੜੋ ਨਮਸਤੰ ਨਿਰਸਾਕ ਨਮੋਸਤਾ ਬੰਦੇ, ਬੰਧਨਾਂ ਤੋਂ ਰਹਿਤ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਨਿਰਸਾਕੇ ਨਮਸਤੰ ਨਿਰਸਾਕੇ, ਸਾਕੇ ਪੁਆੜੇ, ਪੁਆੜਿਆਂ ਤੋਂ ਰਹਿਤ, ਝਗੜਿਆਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਨਿਰਵਾਕੇ ਨਿਰਬਾਕੇ, ਬਾਕ ਟੇਢੀ, ਟੇਢਤਾਈ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਰਹੀਮੇ ਹੇ ਰਹਿਮ ਦਿਲ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਕਰੀਮੇ ਹੇ ਕਰਮ ਬਖਸ਼ਿਸ਼ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਮਹਾਨ ਸ਼ੇਖ ਸਾਦੀ ਨੇ ਸੰਸਾਰ ਪ੍ਰਸਿੱਧ 3 ਕਿਤਾਬਾਂ ਲਿਖੀਆਂ ਨੇ। 2 ਉਹਨਾਂ ਦੀਆਂ ਪੁਸਤਕਾਂ ਜ਼ਿਆਦਾ ਪ੍ਰਚਲਿਤ ਨੇ, ਪਰ ਇੱਕ ਦਾ ਨਾਮ ਹੀ ਕਰੀਮ ਹੈ, ਜਿਸ ਦਾ ਆਰੰਭ ਉਹਨਾਂ ਨੇ ਇੱਥੋਂ ਕੀਤਾ ਹੈ, ਕਰੀਮਾ ਬਾਬਖਸ਼ਾਏ ਬਰਹਾਲੇ ਮਾਂ ਕਿ ਹਸਤਮ ਅਸੀਰੇ ਕਮੰਦੇ ਹਵਾ ਨਦਾਰੀਮ ਗੈਰ ਆਸਤੋ ਫਰਿਆਦ ਰਸ ਤੂੰ ਆਸੀਆਂ ਰਾਖਤਾ ਬਖਸ਼ ਵਾਬਸ ਨਿਗਾਹਦਾਰ ਮਾਰਾ ਸਾਰਾ ਹੈ ਖਤਾ ਖਤਾਦਾਰ ਗੁਜ਼ਾਰ ਵਾ ਸਵਾਬਮ ਨੁਮਾ। ਕਰੀਮਾ ਸ਼ੇਖ ਸਾਦੀ ਪਿਆਰ ਨਾਲ ਖੋਸ। ਕਰੀਮਾ ਰਹੀਮਾ ਅੱਲਾ ਤੂੰ ਗਨੀ, ਹਾਜ਼ਰਾ ਹਜੂਰ ਦਰ ਪੇਸ਼ ਤੂੰ ਮਨੀ। ਤਿਲੰਗ ਨਾਮਦੇਵ ਜੀ, ਹੇ ਰਹਿਮ ਦਿਲ, ਤੇਰੇ ਵਰਗਾ ਰਹਿਮ ਦਿਲ ਹੋਰ ਕੌਣ ਹੋ ਸਕਦਾ ਹੈ। ਪਟਿਆਲਾ ਨਾਭਾ ਦੇ ਵੱਡਿਆਂ ਨੇ ਜਦੋਂ ਤੇਰੇ ਪਾਸ ਆ ਕੇ ਤੇਰੇ ਸਾਹਮਣੇ ਆਪਣੇ ਪੇਟ ਵਜਾਏ ਤੇ ਆਪ ਜੀ ਨੇ ਪੁੱਛਿਆ, ਕਾਲਿਆ ਇਹ ਕੌਣ ਬੱਚੇ ਨੇ, ਕੈਸੇ ਬੱਚੇ ਨੇ, ਇੰਜ ਕਿਉਂ ਕਰਦੇ ਨੇ? ਉਹਨੇ ਕਿਹਾ ਜੀ ਇਹ ਨੇ ਮੇਰੇ ਭਤੀਜੇ। ਇਹਨਾਂ ਦੇ ਮਾਤਾ ਪਿਤਾ ਇਹ ਛੋਟੇ ਹੀ ਸਨ ਤਾਂ ਉਹਨਾਂ ਦੀ ਮੌਤ ਹੋ ਗਈ ਸੀ ਜੀ। ਹੁਣ ਮੈਂ ਆਪਣੇ ਭਰਾ ਦੇ ਇਹਨਾਂ ਯਤੀਮ ਬੱਚਿਆਂ ਦੀ ਪਰਵਰਿਸ਼ ਕਰ ਰਿਹਾ। ਫਿਰ ਇੰਜ ਕਿਉਂ ਕਰ ਰਹੇ ਨੇ? ਨਾ ਇਹਨਾਂ ਨੂੰ ਕੱਪੜੇ ਪਹਿਨਾਏ ਨੇ, ਕੱਪੜੇ ਨੇ ਇਹਨਾਂ ਦੇ, ਨਾ ਤੁਸੀਂ ਕੱਪੜੇ ਪਹਿਨਾਏ ਨੇ, ਔਰ ਇਹ ਸਾਡੇ ਸਾਹਮਣੇ ਖਲੋ ਪੇਟ ਵਜਾਉਂਦੇ ਨੇ। ਹਜ਼ੂਰ ਢਿੱਡੋਂ ਭੁੱਖੇ ਨੇ, ਕਿਤਨੇ ਦਿਨ ਹੋ ਗਏ ਨੇ, ਇਹਨਾਂ ਨੂੰ ਰੋਟੀ ਨਹੀਂ ਮਿਲੀ। ਰੋਟੀ ਨਾ ਮਿਲੇ ਤੇ ਕੱਪੜਾ ਜੀ ਕਿੱਥੋਂ ਮਿਲਣਾ ਸੀ? ਇਸ ਲਈ ਪੇਟ ਤੇ ਹੱਥ ਮਾਰਦੇ ਨੇ ਜੀ, ਰੋਟੀ ਦਿਓ, ਭੁੱਖ ਲੱਗੀ ਹੋਈ ਹੈ। ਅਤੇ ਫਿਰ ਤੇਰੀ ਦਇਆਲਤਾ, ਤੇਰੀ ਕਿਰਪਾਲਤਾ ਦਾ ਕੋਈ ਅੰਦਾਜ਼ਾ ਨਹੀਂ। ਹਜ਼ੂਰ ਕਹਿਣ ਲੱਗੇ, ਜਾਂ ਕਾਲਿਆ ਮੈਂ ਇਹਨਾਂ ਨੂੰ ਇਸ ਧਰਤੀ ਦਾ ਰਾਜ ਬਖਸ਼ਿਸ਼ ਕਰ ਦਿੱਤਾ, ਇਹ ਰਾਜੇ ਹੋਣਗੇ। ਸ੍ਰੀ ਗੁਰਪ੍ਰਤਾਪ ਸੂਦ ਗ੍ਰੰਥ ਦੇ ਇਤਿਹਾਸਕ ਨੇ, ਭਾਵ ਮਹਿ ਭਾਵ ਕੇ ਰੰਕ ਜੇ ਭਾਵ ਸਮ ਹੋਏ ਕਿਰਪਾਲ ਪਾਲਕ ਪ੍ਰਿਥਵੀ ਕੇ ਕੀਏ ਸ੍ਰੀ ਹਰ ਰਾਏ ਰਸਾਲ। ਸ੍ਰੀ ਗੁਰਪ੍ਰਤਾਪ ਸੂਦ ਗ੍ਰੰਥ। ਹੇ ਕਰਮ ਬਖਸ਼ਿਸ਼ ਕਰਨ ਵਾਲੇ, ਹੇ ਕਿਰਪਾਲੂ, ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਨੰਤੇ ਹੇ ਬੇਅੰਤ ਵਾਹਿਗੁਰੂ, ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਮਹੰਤੇ ਮਹੰਤੇ ਪੂਜਨੀਕ, ਮਹੰਤ ਪੂਜਨੀਕ ਹੁੰਦੇ ਸਨ ਜੋ ਗੁਰੂ ਕੀ ਸੇਵਾ ਕਰਦੇ ਸਨ। ਗੁਰੂ ਨਾਨਕ ਸਾਹਿਬ ਤੋਂ ਜੀ ਤੋਂ ਲੈ ਕੇ ਦਸ਼ਮੇਸ਼ ਪਿਤਾ ਜੀ ਤੱਕ ਜਿਨ੍ਹਾਂ ਨੂੰ ਬਖਸ਼ਿਆਂ ਕੀਤੀਆਂ ਸਨ, ਬੜੀਆਂ ਸੇਵਾਵਾਂ ਸਨ ਉਹਨਾਂ ਵਿੱਚੋਂ। ਪਰ ਸਮੇਂ ਦੇ ਨਾਲ ਨਾਲ ਜਦੋਂ ਉਹਨਾਂ ਵਿੱਚ ਕਮਜ਼ੋਰੀਆਂ ਆ ਗਈਆਂ, ਇਸ ਨਾਮ ਨੂੰ ਅਸੀਂ ਨਫ਼ਰਤ ਕਰਨ ਲੱਗ ਪਏ, ਘਿਰਣਾ ਕਰਨ ਲੱਗ ਪਏ।
ਪਰ ਹੁਣ ਤਾਂ ਪ੍ਰਬੰਧ ਵਿੱਚ ਉਹਨਾਂ ਲੋਕਾਂ ਨਾਲੋਂ ਵੀ ਲੋਕ ਜ਼ਰਾ ਹੋਰ ਤਰ੍ਹਾਂ ਦਾ ਵਰਤਾਓ ਕਰਦੇ ਨੇ। ਉਹਨਾਂ ਨਾਲੋਂ ਵੀ ਗਿਆ ਗੁਜ਼ਰਿਆ ਵਰਤਾਓ ਹੋ ਰਿਹਾ ਹੈ, ਗਿਆ ਗੁਜ਼ਰਿਆ ਪ੍ਰਬੰਧ ਹੋ ਰਿਹਾ ਹੈ। ਹੁਣ ਅਸੀਂ ਕੀ ਕਰ ਸਕਦੇ ਹਾਂ? ਪਰ ਇੱਥੇ ਉਹਨਾਂ ਦਾ ਮਤਲਬ ਨਹੀਂ ਕਿ ਮਹੰਤਾਂ ਦਾ ਨਾ ਨਵਿਆਂ ਦਾ ਨਾ ਪੁਰਾਣਿਆਂ ਮਹੰਤਾਂ ਦਾ ਨਾਮ ਹੈ। ਮਹੰਤੇ ਪੂਜਨੀਕ, ਹੈ ਪੂਜਨੀਕ, ਇਹ ਸਰਬ ਦੇ ਸਤਿਕਾਰਯੋਗ ਆਪ ਜੀ ਨੂੰ ਨਮਸਕਾਰ ਹੈ। ਨਮਸਤਸ ਰਾਗੇ ਨਮਹਿ ਰਾਗੇ ਪ੍ਰੇਮ ਸਰੂਪ, ਰਾਗ ਪ੍ਰੇਮ ਸਰੂਪ, ਰਾਗ ਸਰੂਪ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਸੁਹਾਗੇ ਹਾਂ, ਸਭ ਦੇ ਸੁਹਾਗ ਰੂਪ ਔਰ ਮਹਾਪੁਰਸ਼ ਅਰਥ ਕਰਦੇ ਸਨ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਸੋਖੰ ਸਾਰਿਆਂ ਨੂੰ ਸੁਕਾਉਣ ਵਾਲੇ ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਪੋਖੰ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲੇ, ਭਰਨ ਕਰਨ ਵਾਲੇ ਆਪ ਨੂੰ ਨਮਸਕਾਰ ਹੈ। ਨਮੋ ਸਰਬ ਕਰਤਾ ਸਾਰਿਆਂ ਦੇ ਕਰਤਾ ਕ੍ਰੀਏਟਰ ਆਪ ਨੂੰ ਨਮਸਕਾਰ ਹੈ। ਨਮੋ ਸਰਬ ਹਰਤਾ ਸਾਰਿਆਂ ਨੂੰ ਨਾਸ਼ ਕਰਨ ਵਾਲੇ ਆਪ ਜੀ ਨੂੰ ਨਮਸਕਾਰ ਹੈ। ਨਮੋ ਜੋਗ ਜੋਗੇ ਹਾਂ, ਰਾਜ ਮਹਿ ਰਾਜ, ਜੋਗ ਮਹਿ ਜੋਗੀ, ਤਪ ਮਹਿ ਤਪੀਸਰ, ਗ੍ਰਸਤ ਮਹਿ ਤੂ ਭੋਗੀ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਯੋਗ ਵਿੱਚ ਯੋਗ ਰੂਪ, ਯੋਗ ਦਾ ਸਾਹ ਰੂਪ, ਯੋਗ ਵਿੱਚ ਜੁੜੇ ਹੋਏ ਮਹਾਨ ਯੋਗੀ। ਤੂੰ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨ ਪਾਇਆ ਸੁਰਗ ਮਸ਼ ਪਿਆਲ ਜੀਓ। ਸ੍ਰੀ ਰਾਗ ਮਹੱਲਾ ਪਹਿਲਾ ਅਸ਼ਟਪਦੀਆ ਆਪ ਜੀ ਨੂੰ ਨਮਸਕਾਰ ਹੈ। ਨਮੋ ਭੋਗ ਭੋਗੇ ਹਾਂ, ਸਾਰਿਆਂ ਪਦਾਰਥਾਂ ਨੂੰ ਭਾਵਨਾ ਦੁਆਰਾ ਅਰਪਣ ਕੀਤੇ ਹੋਏ ਸਾਰੇ ਪਦਾਰਥਾਂ ਨੂੰ ਭੋਗੇ, ਭੋਗ ਲਗਾਉਣ ਵਾਲੇ, ਛਕਣ ਵਾਲੇ, ਪ੍ਰਵਾਨ ਕਰਨ ਵਾਲੇ ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਦਿਆਲੇ ਸਾਰਿਆਂ ਤੇ ਦਿਆਲਤਾ ਕਰਨ ਵਾਲੇ ਸਰਬ ਦਿਆਲੂ ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਪਾਲੇ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। 2-3 ਮਿੰਟ ਵੱਧ ਲਾਵਾਂਗੇ ਤਾਂ ਜ਼ਰਾ ਹੋਰ ਕੁਝ ਹੋ ਜਾਵੇਗਾ ਜੀ। ਆ ਚਾਚਰੀ ਛੰਦ ਚਾਚਰੀ ਛੰਦ ਇੱਕ ਛੰਦ ਦਾ ਨਾਮ ਹੈ। ਵਿਸ਼ੇਸ਼ ਤੌਰ ਤੇ ਹੋਲੀ ਦੇ ਮੌਕੇ ਤੇ ਇਹਨਾਂ ਛੰਦਾਂ ਵਿੱਚ ਕੁਝ ਪ੍ਰਾਚੀਨ ਸੰਗੀਤਕਾਰਾਂ ਨੇ ਰਚਨਾਵਾਂ ਕੀਤੀਆਂ ਸਨ। ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵੱਡੇ ਮਹਾਂਪੁਰਸ਼, ਜਿਨ੍ਹਾਂ ਦਾ ਇਹ ਬਰਸੀ ਯਾਦ ਸਮਾਗਮ ਦਾ ਸਪਤਾਹਕ ਹੈ। ਕਿਉਂਕਿ 8 ਦਿਨ ਕਿਆ ਯੁਗਾਂ ਯੁਗਾਂ ਤੱਕ, ਜਦੋਂ ਤੱਕ ਵੀ ਉਹਨਾਂ ਤੋਂ ਪੜ੍ਹੇ ਹੋਏ ਵਿਦਿਆਰਥੀ ਕੋਈ ਵੀ ਵਿਚਾਰ ਕਰਨਗੇ ਤੇ ਉਹਨਾਂ ਦਾ ਜ਼ਿਕਰ ਜ਼ਰੂਰ ਆਵੇਗਾ। ਪਿਆਰ ਲੱਖੋ ਸ੍ਰੀ ਅਕਾਲ। ਆਪ ਸਮਝਾਉਂਦੇ ਸਨ ਜਿਵੇਂ ਹੋਲੀ ਖੇਲੀ ਦੀ ਏ, ਉਸ ਤਰੀਕੇ ਨਾਲ ਇਹ ਛੰਦ ਦੀ ਚਾਲ ਹੈ। ਤੇ ਚਾਚਰੀ ਕਿਰਪਾਨ ਨੂੰ ਕਹਿੰਦੇ ਨੇ। ਜਿਵੇਂ ਕਿਰਪਾਨ ਚਲਾਈ ਦੀ ਏ, ਕਿਰਪਾਨ ਸੂਰਬੀਰ ਕਿਰਪਾਨ ਫੇਰਦੇ ਨੇ, ਕਿਰਪਾਨ ਚਲਾਉਂਦੇ ਨੇ, ਇਸ ਤਰ੍ਹਾਂ ਇਸ ਛੰਦ ਦੀ, ਜਿਸ ਛੰਦ ਦੀ ਚਾਲ ਹੋਵੇ ਉਹਨੂੰ ਚਾਚਰੀ ਛੰਦ ਵਰਣਨ ਕੀਤਾ ਹੈ। ਹਾਂਜੀ, ਤਵੈ ਪ੍ਰਸਾਦ, ਤਵੈ ਪ੍ਰਸਾਦ, ਤੁਹਾਡੀ ਕਿਰਪਾਲਤਾ ਦੁਆਰਾ ਇਹ ਚਾਚਰੀ ਛੰਦ ਦਾ ਵਰਣਨ ਕਰਦੇ ਹਾਂ ਜੀ। 1-2 ਮਿੰਟ ਹੋਰ ਆਪ ਦੇ ਲਵਾਂਗੇ। ਅਰੂਪ ਹੈ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਰੂਪਾਂ ਤੋਂ ਰਹਿਤ ਹੈ, ਅਨੂਪ ਹੈ ਤੂੰ ਉਪਮਾ ਤੋਂ ਰਹਿਤ ਹੈ, ਤੇਰੀ ਉਪਮਾ ਕੀ ਕਹੀ ਜਾਵੇ। ਅਜੂ ਹੈ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਅਜਨਮ ਹੈ। ਅਪੂ ਹੈ ਹੇ ਅਕਾਲ ਪੁਰਖ ਵਾਹਿਗੁਰੂ, ਤੂੰ 5 ਤੱਤਾਂ ਤੋਂ ਰਹਿਤ ਅਚਰਜ ਸਰੂਪ ਹੈ। ਅਲੇਖ ਹੈ ਤੂੰ ਲੇਖੇ ਤੋਂ ਰਹਿਤ ਹੈ, ਅਪੇਖ ਹੈ ਤੂੰ ਭੇਖਾਂ ਤੋਂ ਰਹਿਤ ਹੈ। ਅਨਾਮ ਹੈ ਤੇਰਾ ਕੋਈ ਨਿਸ਼ਚਿਤ ਨਾਮ ਨਹੀਂ, ਲੋਕਾਂ ਦੇ ਨਿਯਤ ਕੀਤੇ ਹੋਏ ਨਾਮਾਂ ਤੋਂ ਅਨਾਮ ਰਹਿਤ ਹੈ। ਅਕਾਮ ਹੈ ਤੇਰੇ ਅੰਦਰ ਕੋਈ ਕਾਮਨਾ ਨਹੀਂ, ਤੂੰ ਅਕਾਮ ਹੈ, ਕਾਮਨਾਵਾਂ ਤੋਂ ਰਹਿਤ ਹੈ। ਅਤੇ ਹੈ ਤੇ ਸਭਨਾਂ ਦਾ ਅਤੇ ਆਸਰਾ ਰੂਪ ਹੈ। ਅਪੇ ਹੈ ਹੇ ਅਕਾਲ ਪੁਰਖ ਵਾਹਿਗੁਰੂ, ਭੇਦ ਪਾਉਣ ਤੋਂ ਰਹਿਤ ਹੈ, ਤੇਰਾ ਕੋਈ ਭੇਦ ਨਹੀਂ ਪਾ ਸਕਦਾ। ਅਜੀਤ ਹੈ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਅਜਿਤ ਹੈ, ਤੈਨੂੰ ਕੌਣ ਜਿੱਤੇ। ਅਪੀਤ ਹੈ ਹੇ ਅਕਾਲ ਪੁਰਖ ਵਾਹਿਗੁਰੂ, ਅਭੀਤ ਜੜਤਾ ਤੋਂ ਰਹਿਤ ਹੈ, ਸਰੀਰ ਰੂਪ ਦੀਵਾਰ ਤੋਂ ਰਹਿਤ ਹੈ, ਤੂੰ ਸਰੀਰਾਂ ਵਿੱਚ ਨਹੀਂ ਆਂਦਾ। ਪ੍ਰਮਾਨ ਹੈ ਤਿੰਨਾਂ ਲੋਕਾਂ ਦੇ ਜੀਵਾਂ ਦਾ ਤੂੰ ਮਾਨਨੀਕ ਹੈ, ਨਿਧਾਨ ਹੈ ਤੇ ਸਾਰਿਆਂ ਦਾ ਖਜ਼ਾਨਾ ਰੂਪ ਹੈ। ਤ੍ਰਿਵਰਗ ਹੈ ਹੇ ਅਕਾਲ ਪੁਰਖ ਵਾਹਿਗੁਰੂ, ਤਿੰਨਾਂ ਵਰਗਾਂ ਯਾਨੀ ਰਜੋ ਤਮੋ ਸਤੋ ਗੁਣ ਰੂਪ ਤੂੰ ਧਾਰਨ ਕਰਨ ਵਾਲਾ ਤਿੰਨਾਂ ਰੰਗਾਂ ਰੂਪ ਹੈ। ਅਸਰਗ ਹੈ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਮੁਕਤ ਸਰੂਪ ਹੈ ਔਰ ਸ਼ੁੱਧ ਸਰੂਪ ਹੈ। ਅਨੀਰ ਹੈ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਗਿਣਤੀ ਤੋਂ ਰਹਿਤ ਹੈ, ਅਨਾਦ ਹੈ ਆਦ ਤੋਂ ਰਹਿਤ ਹੈ, ਅਜੇ ਹੈ ਅਜੈ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਅਜਿਤ ਹੈ। ਆਜ਼ਾਦ ਹੈ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸੁਤੰਤਰ ਹੈ, ਤੈਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ।
तू एक ऐसे पंथ दी साधना कीती, कान न काहू की एह राखत, शहनशाह खुद ही को पाखत, अवर्ण को सब जीव 84, मान ताप ताई अविनाशी। पंथ प्रकाश ज्ञानी ज्ञान सिंह जी, तू खुद हे अकाल पुरख वाहिगुरु स्वतंत्र आजाद हैं स्वतंत्र हैं, किसे दा गुलाम नहीं, सारा संसार तेरा गुलाम है, हर जीव तेरे हुक्म अगे सिर झुकांदा है, आप तू स्वतंत्र हैं। इसलिए तू एक ऐसे पंथ की साधना की जो कदे भी किसी दी ईन नहीं मनता, ना किसी दी कान मनता है। पंथ प्रकाश के प्राचीन पंथ प्रकाश के करता जी ने कहा सी, आन ना माने काहू की एक बिन सच्चे पातशाह। पंथ प्रकाश भाई रतन सिंह जी पंगू, तू स्वतंत्र हैं और मनुखता नू स्वतंत्र करने वाले पंथ दी सदा दुनिया के शाहां बादशाहां तो स्वतंत्र ते आज़ाद रहने वाले पंथ की साधना करने वाला तू महान है। तैनू नमस्कार है, तैनू प्रणाम है। आइए ऐसे नामां वाले, ऐसे थावां वाले, ऐसे रहम ते ऐसे कृपालू दे चरण कमलों ते सिर झुकांदियां होया वंदना करिए, मत्था टेकीए ते पढ़िए। दंडौत बंदन अनक बार, सर्ब कला समरथ, डोलन तेरा खो प्रभु, नानक दे कर हथ। इन्हां विचारां नाल अज दा विचार समाप्त है। हुईयां भुलां चुकां दी खिमा बख्शिश करनी, थोड़ा जिहा स्पीड इसलिए वधाई है कि जो समा सतगुरु जी ने, बाबा जी ने, आप संगतां ने, गुरु प्यारे